राग गौड़ी चेती बाणी नामदेव जीरो की एक ओंकार सतगुर प्रसाद देवा पाहन तारियले। वाहिगुरु जी का खालसा वाहिगुरु जी की फतेह। सतगुरु जी साजी नवाजी गुरु खालसा साध संगत जीओ। सतगुरु अर्जुन देव महाराज साहब जी ਸਾਹਿਬ कबीर जी ਦੇ 7 ਵਾਰਾਂ ਦੁਆਰਾ ਉਪਦੇਸ਼ ਬਖਸ਼ ਕੇ ਹੁਣ ਭਗਤ ਨਾਮਦੇਵ ਜੀ ਦਾ ਇੱਕ ਸ਼ਬਦ ਲਿਖਦੇ ਹਨ। ਰਾਗ ਗੌੜੀ ਚੇਤੀ ਜਾਤੀ ਹੈ, ਬਾਣੀ ਭਗਤ ਨਾਮਦੇਵ ਜੀ ਦੀ ਹੈ। ਇੱਕੋ ਅਦਵੈਤ ਰੂਪ ਪਰਮੇਸ਼ਰ ਓਂਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਭਗਤ ਨਾਮਦੇਵ ਜੀ ਪੰਡਰਪੁਰ ਦੇ ਵਿੱਚ ਬਹੁਤ ਸਾਰਾ ਨਿਵਾਸ ਰੱਖਦੇ ਰਹੇ ਹੈ। ਆਪ ਜੀ ਓਂਡੇ ਸ਼ਹਿਰ ਜਦੋਂ 28 ਮੀਲ ਸ੍ਰੀ ਹਜ਼ੂਰ ਸਾਹਿਬ ਤੋਂ ਆਏ ਹੈ, ਇੱਥੇ ਪੰਡੇ ਆਰਤੀ ਕਰ ਰਹੇ ਸਨ। ਆਰਤੀ ਕਰਦਿਆਂ ਨੂੰ ਵੇਖ ਕਰਕੇ ਭਗਤ ਜੀ ਪਰਮੇਸ਼ਰ ਦਾ ਕੀਰਤਨ ਕਰਨ ਲੱਗ ਗਏ। ਕੀਰਤਨ ਕਰਦਿਆਂ ਦੇ ਛੈਣੇ ਇਹਨਾਂ ਦੇ ਪਾਸੋਂ ਖੋਹ ਲਏ ਗਏ ਤੇ ਉਸ ਵਕਤ ਨਾਮਦੇਵ ਜੀ ਨੂੰ ਸੂਦ ਕਰ ਮਾਰ ਉਠਾਇਓ ਕਹਾਂ ਕਰੋ ਬਾਪ ਬੀਠਲਾ। ਜਦੋਂ ਪਰਮੇਸ਼ਰ ਨੂੰ ਚੇਤੇ ਕੀਤਾ, ਦੇਰਾ ਮਹਾਰਾਜ ਜੀ ਨੇ ਫੇਰ ਕੇ ਨਾਮਦੇਵ ਵੱਲ ਮੂੰਹ ਕਰ ਦਿੱਤਾ। ਹੁਣ ਤੱਕ ਪੱਛੋਂ ਵੱਲ ਦੇਰੇ ਦਾ ਮੁੱਖ ਹੈ ਅਤੇ ਨਾਮਦੇਵ ਜੀ ਜਿੱਥੇ ਬੈਠ ਕੇ ਗੁਣ ਗਾਉਂਦੇ ਸੀ ਉੱਥੇ ਇਹਨਾਂ ਦੀਆਂ ਸੰਖਮਰਮਰ ਦੀਆਂ ਸੁੰਦਰ ਚਰਨਾਂ ਦੀਆਂ ਖੜਾਵਾਂ ਯਾਦਗਾਰ ਹੈ। ਦੇਰਾ ਹੁਣ ਤੱਕ ਫੇਰਿਆ ਹੋਇਆ ਹੈ। ਔਰੰਗਜ਼ੇਬ ਨੇ ਇਸ ਡੇਰੇ ਦੇ ਕਰਾਮਾਤ ਸਮਝ ਕੇ ਅੱਗ ਲਾ ਕੇ ਸਾੜਨਾ ਚਾਹਿਆ ਸੀ। ਉੱਤੋਂ ਪੱਥਰ ਕਾਲਾ ਕੀਤਾ ਪਿਆ, ਏਡਾ ਭਾਰੀ ਉਹਨ ਜ਼ੁਲਮ ਕੀਤਾ ਸੀ। ਭਗਤ ਨਾਮਦੇਵ ਜੀ ਇਸ ਪ੍ਰਕਾਰ ਸਰਵ ਸ਼ਕਤੀਵਾਨ ਹੋਏ ਹੈ। ਮਹਾਰਾਜ ਜੋ ਚਾਹੁੰਦੇ ਸੀ ਇਹਦੀ ਛਪਰੀ ਬੰਨੀ ਅਤੇ ਮੂਈ ਗਊ ਜਿਉਂਦੀ ਕੀਤੀ। ਇਸੇ ਪ੍ਰਕਾਰ ਮਹਾਰਾਜ ਸਾਹਿਬ ਜੀ ਨੇ ਡੇਰਾ ਫੇਰ ਕੇ ਇਹਨਾਂ ਦੀ ਰੱਖਿਆ ਕੀਤੀ। ਫੇਰ ਦਿਆ ਦੇਵਰਾ ਨਾਮੇ ਕੋ ਪੰਡਿਆਂ ਕੋ ਪਿਸ਼ਵਾਰ ਲਾ। ਭਗਤ ਜੀ ਵਾਹਿਗੁਰੂ ਦੇ ਗੁਣ ਗਾ ਰਹੇ ਹਨ ਪੰਡਰਪੁਰ ਵਿੱਚ ਬੈਠੇ ਹੋਏ। ਆਪ ਜੀ ਦਾ ਘੁਮਾਣਾ ਵਿੱਚ ਵੀ ਯਾਦਗਾਰ ਹੈ। 143 ਸਾਲ ਦੀ ਉਮਰ ਵਿੱਚ ਆਪ ਜੀ ਇੱਥੇ ਆਏ ਸਨ ਪੰਜਾਬ ਵਿੱਚ। ਇੱਥੇ ਕਿਸੇ ਸੇਵਕ ਦੀ ਰੱਖਿਆ ਕਰਨ ਗਏ ਸਨ ਸਮਾਧੀ ਲਾ ਕੇ। ਮਗਰੋਂ ਉੱਥੋਂ ਦੇ ਪੰਡਿਆਂ ਨੇ ਨਾ ਸਰੀਰ ਸਤਿਕਾਰਤਾ ਸੀ। ਇਉਂ ਇਹਨਾਂ ਦਾ ਸ਼ਾਂਤ ਸਥਾਨ ਘੁਮਾਣ ਪਿੰਡ 'ਚ ਗੁਰਦਾਸਪੁਰ ਜ਼ਿਲ੍ਹੇ ਵਿੱਚ ਸਥਾਨ ਹੈ। ਬੈਠਿਆਂ ਨੂੰ ਸਮਾਧੀ 'ਚ ਇਹਨਾਂ ਦਾ ਸਤਿਕਾਰ ਕੀਤਾ ਸੀ। 143 ਸਾਲ ਦੀ ਇਹਨਾਂ ਦੀ ਉਮਰ ਸੀ। ਸੋ ਸਾਧ ਸੰਗਤ ਜੀ ਗਰੀਬ ਨਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਦੇ ਪਿਆਰ ਵਿੱਚ ਨਾਮਦੇਵ ਜੀ ਦੇ ਤਾਂ ਹੀ ਕਿਸੇ ਨੇ ਕਿਹਾ, ਹੇ ਨਾਮਦੇਵ ਤਰਕ ਮਾਰਨ ਲੱਗੇ ਕਿ ਤੂੰ ਰਾਮ ਰਾਮ ਕਹਿੰਦਾ ਕਿਵੇਂ ਮੁਕਤ ਹੋ ਜਾਏਗਾ। ਤਾਂ ਸੁਣ ਕੇ ਨਾਮਦੇਵ ਜੀ ਉਹਨਾਂ ਨੂੰ ਉੱਤਰ ਦਿੰਦੇ ਹਨ ਇਸ ਸ਼ਬਦ ਵਿੱਚ, ਦੇਵਾ ਪਾਹਨ ਤਾਰੀਅਲੇ। ਇਹ ਭਾਈ ਦੇਵਾ ਪਾਹਨ ਤਾਰੀਅਲੇ, ਦੇਵਾ ਦੇਵ ਪ੍ਰਕਾਸ਼ ਰੂਪ ਜੋ ਪਰਮੇਸ਼ਵਰ ਹੈ ਉਸ ਨੂੰ ਤਾਂ ਪੱਥਰਾਂ ਨੂੰ ਵੀ ਤਾਰਤਾ। ਜਿਵੇਂ ਰਾਮਚੰਦਰ ਦੇ ਰੂਪ ਵਿੱਚ ਰਾਮ ਰਾਮ ਲਿਖ ਕਰਕੇ ਪੱਥਰਾਂ ਨੂੰ ਸਾਰਿਆਂ ਨੂੰ ਲੰਕਾ ਟਾਪੂ ਨੂੰ ਜਦੋਂ 400 ਯੋਜਨ ਦਾ ਪਾੜਾ ਵਿੱਚ ਲੰਘਦੇ ਹੋਇਆਂ ਨੇ ਪੁਲ ਬਣਾਇਆ ਸੀ, ਉਸ ਵੇਲੇ ਪੱਥਰਾਂ ਤੇ ਮਹਾਰਾਜ ਦਾ ਨਾਮ ਲਿਖ ਕਰਕੇ ਤਾਰੇ ਸੀ ਪੱਥਰ। ਇਸ ਪ੍ਰਕਾਰ ਇਹ ਦੇਵਾ ਨਾਮੇ ਪੰਡਿਤ ਪਾਹਮ ਤਾਰੀਅਲੇ ਪੱਥਰ ਵੀ ਮਹਾਰਾਜ ਰਾਮ ਨਾਮ ਲਿਖ ਕਰਕੇ ਤਾਰਤੇ। ਰਾਮ ਕਹਿਤ ਜਨ ਕਸ ਨਾ ਤਰੇ। ਜੋ ਰਾਮ ਦਾ ਨਾਮ ਉਚਾਰਨ ਵਾਲੇ ਪੁਰਖ ਹੈ ਉਹ ਕਿਉਂ ਨਾ ਤਰਨਗੇ, ਜ਼ਰੂਰ ਤਰ ਜਾਣਗੇ। ਪਰਮੇਸ਼ਰ ਦੇ ਨਾਮ ਉਚਾਰਨ ਵਾਲਿਆਂ ਨੂੰ ਕੋਈ ਬੇਗਤ ਨਹੀਂ ਰੱਖ ਸਕੇਗਾ। ਦੂਸਰੀ ਸਾਖੀ ਦੇਵਾ ਪਾਹਮ ਤਾਰੀਅਲੇ। ਇੱਕ ਦੇਵਾ ਨਾਮੇ ਅਭਿਆਸੀ ਸੀ, ਪਰਮੇਸ਼ਰ ਦੇ ਨਾਮ ਦਾ ਚਿੰਤਨ ਕਰਦਾ ਸੀ। ਇਹ ਪੱਥਰਾਂ ਦੀ ਪੂਜਾ ਨਹੀਂ ਸੀ ਕਰਦਾ। ਇਸ ਪ੍ਰਕਾਰ ਰਹਿੰਦੇ ਹੋਏ ਇਹਨਾਂ ਨੂੰ ਬੜਾ ਸਮਾਂ ਗੁਜ਼ਰ ਗਿਆ। ਇੱਕ ਪੰਡਿਤ ਸੀ ਉੱਥੇ ਪੱਥਰ ਦੀ ਪੂਜਾ ਦੇ ਕਰਨ ਵਾਲਾ, ਮੰਦਰ ਦਾ ਪੁਜਾਰੀ। ਉਹਨ ਕਿਤੇ ਗ੍ਰਾਂ ਜਾਣਾ ਸੀ। ਇਹਨਾਂ ਨੂੰ ਇਹ ਪੰਡਰਪੁਰ ਦੇ ਵਿੱਚ ਹੀ ਭਗਤ ਦੇਵਾ ਨਾਮੇ ਦੇ ਤਾਈ ਇਹ ਕਹਿਣ ਲੱਗਾ, ਮੇਰੇ ਥਾਂ ਠਾਕਰਾਂ ਦੀ ਪੂਜਾ ਕਰਦੇ, ਮੈਂ ਪ੍ਰਾਹੁਣਚਾਰੀ ਚੱਲਿਆ ਹਾਂ। ਉਹ ਜਿਹੜਾ ਪੰਡਾ ਹੁੰਦਾ ਸੀ ਪੰਡਰਪੁਰ ਦਾ, ਰਾਜੇ ਪੰਡਰਪੁਰ ਵਾਲੇ ਨੂੰ ਰੋਜ਼ ਮਾਲਾ ਠਾਕਰਾਂ ਦੇ ਗਲ 'ਚ ਪਾ ਕੇ ਲਿਆ ਕੇ ਦਿਆ ਕਰਦਾ। ਫੁੱਲਾਂ ਦੀ ਮਾਲਾ ਰਾਜੇ ਵੱਲੋਂ ਆ ਕੇ ਚੜਿਆ ਕਰਦੀ। ਇਹ ਜਦੋਂ ਸੂਧੇ ਭਗਤ ਸੀ ਮਹਾਰਾਜ ਦੇ ਨਿਸਕਪਟ
ਪਰਮੇਸ਼ਰ ਦਾ ਚਿੰਤਨ ਕਰਨ ਵਾਲੇ ਉਹ ਪੰਡਤ ਦੇ ਕਹੇ ਤੋਂ ਇਹ ਠਾਕਰਾਂ ਦਾ ਇਸ਼ਨਾਨ ਕਰਾਇਆ ਇਹਨਾਂ ਨੇ। ਤੇ ਫਿਰ ਮਾਲਾ ਰਾਜੇ ਵੱਲੋਂ ਆਈ, ਇਹ ਠਾਕਰਾਂ ਦੇ ਗਲ ਵਿੱਚੋਂ ਪਾਤੀ। ਜੋ ਠਾਕਰਾਂ ਦੇ ਗਲ 'ਚ ਪਾਤੀ, ਫਿਰ ਚੇਤਾ ਆਇਆ ਵੀ ਰਾਜੇ ਨੂੰ ਮੰਗੀ ਹੈ ਮਾਲਾ, ਉਹਨੂੰ ਦੇ ਆਵਾਂ। ਉਹ ਪੰਡਤ ਜਿਹੜਾ ਹਰ ਵੇਲੇ ਜਾਂਦਾ ਸੀ ਉਹ ਤਾਂ ਗਿਆ ਸੀ ਕਿਤੇ ਆਪਦੇ ਕੰਮ। ਇਹ ਪਹਿਲੇ ਦਿਨ ਹੀ ਉਸੇ ਦਿਨ ਉਹ ਮਾਲਾ ਠਾਕਰਾਂ ਦੇ ਲਾ ਕੇ ਆਪਦੇ ਗਲ 'ਚ ਪਾ ਲਈ। ਆਪਦੇ ਗਲ 'ਚ ਪਾ ਕੇ ਫਿਰ ਚੇਤਾ ਆਇਆ ਵੀ ਤਾਂ ਰਾਜੇ ਨੂੰ ਮੈਂ ਤਾਂ ਜਾ ਕੇ ਦੇਣੀ ਹੈ। ਛੇਤੀ ਦੇ ਕੇ ਲਾ ਲਈ, ਦਾੜੀ ਦੇ ਧੌਲੇ ਵਿੱਚ ਨਾਲ ਇਹਦੇ ਲੱਗ ਲਾ ਕਰਕੇ ਰਾਜੇ ਦੇ ਜਾ ਪੇਸ਼ ਕੀਤੀ। ਜੋ ਰਾਜਾ ਪਾਉਣ ਲੱਗਾ ਮਾਲਾ, ਕਹਿੰਦੇ ਪੰਡਤ ਜੀ ਅੱਜ ਉਹ ਪੁਜਾਰੀ ਅਗਲਾ ਨਹੀਂ ਆਇਆ। ਕਹਿੰਦੇ ਮੈਨੂੰ ਜੀ ਉਹ ਸੇਵਾ ਦੇ ਗਿਆ ਸੀ, ਕਹਿਣ ਲੱਗਾ ਸੀ ਕਿ ਤੂੰ ਠਾਕਰਾਂ ਦਾ ਇਸ਼ਨਾਨ ਪਾਨ ਕਰਾ ਦੀ, ਮੈਂ ਅੱਜ ਪੂਜਾ ਕਰਕੇ ਲਿਆਇਆ। ਕਹਿੰਦੇ ਠਾਕਰਾਂ ਦੇ ਧੌਲੇ ਆ ਗਏ ਹੈ। ਇਹ ਗੱਲ ਜਦੋਂ ਸੁਣੀ ਤੇ ਨਿਸਕਪਟ ਨੇ ਕਹਾ ਜੀ ਕਿ ਠਾਕਰਾਂ ਦੇ ਧੌਲੇ ਆ ਗਏ। ਇਹਨ ਕਹਿਤਾ ਦੇਵਾ ਨਾਮੇ ਸਾਧੂ ਨੂੰ ਮਹਾਤਮਾ ਨੇ। ਜਦੋਂ ਕਹਿਤਾ ਰਾਜੇ ਨੇ ਕਿਹਾ ਚੰਗਾ ਕੱਲ ਨੂੰ ਵੇਖਾਂਗੇ, ਜੇ ਧੌਲੇ ਆਏ ਨਾ ਹੋਏ ਤਾਂ ਤੈਨੂੰ ਕਤਲ ਕੀਤਾ ਜਾਵੇਗਾ। ਉਸ ਵਕਤ ਪੰਡਰਪੁਰ ਦੇ ਇਸ ਪੰਡੇ ਦੇ ਥਾਂ ਪੂਜਾ ਕਰਨ ਵਾਲੇ ਭਗਤ ਨੂੰ ਰਾਜਾ ਆਇਆ। ਪੰਡਰਪੁਰ ਦੇ ਵਿੱਚ ਆ ਕੇ ਮੰਦਰ ਦੇ ਵਿੱਚ ਆ ਕੇ ਠਾਕਰਾਂ ਦੇ ਤਾਈਂ ਆ ਕੇ ਦੇਖਿਆ ਦਾੜੀ ਲੱਗੀ ਹੋਈ। ਭਗਤ ਦਾ ਬਚਨ ਮਹਾਰਾਜ ਸਾਹਿਬ ਨੇ ਪੂਰਾ ਕੀਤਾ। ਠਾਕਰਾਂ ਦੀ ਦਾੜੀ ਹੋਈ ਜਾਣ ਕੇ ਇਸ ਨੇ ਕਿਹਾ ਬਨੌਟੀ ਨਾਲ ਲਾਈ ਹੋਵੇ ਜਿਵੇਂ ਲਾ ਲੈਂਦੇ ਅੱਜ ਕੱਲ। ਇਹ ਉਸ ਵੇਲੇ ਖਿੱਚੀ ਤੇ ਖੂਨ ਦੀਆਂ ਧਾਰਾਂ ਵਿੱਚੋਂ ਆਈਆਂ ਦਾੜੇ ਤੋਂ। ਉਸ ਵੇਲੇ ਪੰਡਤ ਦੀ ਸ਼ਰਨ ਪੈ ਗਿਆ ਇਹ ਦੇਵੇ ਦੀ। ਇਸ ਪ੍ਰਕਾਰ ਪੱਥਰਾਂ ਦੇ ਬਹਾਨੇ ਮਹਾਰਾਜ ਸਾਹਿਬ ਜੀ ਨੇ ਇਹ ਦੇਵਾ ਨਾਵੇਂ ਮਹਾਤਮਾ ਦੀ ਰੱਖਿਆ ਕੀਤੀ ਸੀ। ਇਸ ਪ੍ਰਕਾਰ ਪੱਥਰਾਂ ਦੇ ਵੀ ਦਾੜੀਆਂ ਲਿਆਤੀਆਂ। ਭਗਤੀ ਦਾ ਐਸਾ ਪ੍ਰਤਾਪ ਹੈ। ਇਸ ਪ੍ਰਕਾਰ ਦੇਵਾ ਹੈ ਪੰਡਤ ਜੀ, ਦੇਵ ਜੋ ਪਰਮੇਸ਼ਵਰ ਹੈ, ਉਸ ਨੇ ਪੱਥਰਾਂ ਨੂੰ ਵੀ ਤਾਰ ਦਿੱਤਾ ਹੈ। ਰਾਮ ਕਹਿਤ ਜਨ ਕਸ ਨਾ ਕਰੇ। ਜਿਹੜੇ ਪੱਥਰ ਵਰਗੇ ਬੜੇ ਭਾਰੇ ਪਾਪੀ ਸੀ ਉਹ ਵੀ ਮਹਾਰਾਜ ਸਾਹਿਬ ਨੂੰ ਤਾਰਨ ਕਰ ਦਿੱਤੇ ਹਨ, ਤਾਰ ਦਿੱਤੇ ਹਨ। ਰਾਮ ਕਹਿਤ ਜਨ ਕਸ ਨਾ ਕਰੇ। ਜੋ ਰਾਮ ਦਾ ਨਾਮ ਉਚਾਰਨ ਕਰਦੇ ਹੈ ਜਨ, ਉਹ ਕਸ ਨਾ ਕਰੇ। ਕੈਸੇ ਨਾ ਕਰਨਗੇ, ਜ਼ਰੂਰ ਤਰ ਜਾਣਗੇ। ਰਹਾਉ ਤਾਰੀ ਲੈ ਗਨਕਾ ਬਿਨ ਰੂਪ ਕੁਬਜਾ। ਫਿਰ ਕਹਿਣ ਲੱਗੇ ਕਿ ਕਿਹਨੂੰ ਕਿਹਨੂੰ ਤਾਰ ਦਿੱਤਾ। ਬਹਿ ਜਾ ਇੱਥੇ ਸਿੰਘਾਂ ਅੱਗੇ ਪੁੱਛੀਆਂ। ਤਾਰੀ ਲੈ ਗਨਕਾ ਬਿਨ ਰੂਪ ਕੁਬਜਾ। ਤਾਰੀ ਲੈ ਗਨਕਾ, ਗਨਕਾ ਦੇ ਤਾਈਂ ਤਾਰ ਦਿੱਤਾ ਮਹਾਰਾਜ ਸਾਹਿਬ ਜੀ ਨੇ। ਗਨਕਾ ਉਧਰੀ ਹਰ ਕਹੇ ਤੋ ਤੋਂ ਮਹਾਰਾਜ ਦਾ ਜਾਪ ਕਰਾਉਂਦੀ ਇੱਕ ਮਹਾਤਮਾ ਸਨ। ਬਰਖਾ ਪੈ ਰਹੀ ਸੀ, ਸਿਆਲ ਦੀ ਰੁੱਤ ਸੀ। ਸਰੀਰ ਉਹਨਾਂ ਦੇ ਸਾਰੇ ਬਸਤਰ ਭਿੱਜ ਗਏ ਤੇ ਪੁੱਛਿਆ ਸੱਥ ਵਿੱਚ ਆ ਕੇ, ਕਹਿਣ ਲੱਗੇ ਕਿਸੇ ਭਗਤ ਦਾ ਘਰ ਹੋਵੇ, ਸਾਡੇ ਲੀੜੇ ਭਿੱਜੇ ਹੋਏ, ਰਾਤ ਨੂੰ ਆਰਾਮ ਕਰਨਾ ਹੈ। ਮਸ਼ਕਰੇ ਆਦਮੀ ਸੱਥ 'ਚ ਬੈਠੇ ਸਨ। ਉਹ ਥਾਈ 'ਚ ਬੈਠੇ ਨੇ ਕਿਹਾ ਭਗਤ ਜੀ ਦਾ ਘਰ ਹੈ, ਇੱਥੇ ਚਲਿਆ ਜਾ। ਉਹ ਬੇਸਵਾ ਦਾ ਘਰ ਸੀ। ਜਦੋਂ ਉੱਥੇ ਸੰਤੇ ਗਏ, ਕੀ ਵੇਖਦੇ ਬੇਸਵਾ ਦਾ ਹੋਰ ਹੀ ਠਾਟ ਵਾਟ ਹੈ ਤੇ ਪੈਰ ਦੇਵੀ ਤੋਂ ਬਾਹਰ ਨੂੰ ਚੱਕਣ ਲੱਗੇ ਤੇ ਬੇਸਵਾ ਦੀ ਨਿਗਾਹ 'ਚ ਪੈ ਗਏ ਸੰਤ। ਚਰਨੀ ਆਪ ਹੀ ਕਹਿਣ ਲੱਗੀ ਮਹਾਰਾਜ ਮੇਰੇ ਕੋਲ ਤਾਂ ਪਾਪੀ ਬਹੁਤ ਸਾਰੇ ਆਉਂਦੇ ਹੈ, ਤੁਸੀਂ ਮੇਰੇ ਕਰਮਾਂ ਨੂੰ ਮਹਾਂਪੁਰਖ ਅਚਾਨਕ ਗਨਕਾ ਵਾੜੇ ਆਏ ਖਲੋਤਾ ਮੇਰੇ ਘਰ 'ਚ ਆ ਗਏ, ਹੁਣ ਮੇਰਾ ਉਧਾਰ ਕਰੋ। ਕਹਿਣ ਲੱਗੇ ਹੇ ਬੇਸਵਾ ਤੇਰੇ ਕੋਲੇ ਤਾਂ ਅਸੀਂ ਨਹੀਂ ਉਤਰਨਾ, ਅਸੀਂ ਹੋਰ ਕਿਤੇ ਜਾ ਕੇ ਰਾਤ ਬਤੀਤ ਕਰਾਂਗੇ। ਇਹ ਕਹਿਣ ਲੱਗੀ ਮਹਾਰਾਜ ਮੇਰਾ ਉਧਾਰ ਕਰੋ। ਕਹਿਣ ਲੱਗੇ ਬੇਸਵਾ ਦਾ ਪੇਸ਼ਾ ਛੱਡ ਦੇ ਅੱਜ ਤੋਂ, ਤੇ ਆ ਸਾਡੇ ਪਾਸ ਤੋਤਾ ਇਹ ਲੈ ਲਾ, ਤੜਕੇ ਉੱਠ ਕੇ ਇਹਦਾ ਆਪ ਇਸ਼ਨਾਨ ਕਰਿਆ ਕਰ, ਇਹਦਾ ਇਸ਼ਨਾਨ ਕਰਾਇਆ ਕਰ, ਇਹਦੇ ਪਾਸੋਂ ਮਹਾਰਾਜ ਦਾ ਨਾਮ ਸੁਣਿਆ ਕਰ, ਕਿਉਂ ਤੇਰਾ ਉਧਾਰ ਹੋ ਜਾਏਗਾ। ਇਹ ਗੱਲ ਸੁਣ ਕੇ ਉਸ ਗਨਕਾ ਨੇ ਉਹਨਾਂ ਸੰਤਾਂ ਦਾ ਵਚਨ ਮੰਨ ਕੇ ਤੋਤਾ ਲੈ ਲਿਆ। ਤੋਤਾ ਲੈ ਕੇ ਰਾਤ ਨੂੰ ਸੌਣਾ ਛੱਡ ਦਿੱਤਾ। ਇੰਨਾ ਪ੍ਰੇਮ ਜਾਗ ਪਿਆ। ਪਰਮੇਸ਼ਰ ਦੇ ਨਾਮ ਦਾ ਆਪ ਚਿੰਤਨ ਕਰਿਆ ਕਰੇ, ਤੋਤੇ ਤੋਂ ਚੜਾਇਆ ਕਰੇ। ਇਉਂ ਗਨਕਾ ਉਹਦੀ ਹਰ ਕਹੇ ਤੋਤੇ ਦਾ ਨਾਂ ਤੋਂ ਨਾਮ ਮਾਦਾ ਉਚਾਰਨ ਕਰਦੀ ਹੋਈ ਇਹ ਬੇਸਵਾ ਜਿਹੜੀ ਸੀ ਉਧਰ ਗਈ। ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ ਗਨਕਾ ਪਾਪਣ ਹੋ ਕੇ ਪਾਪਾਂ ਦਾ ਗਲ ਹਾਰ ਪਰੋਤਾ। ਮਹਾਂਪੁਰਖ ਅਚਾਨਕ ਗਨਕਾ ਵਾੜੇ ਆਏ ਖਲੋਤਾ। ਦੁਰਮਤ ਦੇਖ ਦਿਆਲ ਹੋਏ, ਹੱਥੋਂ ਦਿੱਤੋ ਉਸ ਨੂੰ ਤੋਤਾ। ਖੋਟੀ ਮਾਤੇ ਦੀ ਵੇਖ ਕੇ ਦਿਆਲੂ ਹੋ ਗਏ ਵੀ ਇਹਦੀ ਛੁੱਟ ਜਾਵੇ। ਆਪਣੇ ਹੱਥੋਂ ਤੋਤਾ ਦੇ ਦਿੱਤਾ
ਤੇ ਲਿਵ ਲਾਗੀ ਤੋਤਿਓ ਨਿਤ ਪੜਾਵੇ ਕਰੇ ਅਸੋਤਾ। ਲਿਵ ਲਾਗੀ ਇਸ ਬੇਸਵਾ ਦੀ ਤੋਤੇ ਨਾਲ ਜਾਪ ਕਰਾਉਂਦੀ ਨਿਤ ਪੜਾਇਆ ਕਰੇ ਸੌਣ ਤੋਂ ਰਹਿਤ ਹੋ ਕੇ। ਇਸ ਪ੍ਰਕਾਰ ਹੈ ਪਤ ਤੋਂ ਉਦਾਹਰਨ ਰਾਮ ਨਾਮ। ਦੁਰਮਤ ਪਾਪ ਕਲੇਵਰ ਧੋਤਾ। ਪਾਪੀਆਂ ਦੇ ਉਧਾਰ ਕਰਨ ਵਾਲਾ ਮਾਰਾ ਨਾਮ ਸੀ। ਖੋਟੀ ਮੱਤ ਵੀ ਜਿਹੜੀ ਬੇਸਵਾ ਦਾ ਪੇਸ਼ਾ ਸੀ ਉਹ ਵੀ ਧੋਤੀ, ਤੇ ਕਲੇਵਰ ਕਰਕੇ ਜਿਹੜੇ ਪਾਪ ਕੀਤੇ ਸਰੀਰ ਕਰਕੇ ਉਹ ਵੀ ਸਾਧ ਸੰਗਤ ਜੀ ਧੋ ਦਿੱਤੇ। ਇਸ ਪ੍ਰਕਾਰ ਗਈ ਬਕੁੰਠ ਬਾਣ ਚੜ ਨੜਕੇ ਵਿੱਚ ਨਾ ਖਾਧੋ ਸਗੋਤਾ। ਉਹ ਬਕੁੰਠ ਨੂੰ ਚਲੀ ਗਈ ਬੇਸਵਾ ਤੋਤੇ ਨੂੰ ਰਾਮ ਨਾਮ ਪੜਾਉਂਦੀ ਹੋਈ। ਇਸ ਪ੍ਰਕਾਰ ਤਾਰੀ ਲੈ ਗਨਕਾ। ਇਹ ਭਾਈ ਗਨਕਾ ਬੇਸਵਾ ਦਾ ਇੱਕ ਬੇਸਵਾ ਜਨਕ ਰਾਜੇ ਦੇ ਵੇਲੇ ਸੀ। ਉਹ ਵੀ ਜਨਕ ਦੇ ਧਿਆਨ 'ਚ ਹੀ ਲੱਗੀ ਰਹਿੰਦੀ ਸੀ। ਜਨਕ ਦੀ ਸੰਗਤ ਕਰਕੇ ਉਹਦਾ ਆਧਾਰ ਹੋਇਆ ਸੀ। ਇੱਕ ਹੋਰ ਬੇਸਵਾ ਸੀ ਜਿਹੜੀ ਬਿੱਲ ਮੰਗਲ ਸੂਰਦਾਸ ਦੇ ਨਾਲ ਜਿਸ ਦਾ ਮਿਲਾਪ ਹੋਇਆ ਸੀ, ਉਹਦਾ ਵੀ ਇਵੇਂ ਉਧਾਰ ਹੋਇਆ ਸੀ। ਬਿਨ ਰੂਪ ਕੁਬਜਾ। ਅਤੇ ਮਾਰਾ ਗਨਕਾ ਰੂਪ ਵਾਲੀ ਹੋਣੀ ਹੈ। ਕਹਿੰਦੇ ਬਿਨ ਰੂਪ ਕੁਬਜਾਂ। ਕੁਬਜਾਂ ਦਾ ਕੀ ਰੂਪ ਸੀ? ਕੁੱਬੀ ਸੀ ਜਿਹੜੀ ਦੁਆਪਰ ਦੇ ਵਿੱਚ ਕ੍ਰਿਸ਼ਨ ਭਗਵਾਨ ਦੇ ਰਸਤੇ ਜਦੋਂ ਮਿਲੇ ਕ੍ਰਿਸ਼ਨ ਜੀ, ਇਹ ਕੰਸ ਨੂੰ ਲਿਜਾ ਕੇ ਹੋਈ ਕੇਸਰ ਘਸਾ ਕੇ ਲਿਜਾਇਆ ਕਰਦੀ, ਫੁੱਲਾਂ ਦੀ ਮਾਲਾ ਲਿਜਾਇਆ ਕਰਦੀ। ਕ੍ਰਿਸ਼ਨ ਜੀ ਦਾ ਰੂਪ ਦੇਖ ਕੇ ਬਾਜ਼ਾਰ ਵਿੱਚ ਮੋਹਤ ਹੋ ਕੇ ਕ੍ਰਿਸ਼ਨ ਭਗਵਾਨ ਦੇ ਚੰਨਣ ਲਾ ਦਿੱਤਾ ਅਤੇ ਗਲ ਵਿੱਚ ਫੁੱਲਾਂ ਦੀ ਮਾਲਾ ਜਿਹੜੀ ਕੰਸ ਨੂੰ ਦੇਣੀ ਸੀ ਇਹਨਾਂ ਦੇ ਪਾਤੀ। ਕ੍ਰਿਸ਼ਨ ਜੀ ਨੂੰ ਪ੍ਰਸੰਨ ਹੋ ਕੇ ਇਹ ਕੁਬਜਾਂ ਕੁੱਬੀ ਸੀ, ਆਪਣੇ ਹੱਥ ਨਾਲ ਇਹਦੀ ਬਾਂਹ ਨੂੰ ਪਕੜ ਕੇ ਉੱਚੀ ਕਰਕੇ ਪੈਰ ਤੇ ਆਪਣਾ ਚਰਨ ਰੱਖ ਕੇ ਕੁਬਜਾਂ ਨੂੰ ਸਿੱਧੀ ਕਰ ਦਿੱਤਾ। ਫਿਰ ਕੁਬਜਾਂ ਦੇ ਘਰ ਵਿੱਚ ਜਾ ਕੇ ਇਹਨੂੰ ਨਿਹਾਲ ਕੀਤਾ। ਇਸ ਪ੍ਰਕਾਰ ਕੁਬਜਾਂ ਜਿਹੜੀ ਸੀ ਉਹ ਰੂਪ ਤੋਂ ਬਗੈਰ ਸੀ, ਉਹਦਾ ਆਧਾਰ ਕੀਤਾ। ਇਹ ਮਾਲਣੀ ਸੀ ਕੁਬਜਾਂ, ਫੁੱਲਾਂ ਦੀ ਮਾਲਾ ਲਿਜਾਇਆ ਕਰਦੀ ਕੰਸ ਰਾਜੇ ਨੂੰ। ਬਿਨ ਰੂਪ ਕੁਬਜਾਂ। ਬਿਨ ਰੂਪ ਕੁਬਜਾ। ਕੁਬਜਾਂ ਦਾ ਆਧਾਰ ਕਰਦਾ ਜਿਹੜੀ ਰੂਪ ਤੋਂ ਬਗੈਰ ਸੀ, ਕੁੱਬੀ ਸੀ। ਵਿਆਦ ਅਜਾਮਲ ਤਾਰੀਅਲੇ। ਅਤੇ ਵਿਆਦ ਜਿਹੜਾ ਸੀ ਇਹ ਸਾਧ ਸੰਗਤ ਜੀ ਦੋ ਵਿਆਦ ਹੋਏ ਹੈ। ਇੱਕ ਵਿਆਦ ਤਾਂ ਸ਼ਿਕਾਰੀ ਹੋਇਆ ਹੈ, ਉਹ ਅੱਗੇ ਆਵੇਗਾ ਅਗਲੀ ਤੁਕ ਵਿੱਚ। ਇਹ ਵਿਆਦ ਜਿਹੜਾ ਸੀ ਇਹ ਬੜਾ ਭਾਰੀ ਸ਼ਿਕਾਰੀ ਸੀ। ਇਹ ਸਾਧ ਸੰਗਤ ਜੀ ਜਿਸ ਵਕਤ ਚੰਦਰਕ ਮੁਨੀ ਤਪੱਸਿਆ ਕਰਦਾ ਸੀ ਤ੍ਰੇਤਾ ਵਿੱਚ, ਇਹ ਵਿਆਦ ਉਸ ਵੇਲੇ ਸੀ। ਇਸ ਨੇ ਇੱਕ ਦਿਨ ਰਿਸ਼ੀ ਦੀ ਸੁਖਣਾ ਸੁਖੀ ਕਿ ਮੈਨੂੰ ਜੇ ਕਰਕੇ ਅੱਜ ਸ਼ਿਕਾਰ ਮਿਲ ਜਾਣ ਤਾਂ ਚੌਥਾ ਹਿੱਸਾ ਰਿਸ਼ੀ ਦੀ ਮੈਂ ਭੇਟਾ ਕਰਾਂਗਾ। ਇਹ ਵਿਚਾਰ ਕਰਕੇ ਜਿਸ ਵਕਤ ਸ਼ਿਕਾਰ ਮਿਲਿਆ ਇਹਨੂੰ ਰਿਸ਼ੀ ਦੇ ਮੱਥਾ ਟੇਕ ਕੇ ਚਲਿਆ ਗਿਆ। ਸ਼ਿਕਾਰ ਬਹੁਤ ਸਾਰੇ ਮਿਲ ਗਏ, ਲੈ ਕੇ ਚਿੜੀਆਂ ਚੁੜੀਆਂ ਮਾਰ ਕੇ ਝੋਲੇ ਚੋਂ ਕੱਢ ਕੇ ਰਿਸ਼ੀ ਦੇ ਕੋਲੇ ਆ ਕੇ ਰੱਖਤੀਆਂ। ਮਹਾਰਾਜ ਤੁਹਾਡੀ ਸੁਖਣਾ ਪੂਰੀ ਹੋਈ ਹੈ, ਲਓ ਚੌਥਾ ਹਿੱਸਾ ਜਾਨਵਰ ਵੰਡ ਕੇ ਲੈ ਲਓ। ਇਹ ਚੰਦਰਕ ਮੁਨੀ ਜਦੋਂ ਅੱਖਾਂ ਖੋਲੀਆਂ ਵੀ ਇਹ ਤਾਂ ਬੜਾ ਜੀ ਘਾਤਕ ਆਦਮੀ ਹੈ। ਉਸ ਵੇਲੇ ਬੜਾ ਕੰਬਿਆ ਮੁਨੀ, ਕਹਿੰਦਾ ਤਾਂ ਬੜਾ ਪਾਪ ਕੀਤਾ ਹੈ, ਇਹ ਮੈਨੂੰ ਨਾ ਭੇਟਾ ਦੇ। ਇਹ ਕਹਿਣ ਲੱਗਾ ਬਾਬਾ ਕੋਈ ਸ਼ਰਾਪ ਨਾ ਦੇ, ਤੇਰੀ ਸੁਖਣਾ ਪੂਰੀ ਹੋਈ ਹੈ। ਕਹਿੰਦੇ ਚੰਗਾ ਫਿਰ ਚਤੁਰਭੁਜੀ ਜਾਨਵਰ ਮੈਨੂੰ ਪਕੜ ਕੇ ਲਿਆ ਰਹੇ ਜੇ ਤੂੰ ਸ਼ਿਕਾਰੀ ਹੈ ਤਾਂ। ਇਹ ਵਿਆਦ ਨੂੰ ਉਸੇ ਵੇਲੇ ਕੀ ਕੀਤਾ, ਕਹਿੰਦਾ ਚੰਗਾ ਮੈਂ ਹੁਣੇ ਲਿਆਉਣਾ। ਮੁਨੀ ਦੇ ਬਚਨ ਦੇ ਤੇ ਨਿਸ਼ਚਾ ਕਰਕੇ ਇਹ ਭਾਲਣ ਲੱਗਾ, ਜੰਗਲ 'ਚ ਕਿਤੋਂ ਨਾ ਮਿਲਿਆ। ਅਖੀਰ ਚਿਖਾ ਆਪਦੀ ਬਣਾ ਲਈ, ਚਿਖਾ ਬਣਾ ਕੇ ਸੜਨ ਲੱਗਾ। ਉਸੇ ਵੇਲੇ ਮਹਾਰਾਜ ਸਾਹਿਬ ਚਤੁਰਭੁਜੀ ਰੂਪ ਧਾਰ ਕੇ ਇਹਦੇ ਕੋਲੇ ਪੰਛੀਆਂ ਦਾ ਰੂਪ ਧਾਰ ਕੇ ਆ ਗਏ। ਜਿਸ ਵਕਤ ਆ ਗਏ ਤੇ ਇਹਦੀ ਇਸਤਰੀ ਆਈ, ਕਹਿੰਦੇ ਹੇ ਪਤੀ, ਕਹਿਣ ਲੱਗੀ ਇਹ ਤਾਂ ਕਿਸੇ ਸਾਧ ਨੇ ਤੈਨੂੰ ਬਹਿਕਾ ਦਿੱਤਾ ਹੈ। ਚਤੁਰਭੁਜੀ ਕਦੇ ਜਾਨਵਰ ਵੇਖਿਆ? ਕਹਿੰਦੇ ਸਾਧ ਝੂਠ ਨਹੀਂ ਬੋਲਦੇ, ਸੱਚ ਹੀ ਕਹਿੰਦੇ ਹੈ। ਚਤੁਰਭੁਜੀ ਜਾਨਵਰ ਤੋਂ ਬਗੈਰ ਕਦੇ ਉਹ ਝੂਠ ਨਹੀਂ ਸੀ ਬੋਲ ਸਕਦੇ। ਇਹ ਸੁਣ ਕੇ ਜਿਹੜੀ ਸੀ ਇਹਦੀ ਇਸਤਰੀ ਇਹ ਘਬਰਾਉਣ ਲੱਗੀ। ਇਹ ਉਹਨੂੰ ਛੁਰਾ ਲੈ ਕੇ ਪਿਆ, ਫਿਰ ਭੱਜ ਗਈ ਡਰਦੀ, ਰੋਟੀ ਸਿੱਟ ਕੇ ਉੱਥੇ ਹੀ। ਫਿਰ ਉਹਨੂੰ ਚਤੁਰਭੁਜੀ ਰੂਪ ਜਦੋਂ ਦਿਸਿਆ, ਉੱਠ ਕੇ ਚਿਖਾ ਤੋਂ ਉਹਦੇ ਮਗਰ ਪੈ ਗਿਆ। ਮਗਰ ਪਕੜਨਾ ਚਾਹੁੰਦਾ ਹੈ। ਕੰਡਿਆਂ ਵਾਲੀਆਂ ਝਾੜੀਆਂ ਹਨ, ਉਹਨਾਂ ਦੇ ਬਿਜਲੀ ਮਹਾਰਾਜ ਜੀ ਚਲੇ ਜਾਂਦੇ ਹੈ ਤੇ ਇਹਨੂੰ ਪਕੜੇ ਨਹੀਂ ਜਾਂਦੇ। ਇਹਦਾ ਸਾਰਾ ਸਰੀਰ ਲੀਰ ਲੀਰ ਹੋ ਗਿਆ ਕੰਡਿਆਂ ਦੇ ਵਿੱਚ। ਉਸ ਵੇਲੇ ਜਦੋਂ ਇਹ ਫੇਰ ਆਪਦੇ ਛੁਰਾ ਮਾਰਨ ਲੱਗਾ ਵੀ ਕਹਿੰਦਾ ਮੇਰੇ ਹੱਥ ਨਹੀਂ ਆਉਂਦਾ, ਉਸ ਵੇਲੇ ਮਹਾਰਾਜ ਆਪ ਹੀ ਝਾੜੀ ਚੜ ਕੇ ਖੜੋ ਗਏ। ਉਸ ਵੇਲੇ ਇਸ ਚਤੁਰਭੁਜੀ ਜਾਨਵਰ ਮਹਾਰਾਜ ਜੀ ਜਿਹੜਾ ਰੂਪ ਧਾਰਿਆ ਸੀ ਉਹਨੂੰ ਲੈ ਕੇ ਕੰਧੇ ਤੇ ਰੱਖ ਕੇ ਚੰਦਰਕ ਮੁਨੀ ਦੇ ਕੋਲੇ ਆ ਗਿਆ ਜਿੱਥੇ ਤਪ ਕਰਦਾ ਸੀ। ਕਹਿੰਦੇ ਮੁਨੀ ਇਹੋ ਜਾਨਵਰ ਤਾਂ ਨਹੀਂ ਕਿਤੇ। ਬੜਾ ਖੁਸ਼ ਹੋਇਆ, ਕਹਿੰਦਾ ਅੱਜ ਤੈਂ ਭਗਵਾਨ ਦੇ ਦਰਸ਼ਨ ਕਰਾਤੇ,
ਭਗਵਾਨ ਨੂੰ ਕਹਿਣ ਲੱਗਾ, ਮਹਾਰਾਜ ਜੇ ਤੁਸੀਂ ਹੱਥ ਕਿਉਂ ਆ ਗਏ ਫੰਦਕ ਦੇ? ਇਹ ਕਹਿਣ ਲੱਗੇ ਵੀ ਤੈਂ ਜੋ ਕਿਹਾ ਸੀ ਵੀ ਚਤੁਰਭੁਜੀ ਜਾਨਵਰ ਲਿਆ ਦੇ, ਤੇਰਾ ਬਚਨ ਅਸੀਂ ਪੂਰਾ ਕਰਨਾ ਸੀ, ਇਸ ਕਰਕੇ ਜਾਨਵਰ ਬਣ ਕੇ ਇਹਦੇ ਹੱਥ ਅਸੀਂ ਸ਼ਿਕਾਰੀ ਦੇ ਆਏ ਹਾਂ। ਉਸ ਵੇਲੇ ਚੰਦਰਕ ਮੁਨੀ ਨਮਸਕਾਰ ਕੀਤੀ ਤੇ ਸਾਰੀ ਜਾਲੀ ਖੋਲੀ, ਭਗਵਾਨ ਨੇ ਇਹਨੂੰ ਦਰਸ਼ਨ ਦਿੱਤੇ। ਉਸ ਵੇਲੇ ਫਿਰ ਇਸ ਨੇ ਸਮਝ ਪਈ ਵੀ ਮਹਾਰਾਜ ਤੁਸੀਂ ਭਗਵਾਨ ਆਪ ਹੋ, ਮੈਨੂੰ ਮੁਆਫ ਕਰੋ। ਇਸ ਵਿਆਦ ਨੂੰ ਕਿਹਾ, ਕਹਿੰਦੇ ਮਾਫ ਤੂੰ ਹੋਵੇਂਗਾ, ਹੁਣ ਤੂੰ ਜਨਮ ਹਾਰ ਧਾਰ ਕੇ ਤਪ ਕਰ ਤੇ 10ਵੇਂ ਪਾਤਸ਼ਾਹ ਵੇਲੇ ਤੇਰਾ ਸਰੂਪ ਹਿੰਮਤ ਸਿੰਘ ਦਾ ਹੋਵੇਗਾ, ਤੇਰਾ ਅਸੀਂ 5 ਪਿਆਰੇ ਸੀਸ ਲਵਾਂਗੇ, ਫੇਰ ਤੈਨੂੰ ਮੁਕਤ ਕਰਾਂਗੇ। ਉਹ ਵਿਆਦ ਸੀ ਸਾਧ ਸੰਗਤ ਜੀ ਭਾਈ ਹਿੰਮਤ ਸਿੰਘ ਸਾਹਿਬ ਦੇ ਸਰੂਪ ਵਿੱਚ ਆਇਆ, ਜਿਨ 5 ਪਿਆਰਿਆਂ ਵਿੱਚੋਂ ਜਗਨਨਾਥਪੁਰੀ 'ਚ ਜੰਮਿਆ ਸੀ, ਜਿਨ 5 ਪਿਆਰਿਆਂ 'ਚੋਂ ਆ ਕੇ ਗੁਰੂ ਕਲਗੀਧਰ ਨੂੰ ਅਨੰਦਪੁਰ ਸਾਹਿਬ ਜਦੋਂ ਪਰਖ ਕੀਤੀ ਹੈ ਸਿੱਖੀ ਦੀ, ਭਾਈ ਹਿੰਮਤ ਸਿੰਘ ਨੇ ਸੀਸ ਦਿੱਤਾ ਸੀ। ਇਹ ਵਿਆਹ ਦੇ ਅਵਤਾਰ ਸਨ, ਚਤੁਰਭੁਜੀ ਜਾਨਵਰ ਨੂੰ ਪਕੜਨ ਵਾਲੇ ਨੇ। ਇਸ ਪ੍ਰਕਾਰ ਵਿਆਹ ਦਾ ਵੀ ਉਦਾਹਰ ਕੀਤਾ। ਅਜਾਮਲ ਤਾਰੀਅਲ, ਅਜਾਮਲ ਜਿਹੜਾ ਸੀ ਇੱਕ ਪੁਰੀ ਦੇ ਵਿੱਚ ਪੰਡਤ ਸੀ, ਰਾਜ ਪੰਡਤ ਸੀ। ਇਹਦਾ ਪਿਤਾ ਉਹ ਵਿਦਿਆ ਦਾ ਜਿਹੜਾ ਪ੍ਰਚਾਰ ਸੀ, ਰਾਜੇ ਦੀ ਸਭਾ 'ਚ ਕਥਾ ਕਰਿਆ ਕਰਦਾ। ਇਹ ਪੰਡਤ ਚਲਿਆ ਗੁਜ਼ਰ ਗਿਆ ਜਿਸ ਵੇਲੇ, ਤੇ ਅਜਾਮਲ ਨੂੰ ਕਹਿਣ ਲੱਗਾ ਕਿ ਤੂੰ ਇਹ ਪੁੱਤਰ ਇਹ ਰਾਜ ਪੰਡਤ ਬਣ ਕੇ ਕਥਾ ਕਰਿਆ ਕਰ। ਇਹ ਜਦੋਂ ਵਿਦਿਆ ਪੜ੍ਹਨ ਜਾਇਆ ਕਰੇ, ਇਹ ਬਾਲਕ ਸੀ, ਕਥਾ ਵੀ ਕਰਨ ਲੱਗ ਗਿਆ ਤੇ ਵਿਦਿਆ ਹੀ ਪੜ੍ਹਿਆ ਕਰੇ। ਇਹਦਾ ਜਿਹੜਾ ਪੰਡਤ ਗੁਰੂ ਸੀ ਉਹ ਕਿਹਾ ਕਰੇ ਬੇਸਵਾ ਦੇ ਬਾਜ਼ਾਰ ਵੱਲ ਦੀ ਨਹੀਂ ਤਾਂ ਜਾਣਾ। ਇਹਨੇ ਕਿਹਾ ਮੈਨੂੰ ਗੁਰੂ ਰੋਕਦਾ ਰਹਿੰਦਾ, ਯੋਗ ਨਹੀਂ, ਮੈਨੂੰ ਰੁਕਣਾ ਨਹੀਂ ਚਾਹੀਦਾ, ਮੈਂ ਨੌਜਵਾਨ ਹੋ ਗਿਆ, ਕੀ ਉਧਰ ਹਰ ਗਿਆ ਮੇਰੇ ਜਾਣ ਦਾ। ਇਹ ਬੇਸਵਾ ਦੇ ਬਾਜ਼ਾਰ 'ਚ ਗਿਆ, ਬੇਸਵਾ ਦੇ ਰੂਪ ਨੂੰ ਵੇਖ ਕੇ ਮੋਹਤ ਹੋ ਗਿਆ। ਫਿਰ ਆ ਕੇ ਰਾਜੇ ਦੀ ਸਭਾ 'ਚ ਕਥਾ ਕੀਤੀ। ਉਹਨੇ ਚਿੰਨੋਂ ਬੇਸਵਾ ਗਾਉਣ ਵਾਲੀ ਰਾਜੇ ਦੀ ਸਭਾ ਵਿੱਚ ਆ ਗਈ, ਵੇਖ ਕੇ ਰੂਪ ਨੂੰ ਲੁਭਾਇਮਾਨ ਹੋ ਗਿਆ। ਰਾਜੇ ਨੇ ਰਾਜ ਪੰਡਤ ਕੋਲੋਂ ਭ੍ਰਿਸ਼ਟ ਹੋਇਆ ਜਾਣ ਕੇ ਇਹਨੂੰ ਕੱਢ ਦਿੱਤਾ। ਉਸ ਵੇਲੇ ਭਾਈ ਗੁਰਦਾਸ ਸਾਹਿਬ ਲਿਖਿਆ, ਪਤਰ ਅਜਾਮਲ ਹੋਏ ਕੇ ਜਾਏ ਕਲਾਪ ਕਮੀ ਦੇ ਰਹਿਆ, ਗੁਰ ਕੇ ਬੇਮੁਖ ਹੋਏ ਕੇ ਪਾਪ ਕਮਾਵੇ ਦੁਰਮਤ ਦਹਿਆ। 6 ਪੁੱਤ ਜਾਏ ਵੇਸਵਾ ਪਾਪਾਂ ਦੇ ਫਲ ਇੱਛੇ ਲਹਿਆ, ਪੁੱਤੋ ਪੰਨਾ ਸਤਮਾ ਨਾਮ ਧਰਨੂ ਚਿੱਤੋਂ ਮਹਿਆ। ਅਤੇ ਉਹ ਗੁਰੂ ਦੁਆਰੇ ਹੋਏ ਕੇ ਗੁਰਮੁਖ ਨਾਮ ਨਰੈਣ ਕਹਿਆ। ਉਹ ਸੰਤ ਜਦੋਂ ਆਏ ਦੇ ਕਮਰੇ ਥਾਂ 'ਚ ਜਿੱਥੇ ਕੁੱਲੀ ਪਾਈ ਬੈਠਾ ਸੀ, ਮਹਾਤਮਾ ਨੂੰ ਪੁੱਛਿਆ ਤੇਰੇ ਪੁੱਤਰਾਂ ਦਾ ਕੀ ਨਾਂ? ਕਿਹਦਾ ਨਾਂ ਅੱਲਾ ਦਿੱਤਾ, ਕਿਹਦਾ ਨਾਂ ਖੁਦਾ ਬਖਸ਼ਿਓ, ਨਾਂ ਦੱਸੇ ਇਸਨੇ। ਬੇਸਵਾ ਮੁਸਲਮਾਨੀ ਸੀ, ਉਸ ਨੇ ਉਹੋ ਜਿਹੇ ਨਾਂ ਰੱਖਣੇ ਸੀ। ਫਿਰ ਸੰਤਾਂ ਨੇ ਕਿਹਾ ਨਾਰਾਇਣ ਨਾਂ ਰੱਖੀ, ਇਉਂ ਪਰਮੇਸ਼ਰ ਦਾ ਨਾਂ ਰੱਖਣੇ ਕਰਕੇ ਅਜਾਮਲ ਨੇ ਜੋ ਅੰਤ ਦੇ ਵੇਲੇ ਜਮਾਂ ਤੋਂ ਡਰਦੇ ਨੇ ਕਿਹਾ ਨਾਰਾਇਣ ਨੂੰ ਮੇਰੇ ਪੁੱਤ ਨੂੰ ਮੇਰੀ ਛਾਤੀ ਤੇ ਪਾਓ ਆ ਕੇ। ਵਾਹਿਗੁਰੂ ਨੂੰ ਜਾਣ ਲਿਆ ਕਿ ਪੁੱਤਰ ਦੇ ਬਹਾਨੇ ਸਾਨੂੰ ਜਮਾਂ ਤੋਂ ਡਰਦਾ ਚੇਤੇ ਕਰਦਾ ਹੈ। ਇਸ ਪ੍ਰਕਾਰ ਸਾਧ ਸੰਗਤ ਜੀ ਅਜਾਮਲ ਉਧਰਿਆ ਕਾ ਇੱਕ ਵਾਰ ਅਜਾਮਲ ਨੂੰ ਮੁਕਤ ਕਰ ਦਿੱਤਾ ਸੱਚੇ ਪਾਤਸ਼ਾਹ ਜੀ ਨੇ। ਇਸ ਪ੍ਰਕਾਰ ਪਤਨ ਪਾਪੀ ਸੀ ਅਜਾਮਲ, ਤਾਰੀਅਲੇ ਉਸ ਨੂੰ ਵੀ ਤਾਰ ਦਿੱਤਾ ਮਹਾਰਾਜ ਦੇ ਨਾਮ ਨੇ। ਅਜਾ ਨਾਮ ਸੰਸਕ੍ਰਿਤੀ ਬੇਸਵਾ ਦਾ, ਮਲ ਨਾਮ ਮੱਲਣ ਦਾ ਹੈ, ਜਿਹੜਾ ਮੱਲ ਕੇ ਬੈਠੇ। ਅਜਾ ਮੇਲ ਹੁੰਦਾ ਪਾਠ ਜਿਹੜੀ ਨਾਭੇ ਜੀ ਦੀ ਭਗਤ ਮਾਲਾ ਹੈ, ਉਹਦੇ ਵਿੱਚ ਸਖੀ ਰੂਪ ਮਨ ਨਾਭਾ ਜੀ ਇੱਕ ਹੋਏ ਹਨ ਭਗਤ। ਪਹਿਲਾਂ ਉਹਨਾਂ ਨੇ ਭਗਤ ਮਾਲਾ ਬਣਾਈ, ਉਹਦੇ ਚ ਅਜਾ ਮੇਲ ਨੂੰ ਲਿਖਿਆ ਗੁਰਬਾਣੀ ਚ ਅਜਾ ਮਾਲੀ ਇਸਦਾ ਨਾਮ ਦਾ। ਵੇਸਵਾ ਨੂੰ ਜੋ ਮੱਲ ਕੇ ਬੈਠਦਾ ਹੈ ਉਹਨੂੰ ਵੀ ਤਾਰੀਅਲੇ ਤਾਰ ਦਿੱਤਾ ਮਹਾਰਾਜ ਦੇ ਨਾਮ ਨੇ। ਚਰਨ ਬਦਕ ਜਨ ਤੇਊ ਮੁਕਤ ਪਹੇ। ਹੋਰ ਸੁਣੋ, ਕਹਿੰਦੇ ਚਰਨਾਂ ਵਿੱਚ ਬਦਕ ਤੀਰ ਮਾਰਨ ਵਾਲੇ ਕ੍ਰਿਸ਼ਨ ਭਗਵਾਨ ਜੀ ਦੇ ਫਾਂ, ਜਿਵੇਂ ਲਿਖਿਆ ਜਿਸ ਵੇਲੇ ਸਾਰੇ ਜਿੰਨੇ ਸੀਗੇ ਜਾਦੋ 58 ਕਰੋੜ ਆਪੋ ਵਿੱਚ ਜੰਗ ਕਰਕੇ ਸਮਾਪਤ ਹੋ ਗਏ 56 ਕਰੋੜ। ਉਸ ਵੇਲੇ ਕ੍ਰਿਸ਼ਨ ਜੀ ਉਦਾਸ ਹੋ ਕੇ ਜਾਇ ਸਿੱਧਾ ਪ੍ਰਵਾਸ ਵਿੱਚ ਗੋਡੇ ਉੱਤੇ ਪਾਉ ਪਸਾਰੇ, ਗੋਡੇ ਤੇ ਚਰਨ ਪਸਾਰ ਕੇ ਪ੍ਰਵਾਸ ਖੇਤਰ ਦੇ ਉੱਤੇ, ਦੁਆਰਕਾ ਵਿੱਚ ਪ੍ਰਵਾਸ ਖੇਤਰ ਹੈ, ਗੋਮਤੀ ਨਦੀ ਜਿੱਥੇ ਆ ਕੇ ਸਮੁੰਦਰ 'ਚ ਮਿਲਦੀ ਹੈ, ਉੱਥੇ ਜਾ ਕੇ ਵਿਰਾਜ ਗਏ। ਗੋਡੇ ਤੇ ਚਰਨ ਕਮਲ ਵਿੱਚ ਪਦਮ ਹੈ, ਝਿਲਮਿਲ ਝਿਲਕੇ ਬਾਂਗੀ ਤਾਰੇ, ਜਿਵੇਂ ਤਾਰਾ ਚਮਕਦਾ ਹੁੰਦਾ ਹੈ ਇਸ ਪ੍ਰਕਾਰ ਅੱਖ ਚਮਕਦਾ, ਜਿਵੇਂ ਚਮਕਦਾ ਹੋਇਆ ਵੇਖ ਕੇ ਬਦਕ ਆਇਆ ਭਾਲਦਾ। ਬਦਕ ਨੇ ਹਰਨ ਦੀ ਅੱਖ ਸਮਝ ਲਈ ਕ੍ਰਿਸ਼ਨ ਜੀ ਦਾ ਚਰਨ ਪਦਮ ਜਿਹੜਾ ਚਮਕਦਾ ਸੀ ਵੇਖ ਕੇ। ਬਦਕ ਆਇਆ ਭਾਲਦਾ, ਮਿਰਗ ਜਾਨ ਬਾਣ ਲੈ ਮਾਰੇ, ਮਿਰਗ ਜਾਣ ਕੇ ਤੀਰ ਮਾਰ ਦਿੱਤੇ। ਉਸ ਵੇਲੇ ਗਲ ਵਿੱਚ ਲੀਤਾ ਕ੍ਰਿਸ਼ਨ ਜੀ ਔਗਣ ਕੀਤੇ ਹਰਨਾ ਚਿਤਾਰੇ।
ਕੰਠ ਦੇ ਨਾਲ ਲਾ ਲਿਆ। ਕ੍ਰਿਸ਼ਨ ਜੀ ਨੇ ਔਗਣ ਕੀਤੇ, ਚੇਤੇ ਨਹੀਂ ਕੀਤੇ। ਉਸ ਵੇਲੇ ਭਲੇ ਭਲੇ ਕਰ ਮੰਨੀਆਂ, ਬੁਰਿਆਂ ਦੇ ਹਰ ਕਾਜ ਸਵਾਰੇ। ਜਿਹੜੇ ਭਲੇ ਉਹ ਤਾਂ ਭਲੇ ਮੰਨੇ ਹੀ ਜਾਂਦੇ ਹੈ, ਬੁਰਾਈ ਵਾਲਿਆਂ ਦੇ ਵੀ ਮਾਰਨ ਕਾਰਜ ਸਵਾਰ ਤੇ। ਪਾਪ ਕਰਿੰਦੇ ਪਤ ਉਧਾਰੇ, ਕਿਉਂ ਪਾਪ ਕਰਨ ਵਾਲੇ ਪਾਪੀਆਂ ਦਾ ਵੀ ਉਧਾਰ ਕਰ ਦਿੱਤਾ। ਉਸ ਵੇਲੇ ਕ੍ਰਿਸ਼ਨ ਜੀ ਨੇ ਕਿਹਾ ਕਿ ਕਰਨ ਪਲਾਵ ਕਰੇ ਜੋ ਹਾਰੇ, ਬੇਨਤੀਆਂ ਕੀਤੀਆਂ ਕਿ ਮੈਨੂੰ ਬਖਸ਼ ਲਓ। ਉਸ ਵੇਲੇ ਕਿਹਾ ਕਿ ਤੂੰ ਭਈ ਪਿਛਲੇ ਜਨਮ 'ਚ ਬਾਲੀ ਸੀ, ਅਸੀਂ ਸੁਗਰੀਵ ਦੀ ਮਦਦ ਕਰਨ ਵਾਸਤੇ ਤੇਰੇ ਤਾਈਂ ਉਹਲੇ ਹੋ ਕੇ ਤੀਰ ਮਾਰਿਆ ਸੀ। ਤੇ ਤੀਰ ਮਾਰਨ ਵੇਲੇ ਤਾਂ ਇਹ ਕਿਹਾ ਸੀ ਜਿਸ ਨੇ ਮੇਰੇ ਤੀਰ ਮਾਰਿਆ ਸਾਹਮਣੇ ਦਿਸ ਪੈਂਦਾ ਨਾ। ਬਾਲੀ ਨੂੰ ਇਹ ਵਰ ਸੀ ਦੇਵਤਿਆਂ ਦਾ ਵੀ ਜਿਹੜਾ ਤੇਰੇ ਸਾਹਮਣੇ ਹੋ ਕੇ ਤੀਰ ਮਾਰੇ ਉਹਦਾ ਅੱਧਾ ਬਲ ਤੇਰੇ 'ਚ ਆ ਜਾ ਕਰੂਗਾ। ਇਸ ਕਰਕੇ ਰਾਮਚੰਦਰ ਜੀ ਨੂੰ ਉਹਲੇ ਹੋ ਕੇ ਤੀਰ ਇਹਦੇ ਮਾਰਿਆ ਸੀ ਬਾਲੀ ਦੇ। ਉਸ ਵਕਤ ਸਾਧ ਸੰਗਤ ਜੀ ਇਹਦਾ ਜਿਹੜਾ ਸੰਕਲਪ ਸੀ ਨਾ ਅੰਤ ਵੇਲੇ ਦਾ ਵੀ ਮੈਂ ਉਹਨੂੰ ਮਾਰਨਾ ਸੀ, ਉਹ ਅੰਤ ਵੇਲੇ ਦੇ ਸੰਕਲਪ ਨੇ ਇਹਨੂੰ ਫੰਦਕ ਦਾ ਰੂਪ ਦਿੱਤਾ। ਦੁਆਪਰ ਵਿੱਚ ਕ੍ਰਿਸ਼ਨ ਜੀ ਦੇ ਰੂਪ 'ਚ ਰਾਮਚੰਦਰ ਜੀ ਆਏ ਤੇ ਉਸ ਵੇਲੇ ਇਸ ਨੇ ਤੀਰ ਮਾਰਿਆ ਸੀ। ਕਿਹਾ ਭਗਵਾਨ ਨੇ ਕਿ ਤੈਂ ਬਾਲੀ ਰੂਪ 'ਚ ਅਸੀਂ ਤੈਨੂੰ ਤੀਰ ਨਾਲ ਮਾਰਿਆ ਸੀ, ਉਹ ਤਾਂ ਬਦਲਾ ਲੈ ਲਿਆ ਹੈ, ਇਹ ਉਹਦੇ ਪਾਪ ਬਖਸ਼ ਦਿੱਤੀ ਸੀ। ਇਸ ਪ੍ਰਕਾਰ ਚਰਨ ਬੱਧਕ ਜਨ ਤੇਊ ਮੁਕਤ ਭਏ। ਜਿਹੜੇ ਚਰਨਾਂ 'ਚ ਤੀਰ ਮਾਰਨ ਵਾਲੇ ਸਨ ਦੁਆਪਰ 'ਚ ਕ੍ਰਿਸ਼ਨ ਭਗਵਾਨ ਦੇ, ਉਹ ਵੀ ਜਨ ਮੁਕਤ ਹੋ ਗਏ ਮਹਾਰਾਜ ਦੀ ਸ਼ਰਨ ਲੈ ਕੇ। ਹਾਂ ਬਲ ਬਲ ਜਿਨ ਰਾਮ ਕਹੇ। ਨਾਮਦੇਵ ਜੀ ਕਹਿੰਦੇ ਮੈਂ ਤਾਂ ਬਲਿਹਾਰ ਜਾਨਾ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਦੇ ਤਾਈਂ ਕਹਿਣਾ ਕੀਤਾ, ਉਚਾਰਨਾ ਕੀਤਾ ਹੈ। ਮਨ ਬਾਣੀ ਸਰੀਰ ਕਰਕੇ ਕੁਰਬਾਨ ਜਾਨਾ ਹਾਂ। ਦਾਸੀ ਸੁਤ ਜਨ ਵਿਦਰ ਸੁਦਾਮਾ। ਹੋਰ ਸੁਣੋ, ਕਹਿੰਦੇ ਦਾਸੀ ਦਾ ਪੁੱਤਰ ਪਿਛਲੇ ਜਨਮ ਵਿੱਚ ਸਾਧ ਸੰਗਤ ਜੀ ਨਾਰਦ ਮੁਨੀ ਜਿਹੜਾ ਸੀ ਇਹ ਦਾਸੀ ਦਾ ਪੁੱਤਰ ਸੀ ਤੇ ਸੰਤਾਂ ਦੀ ਸੰਗਤ ਕਰਿਆ ਕਰਦਾ। ਸੰਤਾਂ ਦੀ ਸੰਗਤ ਕਰਦਾ ਹੋਇਆ ਮਹਾਤਮਾ ਨੂੰ ਕਹਿਣ ਲੱਗਾ ਕਿ ਮਹਾਰਾਜ ਮੈਨੂੰ ਨਾਲ ਰੱਖ ਲਓ। ਸੰਤਾਂ ਨੇ ਕਿਹਾ ਤੇਰੀ ਮਾਤਾ ਬਿਰਧ ਹੈ, ਉਹਦੀ ਸੇਵਾ ਕਰਿਆ ਕਰ। ਜਿੰਨਾ ਚਿਰ ਮਾਤਾ ਦਾ ਸਰੀਰ ਜਿਉਂਦਾ ਉਹਨਾਂ ਚਿਰ ਤੂੰ ਉੱਥੇ ਟਹਿਲ ਕਰ, ਫਿਰ ਤੂੰ ਸਤਸੰਗਤ ਕਰੀ ਆ ਕੇ। ਇਹ ਸੁਣ ਕਰਕੇ ਇਹ ਦਾਸੀ ਦਾ ਪੁੱਤਰ ਨਾਰਦ ਮੁਨੀ ਪਹਿਲੇ ਜਨਮ ਦੇ ਵਿੱਚ ਮਾਤਾ ਦੀ ਸੇਵਾ ਕਰਿਆ ਕਰੇ, ਨਾਲ ਕਿਹਾ ਕਰੇ ਮਰ ਜੇ ਮਾਂ ਕਰਦਾ ਰਿਹਾ ਕਰੇ। ਉਹ ਸਾਲ ਵਿੱਚ ਮਾਤਾ ਦਾ ਸਰੀਰ ਚੜ ਗਿਆ, ਫਿਰ ਇਹ ਸੰਤਾਂ ਦੇ ਨਾਲ ਆ ਮਿਲਿਆ। ਸੰਤਾਂ ਦੀ ਸੰਗਤ ਕਰਦੇ ਕਰਦੇ ਦਾ ਇਹਦੇ ਸੰਕਲਪ ਫੁਰਿਆ ਵੀ ਬਰਮਾ ਸਾਰਿਆਂ ਨਾਲੋਂ ਵੱਡਾ ਹੈ, ਜੇ ਉਹਦਾ ਪੁੱਤਰ ਮੈਂ ਬਣ ਜਾਵਾਂ। ਇਸ ਭਾਵਨਾ ਨੂੰ ਲੈ ਕੇ ਸੰਗਤ 'ਚ ਮਿਲਿਆ। ਸੰਗਤ ਦੇ ਪ੍ਰਤਾਪ ਕਰਕੇ ਫਿਰ ਬਰਮਾ ਦਾ ਪੁੱਤਰ ਦੂਸਰੇ ਜਨਮ 'ਚ ਨਾਰਦ ਮੁਨੀ ਬਣ ਕੇ ਜੰਮਿਆ ਸੀ ਸਾਧ ਸੰਗਤ ਜੀ। ਇਸ ਪ੍ਰਕਾਰ ਇਹ ਵੀ ਦਾਸੀ ਦਾ ਪੁੱਤਰ ਸੀ ਪਿਛਲੇ ਜਨਮ ਵਿੱਚ। ਸੋ ਦਾਸੀ ਦਾ ਪੁੱਤਰ ਹੋਣੇ ਕਰਕੇ ਸੰਤਾਂ ਦੀ ਸੰਗਤ ਕਰਕੇ ਇਹ ਬ੍ਰਹਮਾ ਜੀ ਦਾ ਪੁੱਤਰ ਹੋਇਆ ਨਾਰਦ ਮੁਨੀ। ਇਸ ਪ੍ਰਕਾਰ ਦਾਸੀ ਸੁਤ ਜਨ ਵਿਦਰ ਸੁਦਾਮਾ। ਵਿਦਰ ਜਿਹੜਾ ਸੀ ਇਹ ਵੀ ਦਾਸੀ ਦਾ ਪੁੱਤਰ ਸੀ। ਜਿਹੜੇ ਜਿਸ ਵਕਤ ਸਾਧ ਸੰਗਤ ਜੀ ਕਾਂਸੀ ਵਾਲੇ ਦੀਆਂ ਪੁੱਤਰੀਆਂ ਚਿੱਤਰ ਵਿਚਿੱਤਰ ਰਾਜਿਆਂ ਨੂੰ ਵਿਆਹੀਆਂ ਸਨ, ਉਸ ਵੇਲੇ ਸਾਧ ਸੰਗਤ ਜੀ ਆਪੋ ਵਿੱਚ ਹੀ ਰਹਿੰਦਿਆਂ ਹੋਇਆਂ ਕੁਝ ਸਮਾਂ ਗੁਜ਼ਰ ਗਿਆ। ਸਮਾਂ ਗੁਜ਼ਰਨ ਤੋਂ ਜਿਹੜੀ ਯੋਜਨ ਕੰਧਾਰੀ ਸੀ, ਇਹ ਯੋਜਨ ਕੰਧਾਰੀ ਜਿਹੜੀ ਸੀ ਇਸ ਦੇ ਉੱਤੇ ਇਹਨਾਂ ਨੇ ਸ਼ੰਕਾ ਕੀਤੀ ਕਿ ਭੀਸ਼ਮ ਪਿਤਾਮੇ ਦਾ ਜੀਵਨ ਠੀਕ ਨਹੀਂ। ਭੀਸ਼ਮ ਪਿਤਾਮਾ ਜਿਹੜਾ ਸੀ ਇਹ ਮਾਤਾ ਕਹਿ ਕੇ ਉਪਦੇਸ਼ ਦੇ ਰਿਹਾ ਸੀ ਤੇ ਉਸ ਵੇਲੇ ਦੂਸਰਾ ਵਿਆਹ ਸੀ ਇਹਦੇ ਪਿਤਾ ਦਾ, ਇਹ ਯੋਜਨ ਕੰਧਾਰੀ ਸੀ ਜਿਹੜੀ। ਉਸ ਵੇਲੇ ਇਹਨਾਂ ਨੇ ਕਿਹਾ ਵੀ ਉਹ ਬਹੁਤ ਅਚਨਚੇਤ ਪਾਪ ਕੀਤਾ ਹੈ। ਫਿਰ ਉਸ ਪਾਪ ਦੀ ਨਿਵਰਤੀ ਵਾਸਤੇ ਪੁੱਛਿਆ ਤੇ ਦੱਸਣ ਤੋਂ ਪੰਡਤਾਂ ਦੱਸਿਆ ਕਿ ਵੀ ਸੁੱਕੇ ਪਿੱਪਲ ਦੇ ਵਿੱਚ ਜੇ ਕੋਈ ਅੱਗ ਲਾ ਕੇ ਆਪਣੇ ਆਪ ਨੂੰ ਸਾੜ ਕੇ ਮਰ ਜੇ ਤਾਂ ਇਹ ਦੋਸ਼ ਉਤਰਦਾ ਹੈ। ਮਾਤਾ ਦੇ ਉੱਤੇ ਜਿਹੜਾ ਕੋਈ ਸੰਕਲਪ ਕਰਨਾ ਭੈੜਾ। ਇਹ ਸੁਣ ਕਰਕੇ ਸੁੱਕੇ ਪਿੱਪਲ 'ਚ ਇਹ ਸੜ ਕੇ ਮਰ ਗਏ ਸਨ ਤੇ ਫਿਰ ਵਿਧਵਾ ਹੋ ਗਈਆਂ ਦੋਵੇਂ ਕਾਂਸੀ ਰਾਜੇ ਦੀਆਂ ਪੁੱਤਰੀਆਂ ਜਿਹੜੀਆਂ ਸੀ। ਤੇ ਯੋਜਨ ਕੰਧਾਰੀ ਨੇ ਕਿਹਾ ਵੀ ਤੇਰੇ ਭਰਾਤਾ ਹਨ, ਤੂੰ ਇਹਨਾਂ ਤੋਂ ਸੰਤਾਨ ਪੈਦਾ ਕਰ। ਵਿਆਸ ਨੇ ਉਸ ਵੇਲੇ ਕਿਹਾ ਕਿ ਮੈਂ ਤਾਂ ਆਪਣੇ ਬ੍ਰਹਮਚਰਜ ਦੇ ਵਿੱਚ ਪੂਰਾ ਕਾਇਮ ਹੈ, ਆਪਣੀ ਪਤਨੀ ਤੋਂ ਬਗੈਰ ਹੋਰ ਕਿਸੇ ਵੱਲ ਤੱਕਣਾ ਨਹੀਂ। ਹੇ ਮਾਤਾ ਤੇਰਾ ਬਚਨ ਹੀ ਮੈਨੂੰ ਮੰਨਣਾ ਪਊਗਾ। ਤੂੰ ਇਉਂ ਕਰ ਕਿ ਜੇ ਤੂੰ ਚਾਹੁੰਦੀ ਹੈ ਸੰਤਾਨ ਪੈਦਾ ਹੋਵੇ, ਮੇਰੇ ਅੰਦਰ ਯੋਗ ਸ਼ਕਤੀ ਹੈ, ਯੋਗ ਸ਼ਕਤੀ ਦੀ ਨਿਗਾਹ ਦੇ ਨਾਲ ਮੈਂ ਕਾਮਨਾ ਪੂਰੀ ਕਰ ਦਿਆਂਗਾ। ਇਹ ਸੁਣ ਕਰਕੇ ਪਾਂਡੋ ਮਲ ਕੇ ਜਿਹੜੀ ਨੰਗੀ ਉਹਦੇ ਚੋਂ ਪੰਡ ਪੁੱਤਰ ਜੰਮਿਆ। ਅੱਖਾਂ ਮੀਚ ਕੇ ਜਿਹੜੀ ਨੰਗੀ ਰਾਣੀ ਉਹਦੇ ਪੇਟ ਵਿੱਚੋਂ ਸਾਧ ਸੰਗਤ ਧ੍ਰਿਤਰਾਸ਼ਟਰ ਪੈਦਾ ਹੋਇਆ ਅਤੇ ਦਾਸੀ ਹੱਸਦੀ ਖੇਲਦੀ ਲੰਘੀ ਉਹਦੇ ਪੁੱਤਰ ਪੈਦਾ
ਪੇਟ ਵਿੱਚੋਂ ਬਿਦਰ ਭਗਤ ਹੋਇਆ। ਇਸ ਪ੍ਰਕਾਰ ਦਾਸੀ ਸੁਧ ਜਨ ਬਿਦਰ ਸੁਦਾਮਾ, ਦਾਸੀ ਦਾ ਪੁੱਤਰ ਸੀ ਬਿਦਰ ਜਿਹੜਾ ਭਗਤ ਹੋਇਆ। ਇਹ ਬਿਦਰ ਨੀਤੀ ਮਸ਼ਹੂਰ ਹੈ, ਬੜਾ ਕ੍ਰਿਸ਼ਨ ਜੀ ਦਾ ਉਪਾਸ਼ਕ ਹੋਇਆ ਹੈ ਅਤੇ ਇਹਦੀ ਝੁੱਗੀ ਵਿੱਚ ਜਾ ਕੇ ਕ੍ਰਿਸ਼ਨ ਜੀ ਨੇ ਜਾ ਕੇ ਦਰਸ਼ਨ ਦਿੱਤੇ ਸਨ। ਉਸ ਵੇਲੇ ਝੁੱਗੀ ਜਾ ਬੁਲਾਏ ਸਭਨਾਂ ਦੇ ਜੀ ਅੰਦਰ ਝੁੱਖਾ, ਤੇ ਜਿਹਾ ਜਿਹਾ ਭਾਵ ਜਿਹਾ ਬਿਦਰ ਦੇ ਹੋਲੀ ਦੇ ਚਾਵ ਝੁੱਖਾ ਕਿਹਾ ਸੀ ਦੁਰਯੋਧਨ ਕਿ ਤੁਸੀਂ ਉਹਨਾਂ ਦੇ ਘਰ ਕਿਉਂ ਗਏ, ਸਭਾ ਦੇ ਸ਼ਿੰਗਾਰ ਬੱਠੇ ਮਨੁੱਖਿਆਂ ਸਾਡੇ ਛੱਡ ਤੇ। ਇਹਨਾਂ ਨੇ ਕਿਹਾ ਜਿਹਾ ਜਿਹਾ ਬਿਦਰ ਦੇ ਦਿਲ 'ਚ ਪ੍ਰੇਮ ਸੀ ਉਹ ਜਿਹਾ ਸਾਡੇ ਤੁਹਾਡੇ ਕਿਸੇ ਦੇ ਦਿਲ 'ਚ ਪ੍ਰੇਮ ਨਹੀਂ ਸੀ ਮੇਰੇ ਨਾਲ। ਇਸ ਕਰਕੇ ਗੋਬਿੰਦ ਭਾਵ ਭਗਤ ਦਾ ਭੁੱਖਾ। ਕਬੀਰ ਜੀ ਨੇ ਕਿਹਾ ਰਾਜਨ ਕਵਨ ਤੁਮਾਰੇ ਆਵੇ, ਫਿਰ ਰਾਜਾ ਦੁਰਯੋਧਨ ਤੇਰੇ ਘਰ ਕੌਣ ਆਵੇ। ਐਸੋ ਭਾਵ ਬਿਦਰ ਕੋ ਦੇਖੋ ਗਰੀਬ ਮੋਏ ਭਾਵ ਹੈ। ਐਸਾ ਪ੍ਰੇਮ ਵੇਖਿਆ ਬਿਦਰ ਭਗਤ ਦੀ ਗਰੀਬੀ ਮੈਨੂੰ ਚੰਗੀ ਲੱਗਦੀ ਸੀ ਅਤੇ ਹਸਤੀ ਦੇਖ ਭਰਮ ਤੇ ਭੂਲਾ। ਦੁਰਯੋਧਨ ਜਦੋਂ ਕ੍ਰਿਸ਼ਨ ਜੀ ਮਿਲਣ ਵਾਸਤੇ ਆਏ ਪਾਂਡਵਾਂ ਨੂੰ 5 ਪਿੰਡ ਦਵਾਉਣ ਵਾਸਤੇ ਕਹਿਣ ਵਾਸਤੇ, ਦੁਰਯੋਧਨ ਨੇ ਕਿਹਾ ਜੇ ਮੈਂ ਕ੍ਰਿਸ਼ਨ ਜੀ ਆਇਆ ਤਾਂ ਖੜਾ ਹੋ ਗਿਆ ਲੋਕ ਮੈਨੂੰ ਕਹਿਣਗੇ ਛੋਟਾ ਹੈ, ਤੇ ਜੇ ਨਾ ਖੜਾ ਹੋਇਆ ਕ੍ਰਿਸ਼ਨ ਜੀ ਨਿਰਾਦਰੀ ਸਮਝਣਗੇ। ਇਸ ਕਰਕੇ ਹਾਥੀ ਖਾਨੇ ਪਹਿਲਾਂ ਹੀ ਚਲਿਆ ਗਏ ਸੀ ਦੁਰਯੋਧਨ ਵੀ ਉਧਰੇ ਮਿਲ ਪਾਂਗੇ ਖੜੇ ਖੜਾਏ। ਕ੍ਰਿਸ਼ਨ ਜੀ ਜਦੋਂ ਪਤਾ ਲੱਗਾ ਉਦੋਂ ਪਿੱਛੇ ਹੀ ਵਾਪਸ ਹੋ ਗਏ, ਦੁਰਯੋਧਨ ਨੂੰ ਮਿਲੇ ਨਹੀਂ ਸੀ। ਇਸ ਪ੍ਰਕਾਰ ਕਹਿੰਦੇ ਹਸਤੀ ਦੇਖ ਭਰਮ ਤੇ ਭੂਲਾ। ਦੂਜੇ ਦਿਨ ਜਦੋਂ ਸਭਾ 'ਚ ਆਏ ਕਹਿਣ ਲੱਗੇ ਹੇ ਰਾਜਨ ਤੂੰ ਤਾਂ ਹਾਥੀਆਂ ਨੂੰ ਵੇਖਣ ਹਾਥੀ ਖਾਨੇ ਚਲਿਆ ਗਿਆ, ਇਹ ਭਰਮ 'ਚ ਪੈ ਗਿਆ, ਸ੍ਰੀ ਭਗਵਾਨ ਨਾ ਜਾਣਿਆ, ਪਰਮੇਸ਼ਰ ਦਾ ਰੂਪ ਨਾ ਸਮਝਿਆ। ਤੁਮਰੋ ਦੂਰ ਬਿਦਰ ਕੋ ਪਾਨੋ ਅੰਮ੍ਰਿਤ ਕਰ ਮੈਂ ਮਾਨਿਆ, ਤੇਰਾ ਦੁੱਧ ਜਿਹੜਾ ਘਰ ਪੀਣਾ ਸੀ ਤੇ ਬਿਦਰ ਦਾ ਪਾਣੀ ਮੈਂ ਅੰਮ੍ਰਿਤ ਵਰਗਾ ਉਦੋਂ ਮੰਨਿਆ, ਚੰਗਾ ਮੰਨਿਆ ਹੈ। ਅਤੇ ਇਸੇ ਪ੍ਰਕਾਰ ਖੀਰ ਸਮਾਨ ਸਾਗ ਮੈਂ ਪਾਇਆ, ਤੇਰੇ ਘਰ ਖੀਰ ਖਾਣੀ ਸੀ, ਉਹਨਾਂ ਦੇ ਘਰ ਅਰੂਣਾ ਸਾਗ ਮੈਂ ਖਾਧਾ ਹੈ। ਗੁਣ ਗਾਵਤ ਰਹਿਣ ਬਿਹਾਣੀ, ਤੇਰੇ ਕੋਲੇ ਝਗੜੇ ਦੀਆਂ ਗੱਲਾਂ ਹੋਣੀਆਂ ਸੀ, ਉੱਥੇ ਪਰਮੇਸ਼ਰ ਦੇ ਗੁਣ ਗਾਉਂਦਿਆਂ ਵੀ ਸਾਡੀ ਰਾਤ ਬਤੀਤ ਹੋਈ ਹੈ। ਕਬੀਰ ਕੋ ਠਾਕਰ ਅੰਤ ਬਨੋਦੀ ਜਾਤ ਨਾ ਕਾਹੂ ਕੀ ਮਾਨੀ। ਕਬੀਰ ਜੀ ਕਹਿੰਦੇ ਇਹੋ ਜਿਹਾ ਠਾਕਰ ਹੈ ਕਿਸੇ ਦੀ ਜਾਤ ਪਾਤ ਦੀ ਲਿਹਾਜ਼ ਨਹੀਂ ਰੱਖਦਾ। ਇਸ ਪ੍ਰਕਾਰ ਦਾਸੀ ਸੁਤ ਜਨ ਬਿਦਰ ਸੁਦਾਮਾ, ਦਾਸੀ ਦਾ ਪੁੱਤਰ ਜੋ ਭਗਤ ਸੀ ਸੁਦਾਮਾ ਭਗਤ ਬਿਦਰ ਜੀ। ਸੁਦਾਮਾ ਉਗਰ ਸੈਨ ਕੋ ਰਾਜ ਦੀਏ, ਸੁਦਾਮਾ ਜਿਹੜਾ ਸੀ ਇਹ ਵਿਪ ਸੁਦਾਮਾ ਦਾਲ ਦੀ ਬਾਲ ਸਿਖਾਈ ਮਿੱਤਰ ਸਦਾਏ। ਇਹ ਬ੍ਰਾਹਮਣ ਸੁਦਾਮਾ ਸੀ। ਸੰਦੀਪਨ ਦੇ ਪਾਸ ਜਦੋਂ ਗੁਰੂ ਦੇ ਪਾਸ ਕ੍ਰਿਸ਼ਨ ਜੀ ਤੇ ਪੜ੍ਹਦੇ ਹੁੰਦੇ ਸਨ, ਉਸ ਵਕਤ ਸੰਦੀਪਨ ਨੇ ਇੱਕ ਦਿਨ ਲੱਕੜਾਂ ਚੁਗਣ ਵਾਸਤੇ ਭੇਜੇ। ਲੱਕੜਾਂ ਚੁਗਣ ਵਾਸਤੇ ਜਦੋਂ ਗਏ ਤੇ ਪਾਲੇ ਦੀ ਰੁੱਤ ਸੀ। ਉਸ ਵਕਤ ਸਾਧ ਸੰਗਤ ਜੀ ਇਹਦੇ ਕੋਲੇ ਚੌਲ ਸੀ ਭੁੰਨੇ ਹੋਏ, ਇਹ ਚੱਬ ਰਿਹਾ ਸੀ ਤੇ ਕ੍ਰਿਸ਼ਨ ਜੀ ਕਹਿਣ ਲੱਗੇ ਮੂੰਹ ਹਿਲਾਉਣਾ, ਕਹਿੰਦਾ ਪਾਲੇ ਨਾਲ ਮੂੰਹ ਹਿਲਦਾ। ਜਦੋਂ ਵੇਖਿਆ ਇਹਦੇ ਮੂੰਹ 'ਚ ਬੁੱਕਲ 'ਚ ਮੂੰਹ ਲਿਆਇਆ ਸੀ ਤੇ ਚੌਲ ਚੱਬੀ ਜਾਵੇ, ਕਹਿੰਦੇ ਉਹ ਜਾ ਦਲਿਦਰੀਆ। ਇਹ ਦਲਿਦਰੀਆ ਕਹਿਣ ਤੋਂ ਇਹ ਸੁਦਾਮਾ ਦਲਿਦਰੀ ਹੋ ਗਿਆ ਸੀ। ਸੋ ਜਿਸ ਵੇਲੇ ਕ੍ਰਿਸ਼ਨ ਜੀ ਨੇ ਦਵਾਰਕਾ ਆਵਾਜ਼ ਕੀਤੀ ਹੈ ਉਸ ਵੇਲੇ ਲਾਗੂ ਹੋਈ ਬ੍ਰਾਹਮਣੀ ਮਿਲ ਜਗਦੀ ਦਲਿਦਰ ਗਵਾਏ। ਬ੍ਰਾਹਮਣੀ ਕਹਿਣ ਲੱਗੀ ਪਿੱਛ ਲੱਗੀ ਹੋ ਕੇ, ਕਹਿੰਦੇ ਤੇਰੇ ਜਿਹੜੇ ਬਾਲ ਸਿਖਾਈ ਮਿੱਤਰ ਹੈ ਉਹਨਾਂ ਦਵਾਰਕਾ ਸਵੇਨੇ ਦੀ ਵਸਾਈ ਹੈ, ਤੂੰ ਜਾ ਕੇ ਦਲਿਦਰ ਕਿਉਂ ਨਹੀਂ ਗਵਾਉਂਦਾ। ਉਸ ਵੇਲੇ ਸਾਧ ਸੰਗਤ ਜੀ ਚੱਲਦਾ ਗਿਣਦਾ ਗਿੱਟੀਆਂ ਕਿਉਂ ਕਰ ਚਲੀਏ ਕੌਣ ਮਿਲਾਏ, ਗਿਣਤੀਆਂ ਗਿਣਦਾ ਤੁਰ ਪਿਆ ਵੀ ਕਿਵੇਂ ਮਿਲੀਏ। ਉਸ ਵੇਲੇ ਪਹੁੰਚਾ ਨਗਰ ਦਵਾਰਕਾ, ਸਿੰਘ ਦਵਾਰ ਖਲੋਤਾ ਆਏ, ਸ਼ੇਰਾਂ ਵਾਲੇ ਦਰਵਾਜ਼ੇ ਦੇ ਅੱਗੇ ਆ ਕੇ ਖੜਾ ਹੋਇਆ। ਜਦੋਂ ਕ੍ਰਿਸ਼ਨ ਜੀ ਨੂੰ ਪਤਾ ਲੱਗਾ ਗੱਲ ਵਿੱਚ ਲੀਤਾ ਕ੍ਰਿਸ਼ਨ ਜੀ ਪੈਰੀ ਪੈ ਕੇ ਮਨਾ ਕੇ ਬਹੁਤ ਸਾਰੇ ਕੰਠ ਨਾਲ ਲਾ ਲਿਆ, ਚਰਨੀ ਪੈ ਕੇ ਗਲ ਨਾਲ ਲਾ ਲਿਆ। ਫਿਰ ਸਿੰਘਾਸਨ ਦੇ ਤੋਂ ਛੱਡ ਸਿੰਘਾਸਨ ਹਰ ਜੀ ਆਏ, ਸਿੰਘਾਸਨ ਛੱਡ ਕੇ ਆਪ ਆਏ, ਇਹਨੂੰ ਸਿੰਘਾਸਨ ਤੇ ਬਿਠਾਇਆ। ਕਹਿਣ ਲੱਗੇ ਮੇਰੇ ਵਾਸਤੇ ਕੀ ਲੈ ਕੇ ਆਇਆ ਹੈ। ਉਸ ਵੇਲੇ ਦਾ ਫਟਿਆ ਹੋਏ ਬਸਤਰ ਸਨ, ਚੌਲ ਜਿਹੜੇ ਭੁੰਨੇ ਸੀ ਕੱਢ ਕੇ ਕ੍ਰਿਸ਼ਨ ਜੀ ਨੂੰ ਦਿੱਤੇ। ਕ੍ਰਿਸ਼ਨ ਜੀ ਨੂੰ 4 ਚੌਲ ਚੱਬ ਕੇ ਇਹਦੇ ਮੂੰਹ ਵਿੱਚੋਂ ਲੈ ਕੇ ਆਪਦੇ ਚੱਬ ਕੇ ਇਹਦੇ 4 ਪਦਾਰਥ ਸੁਖ 'ਚ ਬਿਠਾਏ। ਸੋਨੇ ਦੇ ਮੰਦਰ ਬਣਾਤੇ ਸੁਦਾਮਾਪੁਰੀ ਵਿੱਚ, ਚਾਰੇ ਪਦਾਰਥ ਜਿੰਨੇ ਮਿੱਟੀ ਦੇ ਭਾਂਡੇ ਸਾਰੇ ਸੋਨੇ ਦੇ ਬਣਾਤੇ, ਸਾਰੇ ਪਦਾਰਥਾਂ ਨਾਲ ਭਰ ਦਿੱਤੇ। ਇਸ ਪ੍ਰਕਾਰ 4 ਪਦਾਰਥ ਸੁਖ 'ਚ ਬਿਠਾਏ। ਦੱਸਿਆ ਹੈ ਨਹੀਂ ਕ੍ਰਿਸ਼ਨ ਜੀ ਨੇ, ਤੇ 4 ਪਦਾਰਥ ਸੰਕੋਚ ਨਾਲ ਹੀ ਇਹਦੇ ਘਰ 'ਚ ਸਭ ਪਹੁੰਚਾਤੇ। ਜਦੋਂ ਸੁਦਾਮਾਪੁਰੀ 'ਚ ਆ ਕੇ ਵੇਖਿਆ ਤੇ ਸੋਨੇ ਦੇ ਮੰਦਰ ਬਣੇ ਹੋਏ ਤੇ ਇਹਦੇ ਘਰ ਵਾਲੀ ਨੇ ਕਿਹਾ ਕਿ ਤਾਂ ਸਭ ਕੋਈ ਪਦਾਰਥ ਆ ਗਏ ਹੈ। ਉਸ ਵੇਲੇ ਨਿਹਾਲ ਹੋ ਗਿਆ ਸੁਦਾਮਾ। ਇਸ ਪ੍ਰਕਾਰ ਸੁਦਾਮੇ ਦਾ ਦਿਲ ਇੱਧਰ ਚੱਕਿਆ ਸੀ। ਕਬੀਰ ਜੀ ਨੇ ਕਿਹਾ
जय जो नामा विप सुदामा तिनको कृपा कही है अपार। कह कबीर तुम समर्थ दाते चार पदार्थ देतना बार। इस प्रकार उग्र सैन को राज दिए। ਉਗਰ ਸੈਨ ਜੋ ਨਾਨਾ ਸੀ ਸਾਧ ਸੰਗਤ ਜੀ ਕ੍ਰਿਸ਼ਨ ਭਗਵਾਨ ਦਾ, ਇਸ ਦੇ ਤਾਂ ਹੀ ਕੈਦ ਕਰਕੇ ਕੰਸ ਨੇ ਆਪ ਰਾਜ ਸਾਂਭ ਲਿਆ ਸੀ। ਇਸ ਪ੍ਰਕਾਰ ਜਿਸ ਵੇਲੇ ਉਗਰ ਸੈਨ ਨੂੰ ਫਿਰ ਕ੍ਰਿਸ਼ਨ ਭਗਵਾਨ ਜੀ ਨੇ ਜਿਸ ਵੇਲੇ ਕੰਸ ਦੇ ਤਾਂ ਹੀ ਮਾਰਿਆ ਹੈ, ਉਗਰ ਸੈਨ ਨੂੰ ਉਸ ਵੇਲੇ ਜੇਲ੍ਹ ਤੋਂ ਕੱਢ ਕੇ ਰਾਜਗੱਦੀ ਤੇ ਬਿਠਾਉਣਾ ਕੀਤਾ। ਜਿਸ ਪ੍ਰਕਾਰ ਬਚਨ ਆਉਂਦੇ ਹੈ, ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਰਤਾਰ ਸਿਕੀਓ, ਉਗਰ ਸੈਨ ਕੋ ਰਾਜ ਉਪਾਇ ਭਗਤਾ ਜਨ ਦਿਓ। ਉਪਾਇਤਾ ਦਿੱਤੀ ਭਗਤਾਂ ਜਿਨ੍ਹਾਂ ਨੂੰ ਉਗਰ ਸੈਨ ਨੂੰ ਰਾਜ, ਨਾਨੇ ਨੂੰ ਰਾਜ ਦਿੱਤਾ, ਆਪ ਨਹੀਂ ਰਾਜ ਸਾਂਭਿਆ। ਇਸ ਪ੍ਰਕਾਰ ਉਗਰ ਸੈਨ ਦੇ ਤਾਂ ਹੀ ਰਾਜ ਦੇਣਾ ਕੀਤਾ ਭਗਵਾਨ ਨੇ। ਜਪਹੀਨ ਤਪਹੀਨ ਕੁਲਹੀਨ ਧਰਮਹੀਨ। ਦੇਖੋ ਜਪ ਤੋਂ ਹੀ ਨਹੀਂ ਬੇਸਵਾ ਸੀ ਤਰਗੀ ਮਹਾਰਾਜ ਦਾ ਤੋਤੇ ਨੂੰ ਨਾਮ ਜਪਾਉਂਦੀ ਹੋਈ, ਅਤੇ ਤਪ ਤੋਂ ਹੀ ਨਾ ਜਿਹੜਾ ਸੀ ਤਾਰੀਲੇ ਗਣਕਾ ਬਿੰਦੂ ਕੁਬੀਆਂ ਜਿਹੜੀ ਸੀ ਇਹ ਤਪ ਤੋਂ ਹੀ ਨਹੀਂ ਸੀ, ਤੇ ਵਿਆਹ ਜਿਹੜਾ ਸੀ ਕੁਲ ਤੋਂ ਹੀਣਾ ਸੀ, ਤੇ ਅਜਾਮਲ ਕਰਮਾਂ ਤੋਂ ਹੀਣਾ ਸੀ। ਇਹ ਸਾਰੇ ਜਪ ਤੋਂ ਹੀ ਨਹੀਂ ਬੇਸਵਾ, ਤਪ ਤੋਂ ਹੀ ਨਹੀਂ ਆਪਣੇ ਕੁਬੀਆਂ, ਤੇ ਕੁਲ ਤੋਂ ਹੀਣਾ ਵਿਆਹ ਸੀ, ਕਰਮ ਤੋਂ ਹੀਣਾ ਅਜਾਮਲ ਸੀ। ਨਾਮੇ ਕੇ ਸੁਆਮੀ ਤੇ ਉਤਰੇ। ਜਪ ਤੋਂ ਹੀਣੇ, ਤਪ ਤੋਂ ਹੀਣੇ, ਕੁਲ ਤੋਂ ਹੀਣੇ, ਕਰਮਾਂ ਤੋਂ ਵੀ ਜਿਹੜੇ ਹੀਣੇ ਸਨ ਕੁਲ ਦੇ ਤੋਂ, ਉਹ ਸਾਰੇ ਨਾਮ ਦੇ ਜੀ ਕਹਿੰਦੇ ਮਹਾਰਾਜ ਦੇ ਨਾਮ ਦੇ ਆਸਰੇ ਤਰ ਗਏ। ਨਾਮ ਨੂੰ ਜਪਦੇ ਅਸੀਂ ਕਿਉਂ ਨਾ ਭਾਈ ਤਰਾਂਗੇ, ਜਿਨ ਨਾਮ ਨੂੰ ਪੱਥਰ ਵੀ ਤਾਰ ਦਿੱਤੇ। ਇਸ ਕਰਕੇ ਸਾਨੂੰ ਨਿਸ਼ਚੈ ਜ਼ਰੂਰ ਪਰਮੇਸ਼ਰ ਦਾ ਨਾਮ ਤਾਰ ਦੇਵੇਗਾ। ਇੱਕੋ ਹੀ ਸ਼ਬਦ ਭਗਤ ਨਾਮ ਦੇ ਦਾ ਇੱਥੇ ਗੌੜੀ ਚਾਪ ਜੀ ਨੂੰ ਉਚਾਰਨ ਕੀਤਾ ਹੈ। ਰਾਗ ਗੌੜੀ ਰਵਿਦਾਸ ਜੀ ਕੇ ਪਦੇ, ਗੌੜੀ ਗੁਆਰੇਰੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ। ਮੇਰੀ ਸੰਗਤ ਪੋਚ ਸੋਚ ਦਿਨ ਰਾਤੀ। ਭਗਤ ਰਵਿਦਾਸ ਜੀ ਕਾਸ਼ੀ ਦੇ ਵਿੱਚ ਹੋਏ ਹਨ, ਪਰਮੇਸ਼ਰ ਦੇ ਸਿਮਰਨ ਵਿੱਚ ਹਰ ਰੋਜ਼ ਜੁੜੇ ਰਹਿੰਦੇ ਸਨ। ਇਹਨਾਂ ਨੇ ਪਰਮੇਸ਼ਰ ਅੱਗੇ ਬੇਨਤੀ ਕੀਤੀ ਹੈ। ਗੁਆਰੇ ਦੀ ਜਾਤੀ ਹੈ ਗੌੜੀ ਦੀ, ਸੋ ਚੌਂ ਪਦਾਂ ਸ਼ਬਦ ਹਨ ਇੱਥੇ, ਤਿੰਨ ਪੌੜੀ ਦੇ ਇਹਨਾਂ ਦੇ ਦੋ ਇਹ। ਇੱਕੋ ਅਦਵੈਤ ਰੂਪ ਪਰਮੇਸ਼ਰ ਓਂਕਾਰ ਸਾਰਿਆਂ ਦਾ ਪ੍ਰਕਾਸ਼ ਸਤਰੀ ਕਾਲਵਾਦ ਰੂਪ ਨਾਮ ਪ੍ਰਸਿੱਧ ਕਰਤਾ ਸਾਰੇ ਜਗਤ ਨੂੰ ਰਚਣ ਵਾਲਾ ਪੁਰਖ ਸਾਰਿਆਂ ਦਾ ਪੂਰਨ ਹੈ। ਇਹ ਸਤਨਾਮ ਚ ਸਰੂਪ ਲੱਖਣ ਹੈ, ਕਰਤਾ ਪੁਰਖ ਤਸਤੀ ਲੱਖਣ ਹੈ ਪਰਮੇਸ਼ਰ ਦੇ। ਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਇਹ ਖੋੜਸਾ ਮੰਤਰ ਮਾਰਨ ਨੂੰ ਉਚਾਰਨ ਕੀਤਾ ਹੈ। ਜਿਹੜੇ ਲੋਕ ਇਹ ਜਾਪ ਕਰਦੇ ਸੀ ਨਾ, ਹਰੇ ਰਾਮ 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 ਹਰੇ ਹਰੇ, ਹਰੇ ਕ੍ਰਿਸ਼ਨ 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 ਹਰੇ ਹਰੇ, ਉਹਦੇ ਥਾਂ ਸਤਿਗੁਰਾਂ ਨੇ ਇਹੋ ਆਗਿਆ ਦਿੱਤੀ ਹੈ ਕਿ ਇੱਕੋ ਓਂਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਦਾ ਜਾਪ ਕਰੋ। ਮੇਰੀ ਸੰਗਤ ਪੋਚ ਸੋਚ ਦਿਨ ਰਾਤੀ। ਮਹਾਰਾਜ ਸਾਹਿਬ ਜੀ ਰਵਿਦਾਸ ਭਗਤ ਨੂੰ ਦਰਸ਼ਨ ਦਿੱਤੇ ਹਨ। ਉਸ ਵੇਲੇ ਰਵਿਦਾਸ ਜੀ ਮਹਾਰਾਜ ਦੇ ਪਾਸ ਬੇਨਤੀਆਂ ਕਰਦੇ ਹਨ। ਮੇਰੀ ਸੰਗਤ ਪੋਚ ਸੋਚ ਦਿਨ ਰਾਤੀ। ਇਹ ਮਹਾਰਾਜ ਮੇਰੀ ਸੰਗਤ ਜਿਹੜੀ ਹੈ ਇਹ ਪੋਚ ਨੀਚਾਂ ਦੀ ਹੈ। ਮੇਰੀ ਜਾਤ ਕੁੰਡ ਵਾਂਢਲਾ ਅਤੇ ਕੁੱਟਣ ਵਾਲੀ ਵੱਢਣ ਵਾਲੀ ਚੰਮ ਨੂੰ ਇਹੀ ਜੀ ਸਾਡੀ ਜਾਤ ਹੈ। ਇਉਂ ਪੋਚ ਨੀਚ ਚਮਿਆਰਾਂ ਜੁੱਤੇ ਗੰਢਣ ਵਾਲਿਆਂ ਦੀ ਸਾਡੀ ਸੰਗਤ ਹੈ। ਸੋਚ ਦਿਨ ਰਾਤੀ। ਇਹ ਰਾਤ ਦਿਨੇ ਵਿਚਾਰ ਪਈ ਰਹਿੰਦੀ ਹੈ ਸੱਚੇ ਪਾਤਸ਼ਾਹ ਸਾਡੀ ਪਵਿੱਤਰ ਅਸੀਂ ਕਿਵੇਂ ਹੋਵਾਂਗੇ, ਕਲਿਆਣ ਸਾਡੀ ਕਿਵੇਂ ਹੋਵੇਗੀ। ਮੇਰੀ ਸੰਗਤ ਜਿਹੜੀ ਹੈ ਪੋਚ ਨੀਚ ਵਿਕਾਰਾਂ ਦੀ ਹੈ। ਸੋਚ ਰਾਤ ਦਿਨੇ ਬਣੀ ਰਹਿੰਦੀ ਹੈ, ਵਿਚਾਰ ਚਿੰਤਾ ਪਈ ਰਹਿੰਦੀ ਹੈ। ਮੇਰਾ ਕਰਮ ਕੁਟਲਤਾ ਜਨਮ ਕੁ ਭਾਂਤੀ। ਇਹ ਮਹਾਰਾਜ ਜੀ ਮੇਰਾ ਜਿਹੜਾ ਕਰਮ ਹੈ ਇਹ ਕੁਟਲਤਾ ਨੀਚਤਾਈ ਵਾਲਾ ਹੈ। ਜੁੱਤੇ ਆਦਿਕਾਂ ਦੇ ਗੰਢਣ ਦਾ ਪਾਣਾ ਗੰਢੇ ਰਾਹ ਵਿੱਚ ਬੈਠਾ ਜੁੱਤੇ ਗੰਢਿਆ ਕਰਦਾ ਸੀ। ਇਸ ਪ੍ਰਕਾਰ ਮੇਰਾ ਕਰਮ ਕੁਟਲਤਾਈ ਵਾਲਾ ਟੇਢਤਾਈ ਵਾਲਾ ਹੈ, ਜੋੜੇ ਗੰਢਣ ਦਾ ਹੈ। ਜਨਮ ਕੁ ਭਾਂਤੀ ਜਨਮ ਕੁ ਭਾਂਤੀ। ਮੇਰਾ ਮਾਰਾ ਕਰਮ ਕੁਟਲ ਟੇਢਤਾਈ ਵਾਲਾ ਹੈ। ਹਮੇਸ਼ਾ ਜੁੱਤੇ ਆਦਿ ਗੰਢਦੇ ਹਾਂ ਅਸੀਂ, ਤੇ ਜਨਮ ਖੋਟੇ ਲੱਗਣ ਦਾ ਹੈ ਜੀ। ਰਾਮ ਗੁਸਈਆ ਜੀ ਕੇ ਜੀਵਨਾ। ਪਿਤਾ ਸੰਤੋਖਾ ਸੀ ਜੋ ਠੇਕੇਦਾਰ ਸੀ, ਅਤੇ ਮਾਤਾ ਹੋਰ ਕੁਲ ਦੀ ਸੀ। ਇਸ ਪ੍ਰਕਾਰ ਖੋਟੀ ਭਾਨ ਦਾ ਜਨਮ ਹੈ। ਰਾਮ ਗੁਸਈਆ ਜੀ ਕੇ ਜੀਵਨਾ। ਇਹ ਰਾਮ ਰਮੇ ਹੋਏ ਪਰਮੇਸ਼ਰ ਗੁਸਈਆ ਪ੍ਰਿਥਵੀ ਦੇ ਮਾਲਕ, हे ਸਾਰਿਆਂ ਜੀਆਂ ਦੇ ਜੀਵਨ ਰੂਪ ਚੇਤਨ ਬ੍ਰਹਮ। ਮੋਹਿਨਾ
ਨਾ ਵਿਸਾਰਹੁ ਮੈਂ ਜਨ ਤੇਰਾ। ਰਾਮਾਨੰਦ ਜੀ ਦੇ ਸ਼ਰਾਬ ਕਰਕੇ ਇਹਨਾਂ ਦਾ ਜਨਮ ਹੋਇਆ ਸੀ। ਇਹ ਸੰਤੋਖਾ ਜਿਹੜਾ ਸ਼ਾਹੂਕਾਰ ਸੀ, ਇਹਦੇ ਘਰ ਪੁੱਤਰ ਨਹੀਂ ਸੀ ਹੁੰਦਾ। ਇਹ ਛੇਤਰ ਲਾਇਆ ਹੋਇਆ ਸੀ, ਇਹ ਸੰਸੀਧਾ ਦਿਆ ਕਰਦਾ। ਤੇ ਰਾਮਾਨੰਦ ਜੀ ਦਾ ਹੁਕਮ ਸੀ ਕਿ ਕਿਸੇ ਨੀਚ ਦੇ ਘਰੋਂ ਪਈ ਮੇਰੇ ਵਾਸਤੇ ਭੋਜਨ ਨਹੀਂ ਲਿਆਉਣਾ। ਇਹ ਵਰਖਾ ਬਹੁਤ ਸਾਰੀ ਪੈਂਦੀ ਸੀ। ਕਬੀਰ, ਨਾਮਦੇਵ ਇਹ ਵੀ ਪਿਛਲੇ ਜਨਮ 'ਚ ਬ੍ਰਹਮਚਾਰੀ ਸਨ। ਇਹ ਰਵਿਦਾਸ ਵੀ ਬ੍ਰਹਮਚਾਰੀ ਸੀ। ਉਸ ਵੇਲੇ ਸੰਤੋਖੇ ਨੂੰ ਬਾਹਲੀ ਵਰਖਾ ਹੋਣੇ ਕਰਕੇ ਸਾਰੇ ਬ੍ਰਹਮਚਾਰੀ ਭਿੱਜ ਕੇ ਭਿਖਿਆ ਲੈਣ ਗਏ। ਇਹਨ ਬੇਨਤੀ ਕੀਤੀ ਕਿ ਮਹਾਰਾਜ ਮੇਰਾ ਹੀ ਅੱਜ ਭਿਖਿਆ ਰਾਮਾਨੰਦ ਨੂੰ ਛਕਾਓ। ਸਿੱਧਾ ਲਿਆ ਕੇ ਰਵਿਦਾਸ ਆਗੂ ਹੋ ਗਿਆ ਇਹਨਾਂ ਚੋਂ ਖਾਇਆ। ਉਸ ਵੇਲੇ ਚਮਿਆਰਾਂ ਦੀਆਂ ਕੁੰਨਾ ਹੀ ਕੁੰਨਾ ਦੱਸਣਾ। ਬੁਲਾ ਕੇ ਰਾਮਾਨੰਦ ਨੂੰ ਪੁੱਛਿਆ ਵੀ ਕਿਹਦਾ ਭੋਜਨ ਅੱਜ ਮੈਨੂੰ ਛਕਾਇਆ ਹੈ, ਮੇਰਾ ਚਿੱਤ ਨਹੀਂ ਟਿਕਦਾ। ਫਿਰ ਸਾਰਿਆਂ ਨੂੰ ਸੱਚ ਸੱਚ ਦੱਸਦਾ। ਕਹਿੰਦੇ ਜਾਓ ਪੁੱਛ ਕੇ ਆਓ ਉਹ ਕਾਹਦੇ ਵਾਸਤੇ ਛੇਤਰ ਲਾਇਆ ਹੈ। ਪੁੱਛਿਆ ਜੀ ਪੁੱਤਰ ਨਹੀਂ ਉਹਦੇ ਹੈ। ਕਹਿਣ ਲੱਗਾ ਰਾਮਾਨੰਦ ਪੁੱਤ ਮੈਂ ਤਾਂ ਨਹੀਂ ਹੁਣ ਬਣਨਾ। ਰਵਿਦਾਸ ਨੂੰ ਕਿਹਾ ਤੂੰ ਜਾ ਕੇ ਬਣ। ਇਹ ਕਹਿਣ ਲੱਗਾ ਚੰਗਾ ਮੈਂ ਜੰਮ ਤਾਂ ਪੈਂਦਾ ਉਹਨਾਂ ਦੇ ਘਰ, ਪਰ ਮੇਰੀ ਉਸੇ ਜਨਮ 'ਚ ਮੁਕਤੀ ਹੋ ਜੇ ਵਰ ਦੇ ਦੇ। ਇਹ ਰਾਮਾਨੰਦ ਨੇ ਕਿਹਾ ਚੰਗਾ ਮੇਰਾ ਵਰ ਰਿਹਾ ਉਸੇ 'ਚ ਤੂੰ ਮੁਕਤ ਹੋ ਜਾਏਗਾ। ਇਹ ਇਹਨਾਂ ਦੇ ਘਰ ਜਦੋਂ ਚਮਿਆਰੀ ਦੇ ਜੰਮਿਆ ਦੁੱਧ ਨਾ ਚੁੰਗੇ। ਰਾਮਾਨੰਦ ਜਾ ਕੇ ਗੁਰਮੰਤਰ ਦੇਤਾ। ਕਹਿੰਦੇ ਤੂੰ ਅਸੰਗ ਹੈ, ਹੁਣ ਤੈਨੂੰ ਕੋਈ ਪਾਪ ਨਹੀਂ, ਤੂੰ ਛਕ ਲੈ ਦੁੱਧ। ਉਸ ਵੇਲੇ ਦੁੱਧ ਚੁੰਗਿਆ ਸੀ। ਇਸ ਪ੍ਰਕਾਰ ਉਹ ਨਿਮਰਤਾ ਨਾਲ ਪਹਿਲੇ ਬਚਨ ਕਹਿ ਰਹੇ ਹਨ। ਮੇਰਾ ਕਰਮ ਕੁਟਲਤਾ ਜਨਮ ਕੋ ਭਾਂਤੀ। ਮੇਰਾ ਮਾਰਾ ਕਰਮ ਇਸ ਤਰ੍ਹਾਂ ਕੁਟਲਤਾਈ ਵਾਲਾ ਜਨਮ ਖੋਟੇ ਲੱਗਣ ਦਾ ਹੈ। ਰਾਮ ਗੁਸਈਆ ਜੀ ਕੇ ਜੀਵਨ। ਇਹ ਰਾਮ ਪਰਮੇਸ਼ਰ ਪ੍ਰਿਥਵੀ ਦੇ ਸਾਈਂ ਸਾਰਿਆਂ ਜੀਆਂ ਦੇ ਜੀਵਨ ਰੂਪ। ਮੋਹ ਨਾ ਵਿਸਾਰਹੁ ਮੈਂ ਜਨ ਤੇਰਾ। ਮੈਂ ਤਾਂ ਮਾਰਾ ਤੇਰਾ ਜਨ ਹਾਂ। ਇਸ ਕਰਕੇ ਮੈਨੂੰ ਕਦੇ ਭੁਲਾਓ ਨਾ, ਹਰ ਵਕਤ ਚੇਤੇ ਰੱਖੋ, ਸਿਮਰਨ ਕਰਦੇ ਰਹੀਏ ਆਪਦਾ। ਰਹਾਉ ਮੇਰੀ ਹਰਹੁ ਵਿਪਤ ਜਨ ਕਰੋ ਸੁਭਾਈ। ਇਹ ਮਾਰਾ ਮੇਰੀ ਜਿਹੜੀ ਵਿਪਤ ਹੈ ਜੰਮਣ ਮਰਨ ਦੀ ਇਹ ਮੇਲ ਦਿਓ ਆਪ। ਜਨ ਕਰੋ ਸੁਭਾਈ ਮੇਰੀ ਜਨ ਦੀ ਸੱਚੇ ਪਾਤਸ਼ਾਹ। ਸੋ ਭਾਵਨਾ ਪ੍ਰੇਮ ਪੂਰਾ ਕਰੋ ਸੱਚੇ ਪਾਤਸ਼ਾਹ। ਸੁਭਾਈ ਮੇਰੇ ਜਨ ਦੇ ਤਾਈ ਮੇਰੀ ਜਿਸ ਕਰਕੇ ਮਹਾਰਾਜ ਆਪਦੀ ਭਗਤੀ ਦੀ ਸੋਭਾ ਪ੍ਰਾਪਤ ਹੋਵੇ ਉਹ ਸਾਡੇ ਨਾਲ ਸੱਚੇ ਪਾਤਸ਼ਾਹ ਭਾਵਨ ਕਰੋ। ਜਨ ਕਰੋ ਸੁਭਾਈ ਇਹ ਜਨਾਂ ਦੀ ਭਗਤੀ ਰੂਪ ਸੋਭਾ ਦੇਣ ਦੀ ਸੋਭਾ ਪੈਦਾ ਕਰੋ। ਚਰਨ ਨਾ ਛਾਡੋ ਸਰੀਰ ਕਲ ਜਾਈ। ਇਹ ਮਹਾਰਾਜ ਮੇਰਾ ਸਰੀਰ ਜਿਹੜਾ ਹੈ ਇਹ ਬਿਸ਼ੱਕ ਪਰਸੋਂ ਨੂੰ ਜਾਂਦਾ ਹੋਇਆ ਕੱਲ ਨੂੰ ਚਲਿਆ ਜਾਵੇ, ਪਰ ਆਪਦੇ ਚਰਨਾਂ ਕਰੂ ਨਾ ਮੈਂ ਛੱਡਾਂ। ਹਰ ਵਕਤ ਆਪਦਾ ਸਿਮਰਨ ਕਰਦਾ ਰਹਾਂ। ਇਹੋ ਮੈਂ ਆਪਦੇ ਪਾਸੋਂ ਮੰਗਦਾ ਹਾਂ। ਚਰਨ ਨਾ ਛੱਡੋ। ਚਰਨ ਨਾ ਛਾਡੋ ਸਰੀਰ ਕਲ ਜਾਈ। ਅਥਵਾ ਚਰਨ ਨਾ ਮੈਂ ਛੱਡਾਂ ਆਪਦੇ ਕਲ ਜਿਹੜੇ ਸੁੰਦਰ ਹੋਏ। ਸਰੀਰ ਭਾਵੇਂ ਚਲਿਆ ਜਾਏ ਜਾਂ ਸਰੀਰ ਜਿਹੜਾ ਕਲ ਸੁੰਦਰ ਹੈ ਭਾਵੇਂ ਚਲਿਆ ਜਾਵੇ, ਆਪਦੇ ਚਰਨਾਂ ਕਰੂ ਨਾ ਮੈਂ ਛੱਡਾਂ। ਇਉਂ ਕਲ ਸ਼ਬਦ ਦੇ ਤਿੰਨ ਅਰਥ ਕਰਨੇ। ਇੱਕ ਤਾਂ ਪਰਸੋਂ ਨੂੰ ਜਾਂਦਾ ਕੱਲ ਨੂੰ ਚਲਿਆ ਜਾਵੇ, ਇੱਕ ਕਲ ਸੁੰਦਰ ਆਪਦੇ ਚਰਨ ਨਾ ਛੱਡਣਾ, ਇੱਕ ਕਲ ਸੋਹਣਾ ਸਰੀਰ ਭਾਵੇਂ ਚਲਿਆ ਜਾਵੇ। ਕਹੋ ਰਵਿਦਾਸ ਪਰੋ ਤੇਰੀ ਸਾਂਭਾ। ਰਵਿਦਾਸ ਭਗਤ ਜੀ ਕਹਿੰਦੇ ਨੇ ਹੇ ਪਰਮੇਸ਼ਰ ਮੈਂ ਆਪਦੀ ਸਾਂਭ ਨਾਲ ਸ਼ਰਨ ਵਿੱਚ ਪਿਆ ਹਾਂ, ਕਿਰਪਾ ਕਰੋ ਤੁਸੀਂ ਸਾਂਭੋ ਹੁਣ ਮੈਨੂੰ। ਆਪਦੀ ਸ਼ਰਨ ਲਈ ਹੈ, ਜਮਦੂਤ ਨਾ ਮੈਨੂੰ ਲੈ ਜਾਣ ਕਿਤੇ। ਬੇਗ ਮਿਲੋ ਜਨ ਕਰ ਨਾ ਬਿਲੰਬਾ। ਇਹ ਮਹਾਰਾਜ ਮੈਨੂੰ ਜਨ ਬੇਗ ਛੇਤੀ ਮਿਲੋ, ਕਿਰਪਾ ਕਰੋ। ਜਨ ਕਰਨ ਮੇਰੇ ਉਧਾਰ ਕਰਨ ਵਾਸਤੇ ਆਪਦੇ ਜਨ ਨੂੰ ਬੁਲਾਂਬਾ ਦੇਰ ਨਾ ਕਰੋ ਜੀ। ਛੇਤੀ ਕਿਰਪਾ ਕਰਕੇ ਮੈਨੂੰ ਆਪਦੇ ਨਾਲ ਮੇਲ ਲਓ। ਬੇਗਮਪੁਰਾ ਸ਼ਹਿਰ ਕੋ ਨਾਉ। ਭਗਤ ਰਵਿਦਾਸ ਜੀ ਪਰਮੇਸ਼ਰ ਦੇ ਪ੍ਰੇਮ 'ਚ ਲੀਨ ਹੋਏ ਸੀ। ਕਿਸੇ ਸਾਧੂ ਨੇ ਆ ਕੇ ਪ੍ਰਸ਼ਨ ਕੀਤਾ ਕਿ ਇਹ ਭਗਤ ਜੀ ਤੂੰ ਕਿਹੜੀ ਜਗ੍ਹਾ ਰਹਿਣਾ ਹੈ? ਬੇਗਮਪੁਰਾ ਸ਼ਹਿਰ ਕੋ ਨਾਉ। ਇਹ ਕਹਿਣ ਲੱਗੇ ਭਾਈ ਬੇਗਮਪੁਰਾ ਸਾਡੇ ਸ਼ਹਿਰ ਦਾ ਨਾਮ ਹੈ। ਪਟਨੇ ਸਾਹਿਬ ਦੇ ਸਟੇਸ਼ਨ ਦਾ ਨਾਮ ਵੀ ਬੇਗਮਪੁਰਾ ਹੈ। ਸੋ ਫਰਮਾਉਂਦੇ ਹਨ ਭਗਤ ਜੀ ਬੇਗਮਪੁਰਾ ਬੇਗਮ ਜਿੱਥੇ ਗਮ ਸੋਕ ਨਹੀਂ ਕਿਸੇ ਪ੍ਰਕਾਰ ਦਾ, ਅਤੇ ਪੂਰਨ ਹੈ ਜਿਹੜਾ ਸਾਰਿਆਂ ਥਾਂ ਵਿੱਚ ਸੋਗ ਤੋਂ ਰਹਿਤ ਅਨੰਦ ਸਰੂਪ ਜੋ ਪੂਰਨ ਹੈ। ਐਸਾ ਸਾਡਾ ਸ਼ਹਿਰ ਹੈ ਸਰੂਪ ਪਰਮੇਸ਼ਰ ਦਾ, ਉਹ ਸਾਡੇ ਸ਼ਹਿਰ ਦਾ ਨਾਮ ਹੈ ਬੇਗਮ। ਜਿੱਥੇ ਸਾਧ ਸੰਗਤ ਜੀ ਬੇਦੁਆਇਤ ਦੀ ਗਮਤਾ ਨਹੀਂ, ਦੁਆਇਤ ਤੋਂ ਰਹਿਤ ਅਦੁਆਇਤ ਰੂਪ ਜੋ ਸਥਾਨ ਹੈ ਉਹ ਸਾਡਾ ਸ਼ਹਿਰ ਹੈ। ਉਹ ਸ਼ਹਿਰ ਸਰੂਪ ਰੂਪੀ ਸ਼ਹਿਰ 'ਚ ਸਾਡੇ ਸ਼ਹਿਰ ਦਾ ਨਾਮ ਹੈ। ਇਸੇ ਪ੍ਰਕਾਰ ਗਮ ਡਰ ਦਾ ਨਾਮ ਹੈ। ਡਰ ਤੋਂ ਰਹਿ ਨਿਰਭਉ ਸਰੂਪ ਪੂਰਨ
ਸਾਡੇ ਸ਼ਹਿਰ ਦਾ ਨਾਮ ਹੈ। दुख अंदोह नहीं ते था। ਉਹ ਜਗ੍ਹਾ ਜੰਮਣ ਮਰਨ ਦਾ ਦੁੱਖ ਵੀ ਹੈ ਨਹੀਂ। ਅੰਦੋ ਨਾਮ ਸੰਸੇ ਲੈਂਦਾ ਅੰਦੇਸੇ ਦਾ, ਸੰਸਾ ਵੀ ਕਿਸੇ ਪ੍ਰਕਾਰ ਦਾ ਨਹੀਂ ਉੱਥੇ। ਨਾ ਜੰਮਣ ਮਰਨ ਦਾ ਦੁੱਖ ਹੈ, ਨਾ ਸੰਸੈ ਪ੍ਰਮਾਣ ਪਰਮੇਵ ਪਰਦੇ ਆਦਿਕ ਸੰਸੇ ਹੈ ਕਿਸ ਜਗ੍ਹਾ 'ਚ। ना तसवीस खिराज ना माल। ਉੱਥੇ ਤਸਵੀਸ ਕਹਿੰਦੇ ਪੀੜਾ ਵੀ ਨਹੀਂ ਕਿਸੇ ਪ੍ਰਕਾਰ ਦੀ ਹੈ, ਤੇ ਤਸਵੀਸ ਸ਼ਰਮਿੰਦਗੀ ਵੀ ਨਹੀਂ ਕਿਸੇ ਪ੍ਰਕਾਰ ਦੀ, ਤਸਵੀਸ ਚਿੰਤਾ ਵੀ ਨਹੀਂ ਕਿਸੇ ਪ੍ਰਕਾਰ ਦੀ, ਅਤੇ ਖਰਾਜ ਨਾ ਮਾਲ, ਖਰਾਜ ਟੈਕਸ ਵੀ ਨਹੀਂ ਕੋਈ ਲੈ ਸਕਦਾ। ਨਾ ਅਸਲੀ ਸੰਪਦਾ ਸਾਡੇ ਕੋਲ ਮਾਲ ਭਰਿਆ ਹੋਇਆ ਹੈ। ਖਰਾਜ ਛਿੱਲਦਾ ਵੀ ਨਹੀਂ ਕੋਈ, ਜਿਵੇਂ ਛਿੱਲਦੇ ਆ ਲੋਕ, ਛਿੱਲ ਲਾ ਦਿੰਦੇ ਆ ਲੋਕਾਂ ਨੂੰ ਦੁੱਖ ਦੇ ਦੇ ਕੇ, ਇਉਂ ਛਿੱਲਣਾ ਵੀ ਨਹੀਂ ਹੁੰਦਾ ਉੱਥੇ। ਖਰਾਜ ਟੈਕਸ ਵੀ ਨਹੀਂ ਕੋਈ ਭਰਦਾ, ਤੇ ਨਾ ਮਾਲ ਅਸਲੀ ਸੰਪਦਾ ਦਾ ਸਾਡੇ ਪਾਸ ਹੈ, दैवी संपदा साढ़े पास है। खौफ ना खता ना तरस जवाब। इस प्रकार ना तुसी शर्मिंदगी है, ना खराज टैक्स भरते हैं, ना असली संपदा का माल है, ना चिंता है, ना पीड़ा है। खौफ ना खता ना तरस जवाब। खौफ सानू किसी का डर नहीं, निर्भय भये सगल भाव गए, निर्भय हो गए, सारा भय चलिया गया है। ਅਤੇ ਨਾ ਖਤਾ ਖੌਫ ਡਰ ਤਾਂ ਹੋਵੇ ਜੇ ਗੁਨਾਹ ਕਰੀਏ, ਇਸ ਕਰਕੇ ਖਤਾ ਗੁਨਾਹ ਨਹੀਂ ਕੋਈ ਹੈ। ਨਾ ਤਰਸ ਜਵਾਲ, ਅਤੇ ਤਰਸ ਕੋਈ ਦੁਖੀ ਹੋਏ ਤਾਂ ਉਹਦੇ ਤਰਸ ਕਰੀਦਾ ਹੈ। ਇਸ ਆਨੰਦ ਸਰੂਪ ਵਿੱਚ ਦੁਖੀ ਹੈ ਹੀ ਨਹੀਂ ਕੋਈ, ਇਸ ਕਰਕੇ ਤਰਸ ਨਹੀਂ ਕਰਨਾ ਪੈਂਦਾ। ਅਤੇ ਤਰਾਸ ਡਰ ਵੀ ਹੈ ਨਹੀਂ, ਜਵਾਲ ਘਾਟਾ ਵੀ ਨਹੀਂ ਹੈ। ਜਵਾਲ ਕਿਸੇ ਪ੍ਰਕਾਰ ਦਾ ਇੱਥੇ जवाल घाटा भी नहीं है। इस प्रकार आग मोह खूब वतन गह पाई। इस प्रकार पीड़ा तो भी रहत हो गए हैं। अब मोह खूब वतन गह पाई। अब असी मोह मैन है इस काल च खूब चंगी वतन देश की गह जगह पाउना कीती। चंगा देश आत्म स्वरूप है, उस जगह तुरिया पद ਨੂੰ ਅਸੀਂ ਪਾਉਣਾ ਕੀਤਾ ਹੈ। ਊਹਾਂ ਖੈਰ ਸਦਾ ਮੇਰੇ ਭਾਈ। ਉਸ ਬੇਗਮਪੁਰੇ ਵਿੱਚ ਸਦਾ ਖੈਰ ਭਲਾਈ ਹੈ, ਖੈਰ ਸੁਖ ਹੈ, ਆਨੰਦ ਹੈ ਮੇਰੇ ਭਾਈ। ਰਹਾਉ ਕਾਇਮ ਦਾਇਮ ਸਦਾ ਪਾਤਸ਼ਾਹੀ। ਉੱਥੇ ਕਾਇਮ ਦਾ ਕਾਇਮ ਇਸਤਤ ਹੈ, ਦਾਇਮ ਹਮੇਸ਼ਾ ਲਈ ਇਸਤਤ ਹੈ, ਸਦਾ ਪਾਤਸ਼ਾਹੀ ਹੈ ਸਰੂਪ ਦੀ। ਕਦੇ ਉਹ ਪਾਤਸ਼ਾਹੀ ਨਾਸ ਨਹੀਂ ਹੁੰਦੀ, ਜਿਵੇਂ ਇੱਥੇ ਪਾਤਸ਼ਾਹੀਆਂ ਬਦਲ ਜਾਂਦੀਆਂ, ਇਉਂ ਬਦਲਣ ਵਾਲੀ ਸੱਚਖੰਡ ਦੀ ਪਾਤਸ਼ਾਹੀ ਨਹੀਂ। ਸਦਾ ਕਾਇਮ ਇਸ ਤੋਂ ਰਹਿਣ ਵਾਲੀ ਦਾਇਮ ਹਮੇਸ਼ਾ ਹੀ ਪਾਪ ਸਰੂਪ ਦੀ ਸ਼ਾਹੀ ਮਾਲਕੀ ਹੈ, ਸਰੂਪ ਰੂਪੀ ਤਖਤ ਦੀ। ਦੋ ਨਾ ਸੇਮ ਏਕ ਸੋ ਆਹੀ। ਉੱਥੇ ਦੋਮ ਵਜ਼ੀਰ ਹੁੰਦਾ ਹੈ, ਅਵਲ ਬਾਦਸ਼ਾਹ ਹੁੰਦਾ ਹੈ ਤੇ ਦੋਮ ਵਜ਼ੀਰ ਹੁੰਦਾ ਹੈ। ਸੇਮ ਤੀਜਾ ਖਜ਼ਾਨਚੀ ਬਖਸ਼ੀ ਹੁੰਦਾ ਹੈ। ਉੱਥੇ ਕਹਿੰਦੇ ਨਾ ਦੋਮ ਕੋਈ ਵਜ਼ੀਰ ਹੈ, ਬੇਵਜ਼ੀਰ ਬੜੇ ਧੀਰ ਧਰਮ ਧੀਰ ਅੰਗ ਧਰਮ ਅੰਗ ਅਲਖ ਦਮ ਖੇਲ ਕੀ ਆਪਣੇ ਉਸ਼ਾਹ ਜੀਓ। ਕਿਉਂ ਦੋਮ ਵਜ਼ੀਰ ਵੀ ਨਹੀਂ ਉੱਥੇ। ਸੇਮ ਤੀਜਾ ਬਖਸ਼ੀ ਖਜ਼ਾਨਚੀ ਵੀ ਨਹੀਂ ਹੈ, ਫੌਜਾਂ ਨੂੰ ਤਨਖਾਹ ਬਖਸ਼ਣ ਵਾਲਾ। ਏਕ ਸੋ ਆਹੀ। ਇੱਕੋ ਹੀ ਉੱਥੇ ਉਹ ਪਰਮੇਸ਼ਰ ਆਹੀ ਹੈ, ਉਹਨੂੰ ਚਾਹੁੰਦੇ ਹਾਂ। ਦੋਮ ਦੁਆਇਕ ਵੀ ਉੱਥੇ ਹੈ ਨਹੀਂ, ਦੋਮ ਰਾਗ ਤੇ ਦੁਆਇਕ ਦੋ ਹੈ ਨਹੀਂ, ਜੀਵ ਇਸ ਦਾ ਭੇਦ ਹੈ ਨਹੀਂ। ਸੇਮ ਤਿੰਨ ਗੁਣ ਵੀ ਹੈ ਨਹੀਂ, ਤਿੰਨ ਪ੍ਰਕਾਰ ਦੀ ਵਾਸ਼ਨਾ ਵੀ ਨਹੀਂ ਹੈ। ਸੇਮ ਤਿੰਨ ਪ੍ਰਕਾਰ ਦਾ ਜਾਗਰ ਸੁਪਨ ਸੁਖੋਪਤ ਅਵਸਥਾ ਵੀ ਨਹੀਂ ਹਨ। ਤੇ ਸੇਮ ਤਿੰਨੇ ਦੇਹਾਂ ਕਾਰਨ ਸੂਖਮ ਸਥੂਲ ਇਹ ਦੇਹਾਂ ਵੀ ਨਹੀਂ ਹੈ। ਏਕ ਸੋ ਆਹੀ। ਇੱਕੋ ਹੀ ਉਹਦਾ ਸਰੂਪ ਆਹੀ ਹੈ। ਉਹ ਆਵਾਦਾਨ ਸਦਾ ਮਸ਼ਹੂਰ। ਉਹ ਆਵਾਦਾਨ ਆਬਾਦੀ ਹੈ ਹਮੇਸ਼ਾ ਲਈ, ਭਗਤਾਂ ਦੀ ਆਬਾਦੀ ਐਸੀ ਹੈ। ਸ਼ਲੋਕ ਮੁਕਤੀ ਵਾਲੇ, ਸਮੀ ਮੁਕਤੀ ਵਾਲੇ, ਸੁਜੁਜ ਮੁਕਤੀ ਵਾਲੇ ਅਤੇ ਇਸ ਪ੍ਰਕਾਰ ਸ਼ਲੋਕ ਸਰੂਪ ਮੁਕਤੀ, ਸ਼ਲੋਕ ਮੁਕਤੀ, ਸਮੀ ਮੁਕਤੀ, ਸੁਜੁਜ ਮੁਕਤੀ ਵਾਲੇ ਆਬਾਦੀ ਹੈ। ਤੇ ਕੇਵਲ ਮੋਖ ਵਾਲੇ ਸਦਾ ਮਸ਼ਹੂਰ ਹਨ, ਉਹ ਦੁਨੀਆ 'ਚ ਪ੍ਰਗਟ ਹਨ। ਊਹਾਂ ਗਨੀ ਬਸ ਹੈ ਮਾਮੂਰ। ਉੱਥੇ ਜਿਹੜੇ ਮਹਾਰਾਜ ਦੇ ਭਗਤ ਹੈ ਨਾ ਗਨੀ ਧਨੀ, ਇਹ ਮਮੂਰ ਲਵਾ ਲਵ ਗੁਣਾ ਕਰਕੇ ਭਰੇ ਹੋਏ, ਨਾਮ ਰੂਪੀ ਖਜ਼ਾਨੇ ਨਾਲ ਉਹਨਾਂ ਦੇ ਹਿਰਦੇ ਖਜ਼ਾਨੇ ਭਰੇ ਹੋਏ ਹੈ। ਇਹੋ ਜਿਹੇ ਧਨੀ ਵਸਦੇ ਆ ਨਾਮ ਦੇ ਪਿਆਰੇ। ਤਿਉ ਤਿਉ ਸੈਲ ਕਰਹਿ ਜਿਉ ਭਾਵੈ। ਜਿਸ ਪ੍ਰਕਾਰ ਕੋਈ ਭੇਤੀ ਹੋਵੇ ਨਾ ਰਾਜ ਮਹਿਲ ਦਾ, ਉੱਥੇ ਉਹ ਭੇਤੀ ਨੂੰ ਕੋਈ ਰੋਕ ਨਹੀਂ ਸਕਦਾ। ਤਿਉਂ ਤਿਉਂ ਸੈਲ ਕਰੇ, ਉਵੇਂ ਉਹ ਸੈਲ ਵਿਚਰਨਾ ਕਰਦੇ ਜਿਵੇਂ ਉਹਨਾਂ ਨੂੰ ਭਾਉਂਦਾ ਹੈ। ਇਵੇਂ ਅਸੀਂ ਤਿਵੇਂ ਚੌਥੀ ਭੂਮਿਕਾ ਵਾਲੇ, ਪੰਜਵੀਂ ਵਾਲੇ, ਛੇਵੀਂ ਵਾਲੇ, ਸੱਤਵੀਂ ਵਾਲੇ ਸੈਲ ਵਿਚਰਨਾ ਕਰਦੇ ਸਰੂਪਾਨੰਦ 'ਚ।
ਜਿਵੇਂ ਸਾਨੂੰ ਭਾਉਂਦਾ ਹੈ। ਮਹਿਰਮ ਮਹਿਲ ਨਾ ਕੋ ਅਟਕਾਵੇ। ਜਿਹੜਾ ਮਹੱਲ ਦਾ ਮਹਿਰਮ ਭੇਤੀ ਹੋਵੇ ਉਹਨੂੰ ਕੋਈ ਅਟਕਾਰ ਨਹੀਂ ਪਾ ਸਕਦਾ ਹੁੰਦਾ। ਇਸੇ ਪ੍ਰਕਾਰ ਸੰਤ ਜਿਹੜੇ ਆ ਮਹਿਲ ਸਰੂਪ ਦੇ ਭੇਤੀ ਹਨ, ਜਾਣੂ ਹਨਗੇ। ਉਹਨਾਂ ਨੂੰ ਕੋਈ ਰਾਗ ਦੁਐਖ ਕਖਾਇ ਦੋਖ ਆਦਿਕ ਜਿਹੜੇ ਹਨਗੇ ਰੁਕਾਵਟ ਪਾਉਣ ਵਾਲੇ, ਇਹ ਕਿਸੇ ਪ੍ਰਕਾਰ ਦਾ ਕੋਈ ਅਟਕਾਰ ਨੇ। ਕੁਬੁੱਧ ਆਦਿਕ ਮਿਥਿਆ ਦ੍ਰਿਸ਼ਟੀ ਆਦਿਕ ਕੋਈ ਅਟਕਾਰ ਨਹੀਂ ਪਾਉਂਦੀ। ਵਿਦਿਆ ਆਦਿਕ ਆਪਦੇ ਸਰੂਪ ਚ ਲੀਨ ਹਨ। ਕਹਿ ਰਵਿਦਾਸ ਜਮਦੂਤ ਆਦਿਕ ਕੋਈ ਸਵਰਗ ਦੇ ਸੁਖੀ ਬਰਮ ਲੋਕ ਦੇ ਸੁਖਾਂ ਵਾਲੇ ਵੀ ਕੋਈ ਅਟਕਾਰ ਨਹੀਂ ਸਕਦੇ। ਕਹਿ ਰਵਿਦਾਸ ਖਲਾਸ ਚਮਾਰਾ। ਰਵਿਦਾਸ ਭਗਤ ਜੀ ਕਹਿੰਦੇ ਸੀ ਭਾਈ ਖਲਾਸ ਚਮਾਰਾ, ਖਾਲਸ ਚਮਿਆਰ ਹਾਂ, ਖਲਾਸ ਸੁੱਧ ਚਮਿਆਰ ਹਾਂ। ਕੋਈ ਇਹਦੇ ਚ ਕੋਈ ਫਰਕ ਨਹੀਂ। ਕਹਿੰਦੇ ਇਸ ਤਾਂ ਵੀ ਚਮਿਆਰਾਂ ਦੇ ਘਰ ਜੰਮੇ ਹੋਏ ਹਾਂ। ਜੋ ਹਮ ਸਹਿਰੀ ਸੋ ਮੀਤ ਹਮਾਰਾ। ਜਿਹੜਾ ਸਾਡਾ ਸ਼ਹਿਰ ਦੇ ਵਿੱਚ ਹੈ, ਖਲਾਸ ਬੰਧਨਾਂ ਤੋਂ ਛੁੱਟੇ ਹੋਏ ਹਾਂ। ਅਸੀਂ ਖੁੱਲੇ ਹੋਏ ਹਾਂ ਬੰਧਨਾਂ ਤੋਂ, ਕਰਤਾ ਭੋਗਤਾ ਦੇ ਤੋਂ, ਹੰਗਤਾ ਮਮਤਿਆ ਦੇ ਤੋਂ, ਤੇ ਨਾ ਸਾਡਾ ਚਮਿਆਰ ਹੈ ਭਾਵੇਂ। ਜੋ ਹਮ ਸਹਿਰੀ ਸੋ ਮੀਤ ਹਮਾਰਾ। ਜਿਹੜਾ ਸਾਡੇ ਬੇਗਮਪੁਰੇ ਦਾ ਸ਼ਹਿਰੀ ਹੈ ਉਹ ਸਾਡਾ ਮਿੱਤਰ ਹੈ। ਜਿਨ੍ਹਾਂ ਜਮਾਂ ਦੀ ਪੁਰੀ ਜਾਣਾ, ਜੂਨਾ ਜਾਣਾ, ਉਹਨਾਂ ਨਾਲ ਸਾਡੀ ਮਿੱਤਰਤਾ ਕਾਦੀ। ਉਹਨਾਂ ਦਾ ਰਾਹ ਹੋਰ, ਸਾਡਾ ਹੋਰ ਰਾਹ ਹੋਇਆ। ਇਸੇ ਪ੍ਰਕਾਰ ਕਹਿ ਰਵਿਦਾਸ। ਕਹਿ ਰਵਿਦਾਸ ਖਲਾਸ ਚਮਾਰਾ। ਰਵਿਦਾਸ ਭਗਤ ਜੀ ਕਹਿੰਦੇ ਹਨ ਖਲਾਸ ਚਮਾਰਾ, ਖਲਾਸ ਬੰਧਿਆਂ ਤੋਂ ਮੁਕਤ ਹੋ ਗਏ ਹੈ। ਚਮਿਆਰ ਚੰਮਦੇ ਅਰੀਆਂ, ਦੇਹ ਅਧਿਆਸ ਦੇ ਬੈਰੀ ਹਾਂ ਅਸੀਂ। ਦੇਹ ਦਾ ਅਧਿਆਸ ਛੱਡ ਕੇ ਮੁਕਤ ਹੋ ਗਏ ਹਾਂ। ਜੋ ਹਮ ਸਹਿਰੀ ਸੋ ਮੀਤ ਹਮਾਰਾ। ਜਿਹੜਾ ਸਾਡੇ ਸਰੂਪ ਰੂਪੀ ਸ਼ਹਿਰ 'ਚ ਰਹਿਣ ਵਾਲਾ ਹੈ ਉਹ ਸਾਡਾ ਸੱਜਣ ਹੈ। ਸੋ ਜਿਨ੍ਹਾਂ ਨੂੰ ਦੁਨੀਆ ਦੇ 84 'ਚ ਵਿਚਰਨਾ ਉਹਦੇ ਨਾਲ ਸਾਡੀ ਮਿੱਤਰਤਾ ਹੀ ਖਾਦੀ ਹੈ। ਸਾਡਾ ਮਿੱਤਰ ਉਹ ਹੀ ਹੈ ਜਿਹੜਾ ਇਸ ਬੇਗਮਪੁਰੇ ਸ਼ਹਿਰ 'ਚ ਰਹਿਣ ਵਾਲਾ ਹੈ। ਕਹਿ ਰਵਿਦਾਸ ਖਲਾਸ ਚਮਾਰਾ। ਜੋ ਹਮ ਸਹਿਰੀ ਸੋ ਮੀਤ ਹਮਾਰਾ। ਵਾਹਿਗੁਰੂ ਜੀ ਕਾ ਖਾਲਸਾ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਗੌੜੀ ਬੈਰਾਗਨ ਰਵਿਦਾਸ ਜੀ। ਘਟ ਆਵ ਘਟ ਦੂਜਰ ਕਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਸਾਜੀ ਨਵਾਜੀ ਗੁਰੂ ਖਾਲਸਾ ਸਾਹਿਬ ਸੰਗਤ ਜੀ, ਅੰਤਰਜਾਮੀ ਗਰੀਬ ਨਿਵਾਸ ਸਤਿਗੁਰੂ ਸੱਚੇ ਪਾਤਸ਼ਾਹ ਭਗਤ ਰਵਿਦਾਸ ਜੀ ਦੀ ਬਾਣੀ ਗੌੜੀ ਅੰਦਰ ਸੱਚੇ ਪਾਤਸ਼ਾਹ ਉਚਾਰਨ ਕਰਦੇ ਹਨ। ਪੰਜਵੇਂ ਸਰੂਪ ਵਿੱਚ ਬੈਰਾਗਨ ਗੌੜੀ ਦੀ ਜਾਤੀ ਹੈ, ਰਵਿਦਾਸ ਭਗਤ ਜੀ ਦੀ ਬਾਣੀ ਹੈ। ਕਾਂਸੀ ਵਿੱਚ ਭਗਤ ਜੀ ਨਿਵਾਸ ਕਰਿਆ ਕਰਦੇ ਅਤੇ ਕਿਸੇ ਪ੍ਰੇਮੀ ਨੇ ਆ ਕੇ ਭਗਤ ਜੀ ਦੇ ਪਾਣੀ ਕਿਹਾ ਕਿ ਮਹਾਰਾਜ ਜੇ ਆਪ ਬੈਲ ਲੈ ਦਿਓ ਤੇ ਅਸੀਂ ਤੁਹਾਡੇ ਉਸ ਬੈਲ ਦੇ ਉੱਤੇ ਜਿੰਨੀ ਪੂੰਜੀ ਦਾ ਵਪਾਰ ਹੋਇਆ ਕਰੇ ਉਹ ਤੁਹਾਡੇ ਲੰਗਰ ਪਾਣੀ ਵਾਸਤੇ ਭੇਜਿਆ ਕਰਾਂਗਾ, ਇਹ ਤੁਸੀਂ ਕਿਰਪਾ ਕਰੋ। ਤਾਂ ਸੁਣ ਕੇ ਰਵਿਦਾਸ ਜੀ ਉਸ ਵੇਲੇ ਉਸ ਪ੍ਰੇਮੀ ਨੂੰ ਦੁਨੀਆ ਦਾ ਵਪਾਰ ਕਰਨ ਵਾਲੇ ਨੂੰ ਆਤਮ ਵਿਚਾਰ ਦੀ ਸਿੱਖਿਆ ਦਿੰਦੇ ਹੋਏ ਇਸ ਪ੍ਰਕਾਰ ਕਹਿੰਦੇ ਹਨ। ਇੱਕੋ ਅਦਵੈਤ ਰੂਪ ਪਰਮੇਸ਼ਵਰ ਹੈ, ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਗੌੜੀ ਬੈਰਾਗਨ ਜਾਤੀ ਹੈ। ਰਵਿਦਾਸ ਭਗਤ ਜੀ ਉਚਾਰਨ ਕਰਦੇ ਹਨ। ਕੋ ਬਨ ਜਾਰੋ ਰਾਮ ਕੋ ਮੇਰੇ ਟਾਂਡਾ ਲਾਦਿਆ ਜਾਏ ਰੇ। ਟਾਂਡਾ ਬੈਲਾਂ ਦੇ ਸਮੁਦਾਇ ਦਾ ਇਕੱਠ ਦਾ ਨਾਂ ਹੁੰਦਾ ਹੈ, ਲੱਦਿਆ ਹੋਇਆਂ ਦਾ। ਸੋ ਭਗਤ ਰਵਿਦਾਸ ਜੀ ਬੁਲੰਦ ਆਵਾਜ਼ ਨਾਲ ਕਹਿੰਦੇ ਕੋਈ ਹੈ ਭਾਈ ਬਣਜਾਰਾ, ਇਹ ਦੁਨੀਆ ਦੇ ਬਣਜਾਂ ਨੂੰ ਛੱਡ ਕੇ ਰਾਮ ਪਰਮੇਸ਼ਰ ਦੀ ਪ੍ਰਾਪਤੀ ਦਾ ਕੋਈ ਬਣਜਾਰਾ ਹੋਵੇ। ਮੇਰਾ ਬੈਲਾਂ ਦਾ ਸਮੁਦਾਇ ਸੂਖਮ ਸਥੂਲ ਕਾਰਨ ਦੇ ਹੈ ਜਿਹੜੀ ਇਹ ਟਾਂਡਾ ਬੈਲਾਂ ਦਾ ਸੌਦਾ ਹੈ। ਇਹਦੇ ਵਿੱਚ ਮਨ ਬਾਣੀ ਸਰੀਰ ਕਰਕੇ ਮੈਂ ਪਰਮੇਸ਼ਵਰ ਦਾ ਚਿੰਤਨ ਕਰਦਾ ਹਾਂ। ਇਹ ਮੇਰਾ ਬੈਲਾਂ ਦਾ ਸਮੁਦਾਇ ਰੂਪ ਟਾਂਡਾ ਇਹ ਲੱਭਿਆ ਜਾ ਰਿਹਾ ਹੈ। ਰਹੇ ਭਾਈ ਇਹ ਬੁਲੰਦ ਆਵਾਜ਼ ਨਾਲ ਤੁਸੀਂ ਭਗਤ ਰਵਿਦਾਸ ਜੀ ਕਾਰਨ ਕਰਦੇ ਹਨ। ਹੁਣ ਕਰੋ ਆਪ ਜੋ ਘਟ ਆਵ ਘਟ ਦੂਜਰ ਘਣਾ। ਪ੍ਰੇਮੀਆਂ ਸਾਡੇ ਪਾਸ ਵੀ ਬੈਲ ਹੈ। ਘਟ ਆਵ ਘਟ ਦੂਜਰ ਘਣਾ ਕਹਿੰਦੇ ਨੇ। ਘਟ ਇੱਕ ਰਸ ਆਵ ਘਟ ਔਖੀਆਂ ਘਾਟੀਆਂ ਜਿਹੜੀਆਂ ਹਨ ਕਾਮ ਕਰੋ ਲੋਭ ਮੋਹ ਹੰਕਾਰ
ਇਹ ਡੂੰਗਰ ਪਹਾੜਾਂ ਦੀ ਨਿਆਈ ਹਨ ਸੰਸਾਰ ਦੇ ਅੰਦਰ, ਅਤੇ ਘਾਟ ਸੁਗੜ ਘਾਟ ਚੰਗੇ ਕਰਮਾਂ ਨੂੰ ਕਰਕੇ ਉਹਨਾਂ ਦੇ ਫਲ ਦੀ ਇੱਛਾ ਦੇ ਸਹਿਤ ਹੋ ਕੇ ਹੰਕਾਰ ਕਰਨਾ ਜਿਹੜਾ ਚੰਗਿਆਂ ਗੁਣਾਂ ਦਾ, ਇਹ ਘੱਟ ਹਨਗੇ। ਤੇ ਕਾਮ ਕ੍ਰੋਧ ਆਦਿਕਾਂ ਦੀਆਂ ਔਖੀਆਂ ਘਾਟੀਆਂ ਹਨ। ਇਹ ਇੱਕ ਪਹਾੜਾਂ ਦੀ ਨਿਆਈ ਬਣੇ ਹੋਏ ਹੈ, ਡੂੰਗਰ ਪਹਾੜ ਘਣੇ ਬਣੇ ਹੋਏ ਹੈ। ਜਾਂ ਘਾਟਾਂਤਾ ਕਰਨ ਦੇ ਅੰਦਰ ਜੋ ਸ਼ੁਭ ਸੰਕਲਪ ਹੈ ਉਹ ਸ੍ਰੇਸ਼ਟ ਘਾਟ ਹਨਗੇ, ਜਿਹੜੇ ਮੰਦ ਸੰਕਲਪ ਹਨਗੇ ਉਹ ਅਵਕੜ ਘਾਟ ਹਨ, ਔਖੀਆਂ ਘਾਟੀਆਂ ਹਨਗੀਆਂ। ਅਤੇ 5 ਕੋਸਾਂ ਰੂਪੀ ਡੂੰਗਰ ਪਹਾੜ ਹੈ, ਘਣਾ ਬਹੁਤ ਸਾਰਾ ਲੰਘਣਾ ਮੁਸ਼ਕਿਲ ਹੈ। ਇਸੇ ਪ੍ਰਕਾਰ ਘਟ ਹਿਰਦੇ ਦੇ ਅੰਦਰ ਜੋ ਸੰਕਲਪ ਵਿਕਲਪ ਹੈ, ਅਤੇ ਇਸੇ ਪ੍ਰਕਾਰ ਰਾਗ ਦੁਆਇਕ ਹਨ, ਇਹ ਔਖੀਆਂ ਘਾਟੀਆਂ ਹਨ। ਇਸ ਕਰਕੇ ਜੀਵ ਦੇ ਤਾਈਂ ਜੰਮਪੁਰੀ ਦੇ ਵਿੱਚ ਰਸਤੇ 'ਚ ਜਾ ਕੇ ਡੂੰਗਰ ਘਣਾ ਬਹੁਤ ਸਾਰੇ ਪਹਾੜਾਂ ਦਾ ਰਸਤਾ ਲੰਘਣਾ ਪਵੇਗਾ, ਦੁਖਦਾਇਕ। ਇਸ ਕਰਕੇ ਅਸੀਂ ਤਾਂ ਇਉਂ ਕਹਿੰਦੇ ਹਾਂ, ਘਾਟ ਇੱਕ ਰਸ ਅਵਘਟ ਔਖੀਆਂ ਘਾਟੀਆਂ ਜੋ ਕਾਮ ਆਦਿਕਾਂ ਦੀਆਂ, ਤੇ 5 ਕੋਸਾਂ ਦੇ ਡੂੰਗਰ ਪਹਾੜ ਲੰਘਣੇ ਘਣਾ ਬਹੁਤ ਮੁਸ਼ਕਿਲ ਹਨ। ਇੱਕ ਨਿਰਗੁਣ ਬੈਲ ਹਮਾਰ, ਸਾਡੇ ਪਾਸ ਭਾਈ ਇੱਕ ਨਿਰਗੁਣ ਜਿਹਾ ਕਮਜ਼ੋਰ ਜਿਹਾ, ਜਿਹਦੇ 'ਚ ਨਾ ਸਤ ਹੈ, ਨਾ ਸੰਤੋਖ ਹੈ, ਨਾ ਦਇਆ ਹੈ, ਨਾ ਧਰਮ ਹੈ, ਨਾ ਵਿਚਾਰ ਹੈ, ਇਹਨਾਂ ਗੁਣਾਂ ਤੋਂ ਨਿਰਗੁਣ ਹੈ। ਐਸਾ ਬੈਲ ਸਾਡਾ ਇੱਕ ਮਨ ਹੈ, ਸਾਡਾ ਮਨ ਰੂਪੀ ਬੈਲ ਹੈ। ਸਾਡੇ ਪਾਸ ਰਵਿਦਾਸ ਜੀ ਕਹਿੰਦੇ ਹਨ ਉਹਦੇ 'ਚ ਗੁਣ ਕੋਈ ਨਹੀਂ ਹੈ, ਸਾਡੇ ਮਨ 'ਚ ਨਿਰਗੁਣਿਆਰ ਹੈ, ਗੁਣਾਂ ਤੋਂ ਹੀਣਾ ਮਨ ਰੂਪੀ ਸਾਡਾ ਬੈਲ ਬਲਦ ਹੈ। ਰਮਈਏ ਸਿਉ ਇੱਕ ਬੇਨਤੀ, ਰਮਈਆ ਜੋ ਰਮਿਆ ਹੋਇਆ ਪਰਮੇਸ਼ਰ ਹੈ, ਅਸੀਂ ਉਸ ਦੇ ਪਾਸ ਇੱਕ ਬੇਨਤੀ ਕਰਦੇ ਹਾਂ। ਮੇਰੀ ਪੂੰਜੀ ਰਾਖ ਮੁਰਾਰੀ, ਮੇਰੀ ਭਗਤੀ ਰੂਪੀ ਪੂੰਜੀ ਕਾਇਮ ਰਵੇ। ਇਹ ਸਾਡਾ ਜਿਹੜਾ ਨਿਰਗੁਣ ਬੈਲ ਹੈ, ਇਹ ਕਿਤੇ ਭਗਤੀ ਰੂਪੀ ਪੂੰਜੀ ਨੂੰ ਦੇਗ ਨਾ ਦੇਵੇ। ਮੇਰੀ ਪੂੰਜੀ ਸਰਦਾ ਰੂਪੀ ਪੂੰਜੀ ਨੂੰ, ਇਹ ਮੁਰਾਰੀ ਆਪਦੇ ਸਰਦਾ ਲਾਗੀ ਸੰਗ ਪੀਤ ਨਾ ਤਿਲ ਪਰ ਰਹਿਣ ਨਾ ਜਾਏ। ਇਹ ਸਾਡੀ ਪੂੰਜੀ ਸਰਦਾ ਨੂੰ ਰੱਖਣਾ ਕਰੋ, ਸਾਡੇ ਅੰਦਰ ਭਾਵਨਾ ਪੂਰੀ ਬਣੀ ਰਹੇ ਆਪ ਵਿੱਚ ਹੈ ਪਰਮੇਸ਼ਰ। ਕਿਉਂਕਿ ਆਪਨ ਬਾਪਾ ਨਹੀਂ ਕਿਸੇ ਕੋ, ਭਾਵ ਕੋ ਹਰ ਰਾਜਾ। ਆਪਣੇ ਬਾਪੂ ਦਾ ਮੁੱਲ ਖਰੀਦਿਆ ਹੋਇਆ ਨਹੀਂ ਹੈ ਪਰਮੇਸ਼ਰ ਤੋਂ। ਤੂੰ ਭਾਵਨ ਕੋ ਜਿਹੜੇ ਸਰਦਾ ਕਰਦੇ ਉਹਨਾਂ ਨੂੰ ਇਹ ਪਰਮੇਸ਼ਰ ਪ੍ਰਾਪਤ ਹੁੰਦਾ। ਇਹ ਸਾਡੀ ਸਰਦਾ ਰੂਪੀ ਪੂੰਜੀ ਇਹ ਪਰਮੇਸ਼ਰ ਰੱਖਣਾ ਕਰ ਕਾਇਮ ਰਵੇ ਸਾਡੇ ਹਿਰਦੇ ਵਿੱਚ। ਕੋ ਬਨਜਾਰੂ ਰਾਮ ਕੋ, ਅਸੀਂ ਪਰਮੇਸ਼ਰ ਦੀ ਭਗਤੀ ਰੂਪ ਇਹ ਅੰਤःਕਰਨ ਰੂਪੀ ਗੁਣ ਵਿੱਚ ਲੱਦ ਕਰਕੇ ਇਹ ਆਵਾਜ਼ ਦੇ ਕੇ ਕਹਿੰਦੇ ਆ, ਕੋ ਬਨਜਾਰੋ ਰਾਮ ਕੋ, ਕੋਈ ਹੈ ਭਾਈ ਬਨਜਾਰਾ ਰਾਮ ਪਰਮੇਸ਼ਰ ਦੀ ਪ੍ਰਾਪਤੀ, ਉਹ ਸਾਡਾ ਸਾਥੀ ਬਣ ਜਾਵੇ। ਕਿਉਂਕਿ ਮੇਰਾ ਟਾਂਡਾ ਲਾਦਿਆ ਜਾਏ, ਮੇਰਾ ਇਹ ਸੂਖਮ ਸਥੂਲ ਕਾਰਨ ਦੇ ਰੂਪੀ ਬੈਲਾਂ ਦਾ ਜਿਹੜਾ ਸੁੰਦਾਵ ਹੈ, ਇਹ ਭਾਵ ਭਗਤੀ ਰੂਪ ਵਸਤੂ ਦੇ ਨਾਲ, ਸਰਦਾ ਰੂਪੀ ਵਸਤੂ ਨਾਲ ਇਹ ਲੱਦਿਆ ਅੰਤਰਮੁਖ ਦਿੱਤੀ ਕਰਨ ਲੱਦਿਆ ਜਾ ਰਿਹਾ ਰਹੇ ਭਾਈ। ਰਹਾਉ ਹਉ ਬਨਜਾਰੂ ਰਾਮ ਕੋ, ਜੇ ਕੋਈ ਪੁੱਛੇ ਤੁਸੀਂ ਕਿਸ ਚੀਜ਼ ਦਾ ਵਪਾਰ ਕਰਦੇ ਹੋ, ਤਾਂ ਰਵਿਦਾਸ ਜੀ ਕਹਿੰਦੇ ਨੇ ਹਉ ਬਨਜਾਰੋ ਰਹਾਉ, ਵਿਸ਼ਰਾਮ ਦੇ ਕੇ ਕਹਿੰਦੇ ਹਉ ਬਨਜਾਰੋ ਰਾਮ ਕੋ। ਅਸੀਂ ਨਾ ਭਾਈ ਬੰਜ ਕਰਨ ਆਏ ਹਾਂ ਰਾਮ ਪਰਮੇਸ਼ਰ ਦੀ ਪ੍ਰਾਪਤੀ ਦਾ। ਅਸੀਂ ਵਾਹਿਗੁਰੂ ਦਾ ਨਾਮ ਜਪਦੇ ਹਾਂ, ਆਪ ਤਨ ਮਨ ਧਨ ਦੇ ਕੇ ਖਰੀਦਿਆ ਹੈ, ਅਤੇ ਹੋਰ ਜੋ ਕੋਈ ਤਨ ਮਨ ਧਨ ਅਰਪਦਾ ਹੈ ਉਹਨੂੰ ਇਹ ਬੰਜ ਕਰਾ ਦਿੰਦੇ ਆ ਰਾਮ ਪਰਮੇਸ਼ਰ ਦਾ। ਸਹਿਜ ਕਰੋ ਵਿਆਪਾਰ, ਸਹਿਜ ਸ਼ਾਂਤੀ ਪੂਰਵਕ, ਇੱਥੇ ਕਿਸੇ ਪ੍ਰਕਾਰ ਦੀ ਚੰਚਲਤਾ ਦੀ ਲੋੜ ਨਹੀਂ ਹੈ। ਨੀਠ ਨੀਠ ਮਨ ਕੀਆ ਧੀਰਾ, ਸਹਿਜ ਅਵਸਥਾ ਚਿਸਤ ਹੋ ਕੇ ਰਾਗ ਦੁਆਇਕ ਤੋਂ ਰਹਿਤ, ਮਾਨ ਅਪਮਾਨ ਤੋਂ ਰਹਿਤ ਹੋ ਕਰਕੇ, ਬੁਰਾ ਭਲੇ ਸੁਭਾਅ ਤੋਂ, ਸੱਚੇ ਮਿੱਤਰ ਸੁਭਾਅ ਤੋਂ ਪਰੇ ਹੋ ਕੇ, ਕਿਉਂ ਸਹਿਜ ਅਵਸਥਾ ਦੇ ਵਿੱਚ ਸਹਿਜੇ ਸਰੂਪ ਦਾ ਵਪਾਰ ਕਰਦੇ ਹਾਂ ਪ੍ਰਾਪਤੀ ਦਾ। ਮੈਂ ਰਾਮ ਨਾਮ ਧਨ ਲਾਦਿਆ, ਤੁਸੀਂ ਰਵਿਦਾਸ ਜੀ ਧਨ ਕਿਹੜਾ ਲੱਦਿਆ ਹੋਇਆ ਆਪਣੇ ਅੰਤःਕਰਨ ਦੇ ਅੰਦਰ। ਕਹਿੰਦੇ ਸੀ ਤਾਂ ਭਾਈ ਰਾਮ ਜੋ ਰਮਿਆ ਹੋਇਆ ਸਾਰਿਆਂ ਥਾਵਾਂ 'ਚ, ਰਮੰਤੀ ਰਾਮੋ, ਰਮਨ ਰੂਪ ਤੇ ਰਾਮ ਕਹਾਇਓ। ਇਸ ਦੇ ਨਾਮ ਰੂਪੀ ਧਨ ਨੂੰ
ਆਪਣੇ ਅੰਤःਕਰਨ ਰੂਪੀ ਗੂੰਦ ਵਿੱਚ ਲੱਗਿਆ ਹੈ। ਬਿਖਲਾਦੀ ਸੰਸਾਰ ਬਾਕੀ ਦੇ ਲੋਕਾਂ ਨੂੰ ਕੀ ਭਰਿਆ ਹੈ? ਕਹਿੰਦੇ ਬਿਖਲਾਦੀ ਸੰਸਾਰ, ਵਿਸ਼ਿਆਂ ਦੀ ਵਿਉ ਹੈ ਜਿਹੜੀ, ਮਾਇਆ ਦੀ ਇੱਛਾ ਜਿਹੜੀ, ਇਹ ਸਾਰਿਆਂ ਨੇ ਆਪਣੇ ਹਿਰਦੇ ਰੂਪੀ ਗੂੰਦ ਚ ਲੱਗਣਾ ਕੀਤੀ ਹੈ ਸੰਸਾਰੀ ਜੀਆਂ ਨੇ। ਔਰ ਵਾਰ ਪਾਰ ਕੇ ਦਾਨੀਆਂ, ਫਿਰ ਉਹਨਾਂ ਦੇ ਤਾਂ ਹੀ ਤਾਂ ਜਿੰਨੇ ਲੋਕ ਸੰਚਿਤ ਕਿਰੇਮਾਨ ਕਾਮ ਕਰਮ ਕਰਨ ਵਾਲੇ ਹੈ, ਉਹਨਾਂ ਨੂੰ ਜਮਦੂਤਾਂ ਦੀ ਜਗਾਤ ਦੇਣੀ ਪਵੇਗੀ। ਇਸ ਲੋਕ ਚਿੱਤਰਗੁਪਤ ਸਾਹਿਬ ਲਿਖਦੇ ਲੇਖਾ ਲਿਖਣ ਵਾਲੇ ਹੋਣਗੇ, ਪਰ ਲੋਕ ਜੀ ਜਿਹੜੇ ਜਮਦੂਤ ਹੈ, ਅਜਰਾਈਲ ਜਬਰਾਈਲ ਆਦਿਕ, ਉਹ ਹਿਸਾਬ ਕਿਤਾਬ ਮੰਗਣਗੇ। ਜਿਸ ਇਹ ਕੋਈ ਤੇ ਲੱਗੇ ਨਹੀਂ, ਕਹਿਣਗੇ ਫਲਾਨਾ ਪੁੰਨ ਜਿਹੜਾ ਕੀਤਾ ਉਹ ਦੇ ਦੇ ਤਾਂ ਤੈਨੂੰ ਪਾਣੀ ਦੇਵਾਂਗੇ, ਜਿਹੜਾ ਤੈਂ ਇਸ ਵਕਤ ਤੀਰਥ ਯਾਤਰਾ ਕੀਤੀ ਉਹਦਾ ਫਲ ਦੇ ਤਾਂ ਤੈਨੂੰ ਧੁੱਪ ਮਟਾਵਾਂਗੇ। ਇਸ ਪ੍ਰਕਾਰ ਹੈ ਉਹਨਾਂ ਦੇ ਪਾਸੋਂ ਜਿੰਨੇ ਉਹ ਜੇ ਲਾਲਚ ਜਾਗਾਤੀ ਘਾਟ, ਬੜਾ ਲਾਲਚਾਂ ਦਾ ਜਿਹੜੀ ਬੈਤਰਨੀ ਨਦੀ ਦਾ ਘਾਟ ਦਰਿਆ ਹੈ, ਉਹ ਦਰਿਆ ਦੇ ਉੱਤੇ ਰਸਤੇ ਤੇ ਲੰਘਣਾ ਬੜਾ ਜਗਾਤੀਏ। ਜਮਦੂਤ ਸਾਰੇ ਪੁੰਨਦਾਨ ਕੀਤੇ ਹੋਏ, ਸਤਿਗੁਰੂ ਜੀ ਨੇ ਕਿਹਾ ਪੁੰਨ ਕਰਮ ਧਰਮ ਪਖੰਡ ਜੋ ਦਿਸੈ ਤਨ ਜਮ ਜਗਾਤੀ ਲੁੱਟ ਹੈ। ਜਿਹੜੇ ਕਰਮ ਧਰਮ ਲੋਕ ਦਿਖਾਵੇ ਦੇ ਕੀਤੇ ਹੋਏ ਹੈ, ਅੰਦਰੋਂ ਪਿਆਰ ਨਾਲ ਨਹੀਂ ਕੀਤੇ, ਸਕਾਮ ਕਰਮ ਕੀਤੇ ਹੋਏ ਹੈ, ਉਹਨੂੰ ਜਿਹੜੇ ਜਮ ਜਗਾਤ ਮੰਗਣ ਵਾਲੇ ਰਾਹ 'ਚ ਲੁੱਟ ਲੈਣਗੇ। ਤੇ ਅਸੀਂ ਉਸ ਜਗਾਤ ਤੋਂ ਨਿਰਭੈ ਹਾਂ। ਤੁਸੀਂ ਕਿਵੇਂ ਨਿਰਭਉ ਹੋ? ਅਸੀਂ ਉਹ ਕਹਿੰਦੇ ਹਾਂ, ਰਵਿਦਾਸ ਜੀ ਕਹਿੰਦੇ ਹਨ, ਔਰ ਵਾਰ ਪਾਰ ਕੇ ਦਾਨੀਆਂ, ਔਰ ਵਾਰ ਪਾਰ ਉਰਲਾ ਪਾਰਾ ਜਿਹੜਾ ਸੰਸਾਰ ਹੈ, ਇਸ ਪਾਸੇ ਦੇ ਦਾਨੀਆਂ ਗਿਆਤਿਓ ਕੌਣ ਹੈ? ਚਿੱਤਰਗੁਪਤ ਸਾਹਿਬ ਲਿਖਤੇ ਲੇਖਾ, ਜੋ ਅੰਦਰ ਚਿੱਤਰ ਅੰਦਰ ਸਾਧ ਸੰਗਤ ਜੀ, ਜੋ ਅੰਦਰ ਚਿਤਵੀ ਜਾਂਦਾ ਗੁਪਤ, ਜੋ ਜੋ ਕਰਤੱਵ ਕੀਤਾ ਸਾਰੇ ਅੰਦਰ ਉਕਰੇ ਪਏ ਅੰਤःਕਰਨ ਚ। ਜਿਵੇਂ ਸੁਰ ਸੰਭਾਲੀ ਹੈ, ਜੇ ਨਿਗਾਹ ਮਾਰ ਕੇ ਵੇਖਾਂਗੇ ਉਦੋਂ ਜੋ ਜੋ ਚੰਗੇ ਕੰਮ ਕੀਤੇ ਹੈ, ਮਾੜੇ ਕੀਤੇ, ਸਾਰੇ ਦਿਸਣ ਲੱਗ ਜਾਂਦੇ ਹੈ। ਇਹ ਚਿੱਤਰਗੁਪਤ ਲਿਖਾਰੀ ਅੰਦਰ ਲਿਖ ਰਹੇ ਹਨਗੇ। ਇਸ ਪ੍ਰਕਾਰ ਇਸ ਸੰਸਾਰ ਦੇ ਵਾਰ ਉਰਲੇ ਪਾਸੇ ਦੇ ਦਾਨੀਆਂ ਗਿਆਤਿਓ, ਇਸ ਲੋਕ ਵਿੱਚ ਕੀਤੇ ਕਰਮਾਂ ਧਰਮਾਂ ਦੀ ਡੈਰੀ ਦੇਣ ਵਾਲੇ ਉਹ ਧਰਮ ਰਾਜਾ ਦੇ ਪਾਸ, ਤੇ ਪਾਰ ਪ੍ਰਲੋਕ ਵਿੱਚ ਜਾਣ ਵਾਸਤੇ ਅਜਰਾਈਲ ਜਬਰਾਈਲ ਆਦਿਕ, ਹੇ ਜਮਦੂਤ ਦਾਨੀਆਂ ਗਿਆਤਿਓ, ਲਿਖ ਲਿਓ ਆਲ ਪਤਾਲ। ਮੇਰਾ ਜਿਹੜਾ ਕੋਈ ਉਰਲਾ ਪਰਲਾ ਲਿਖ ਲਓ। ਮੈਂ ਸਿਮਰਨ ਤੋਂ ਬਿਨਾਂ ਕੋਈ ਸਾਹ ਖਾਲੀ ਨਹੀਂ ਜਾਣ ਦਿੱਤਾ। ਆਪਣੀ ਜ਼ਿੰਦਗੀ ਵਿੱਚ ਪਰਮੇਸ਼ਰ ਦੇ ਚਿੰਤਨ ਵਿੱਚ ਲੱਗਾ ਹੋਇਆ ਹਾਂ। ਕਿਉਂ ਆਲ ਪਤਾਲ ਉਰਲਾ ਪਰਲਾ ਜੋ ਕੁਛ ਮੇਰੇ ਪਾਸੋਂ ਕੋਈ ਗਲਤੀ ਹੋਈ ਹੈ, ਲਘੂ ਸ਼ੰਕਾ ਵਗੈਰਾ ਜਾਂ ਕਿਰਿਆ ਸਰੀਰ ਦੀ, ਇਹਨਾਂ ਦੀਆਂ ਗੱਲਾਂ ਤੁਸੀਂ ਲਿਖਣੀਆਂ, ਮਾਲਾ ਆਦਿਕਾਂ ਦਾ ਤਿਆਗ ਉਹ ਲਿਖ ਲਓ। ਲਿਖਣਾ ਤਾਂ ਸੋ ਪਰਮੇਸ਼ਰ ਦਾ ਸਿਮਰਨ ਤੋਂ ਛੱਡ ਕੇ ਅਸੀਂ ਕੁਝ ਕੀਤਾ ਹੀ ਨਹੀਂ ਕਦੇ। ਆਲ ਉਰਲੇ ਆਲ ਸੰਸਾਰ ਦੇ ਅਤੇ ਪਤਾਲ ਪ੍ਰਲੋਕ ਦੀਆਂ ਜਾਂ ਪਤਾਲ ਥੱਲੇ ਨਰਕ ਆਦਿਕਾਂ 'ਚ ਜਾਣ ਵਾਲੀਆਂ ਜੇ ਨਿਸ਼ਚਿਤ ਕਰਮ ਕੀਤੇ ਹੁੰਦੇ ਸਾਡੇ ਤਾਂ ਅਸੀਂ ਪਤਾਲ ਨਰਕ 'ਚ ਜਾਂਦੇ, ਅਤੇ ਜੇ ਅਸੀਂ ਸਕਾਮ ਕਰਮ ਕੀਤੇ ਹੁੰਦੇ ਤਾਂ ਸਵਰਗ ਆਦਿਕਾਂ ਦੇ ਆਲ ਆਕਾਸ਼ ਵਿੱਚ ਜਾਂਦੇ। ਕਿਉਂ ਉਰਲੀਆਂ ਪਰਲੀਆਂ ਜਿਹੜੀਆਂ ਗੱਲਾਂ ਨਾ ਸਾਨੂੰ ਸਕਾਮ ਕਰਮ ਨਹੀਂ ਕੀਤੇ, ਇਸ ਕਰਕੇ ਸਾਨੂੰ ਸਵਰਗ ਦੀ ਇੱਛਾ ਨਹੀਂ ਹੈ, ਤੇ ਮੰਦ ਕਰਮ ਨਹੀਂ ਕੀਤੇ, ਇਸ ਕਰਕੇ ਪਤਾਲ ਨਰਕ ਆਦਿਕਾਂ 'ਚ ਨਹੀਂ ਅਸੀਂ ਜਾ ਸਕਾਂਗੇ। ਕਿਉਂ ਉਰਲੀਆਂ ਪਰਲੀਆਂ ਜਿਹੜੀਆਂ ਐਵੇਂ ਅਣਹੋਈਆਂ ਗੱਲਾਂ ਕੋਈ ਲਿਖਣੀਆਂ ਤਾਂ ਲਿਖ ਲਓ ਤੁਸੀਂ, ਹੱਸ ਬਿਹਸ ਜੋ ਲਿਖਣੀਆਂ ਹਨ। ਮੋਹ ਜਮ ਡੰਡ ਨਾ ਲੱਗ ਗਈ, ਮੇਰੇ ਤਾਂ ਕਹਿੰਦੇ ਜਮ ਦਾ ਡੰਡ ਨਹੀਂ। ਤੂੰ ਹੈ ਰਵਿਦਾਸ ਇੰਨਾ ਨਿਰਭਉ ਕਿਉਂ ਹੋ ਗਿਆ? ਰਵਿਦਾਸ ਜੀ ਕਹਿੰਦੇ ਮੇਰੇ ਤਾਂ ਜਮ ਦਾ ਡੰਡ ਨਹੀਂ ਲੱਗੇਗਾ। ਲੋਕ ਦੰਡ, ਪਿਤਰ ਦੰਡ, ਦੇਵ ਦੰਡ ਅਤੇ ਰਾਜ ਦੰਡ ਤੇ ਜਮ ਦੰਡ ਆਦਿਕ ਜਿਹੜੇ ਹਨ, ਇਹ ਜਮ ਦਾ ਦੰਡ ਆਦਿਕ ਮੈਨੂੰ ਨਹੀਂ ਲੱਗੇਗਾ। ਰਵਿਦਾਸ ਜੀ ਕਹਿੰਦੇ ਹਨ, ਤਜੀ ਲੈ ਸਰਬ ਜੰਜਾਲ। ਕਿਉਂ ਰਵਿਦਾਸ ਜੀ ਸਾਰਿਆਂ ਨੂੰ, ਕਰਮ ਧਰਮ ਵਾਲਿਆਂ ਨੂੰ, ਪਖੰਡ ਵਾਲਿਆਂ ਨੂੰ ਜਮ ਜਗਾਤੀਆਂ ਲੁੱਟਣਾ, ਤੈਨੂੰ ਕਿਉਂ ਲੁੱਟਣ ਦੇ ਤਾਂ ਦੱਸਦੇ ਹਨ। ਤਜੀ ਲੈ ਸਰਬ ਜੰਜਾਲ, ਮੈਂ ਭਾਈ ਤਜੀ ਲੈ ਸਰਬ ਜੰਜਾਲ, ਜਿੰਨੇ ਜੰਜਾਲ ਬੰਧਨ ਕਰਨ ਵਾਲੇ ਕਰਮ ਸਨ, ਕਰਤਾ ਭੋਗਤਾ ਦੇ, ਹੰਗਤਾ ਮਮਤਾ ਦੇ ਬੰਧਨ ਸੀ, ਉਹ ਸਾਰੇ ਛੱਡ ਦਿੱਤੇ ਹਨ। ਜੈਸਾ ਰੰਗ ਕਸੁੰਭ ਕਾ, ਇਹ ਸੰਸਾਰ ਦੇ ਵਿੱਚ ਤੁਸੀਂ ਕਿਉਂ ਨਹੀਂ ਪਰਜਦੇ ਦੁਨੀਆ ਦੇ ਰੰਗ ਰਾਗ ਵਿੱਚ?
ਤਾਂ ਰਵਿਦਾਸ ਜੀ ਦੱਸਦੇ ਹਨ ਜੈਸਾ ਰੰਗ ਕੁਸੁੰਭ ਕਾ ਜਿਸ ਪ੍ਰਕਾਰ ਦਾ ਭਾਈ ਕੁਸੁੰਭੇ ਦਾ ਕੱਚਾ ਰੰਗ ਹੁੰਦਾ ਹੈ, ਪਾਣੀ ਧੋਤੇ ਫਿਰਨਾ ਰਹਾਈ, ਪਾਣੀ ਦੇ ਪਾਉਣੇ ਤੇ ਕਰਕੇ ਝਾਟੀ ਕੁਸੁੰਭੇ ਦਾ ਰੰਗ ਡੱਬ ਖੜਬਾ ਹੋ ਜਾਂਦਾ, ਲੈ ਜਾਂਦਾ ਹੈ। ਇਵੇਂ ਮਾਇਆ ਐਸਾ ਸੰਸਾਰ ਦਾ ਆਨੰਦ ਹੈ ਜਿਹੜਾ ਵਿਸ਼ੇ ਸੁਖ ਹੈ। ਅੱਜ ਸੁਖ ਪ੍ਰਤੀਤ ਹੁੰਦੇ ਹੈ, ਉਹ 2 ਦਿਨ ਨੂੰ ਉਹ ਸੁਖ ਨਾਸ ਹੋ ਜਾਂਦੇ ਹੈ। ਇਹ ਮਾਰਨ ਕੇ ਜਿਨ ਸੇ ਸੋਹਣ ਪੱਟੀਆਂ ਮੰਗੀ ਪਾਏ ਸੁਧੂਰ, ਸਿਰ ਕਾਟੀ ਮਨੀਆਂ ਮੁਨੀਆਂ ਗਲ ਵਿੱਚ ਆਵੇ ਧੂੜ, ਮਹਿਲਾ ਅੰਦਰ ਹੋਣੀਆਂ ਹੁਣ ਮਹਿਲ ਨਾ ਮਿਲੇ ਹਜ਼ੂਰ। ਇਹੀ ਜੀ ਹਾਲਤ ਹੁੰਦੀ ਹੈ। ਕੁਸੁੰਭੇ ਦਾ ਰੰਗ ਮਹਿਕੀ ਰੰਗ ਹੈ, ਸਾਹਾਂ ਸੁਰਤ ਗਵਾਈਆ ਰੰਗ ਤਮਾਸ਼ੇ ਚਾਏ, ਉਹ ਸ਼ਾਹੂਕਾਰਾਂ ਦੀਆਂ ਹੋਸ਼ਾਂ ਚਲੀਆਂ ਗਈਆਂ। ਜਿਹੜੇ ਰੰਗ ਤਮਾਸ਼ੇ ਕਰਦੇ ਸੀ ਉਹ ਸਭ ਚੱਕੇ ਗਏ। ਇਹੀ ਜੀ ਹਾਲਤ ਹੋ ਜਾਂਦੀ ਹੈ। ਸਦਾ ਇੱਕ ਰੱਖ ਕਹਿੰਦੇ ਮਾੜਾ ਰੋਗ ਰੂਪੀ ਪਾਣੀ ਪੈ ਜੇ, ਝਾਟੀ ਇਹ ਰੰਗ ਨਾਸ਼ ਹੋ ਜਾਂਦੇ। ਜਿਹੜੇ ਵਿਸ਼ਿਆਂ ਦੇ ਰੰਗ ਹੈ, ਦੁਨੀਆ ਦਾ ਰੰਗ ਕੁਸੁੰਭੇ ਦੇ ਰੰਗ ਜਿਵੇਂ ਝੂਠਾ ਹੈ, ਉਹਨਾਂ ਨੂੰ ਸਦਾ ਨਹੀਂ ਰਹਿਣਾ ਹੈ। ਮਾੜਾ ਜਿਹਾ ਰੋਗ ਆ ਜੇ, ਕੋਈ ਨਮੂਨੀਆ ਹੋ ਜੇ, ਕੋਈ ਸਰੀਰ ਦੀ ਸਮਾਪਤੀ ਹੋਣ ਤੇ ਆ ਜੇ, ਸਭ ਛੱਡ ਖੜੋ ਦੇਖੇ ਨੇ ਨਾ ਜਿਸ ਲੱਗਾ ਹੇਤ। ਇਹ ਕੁਸੁੰਭੇ ਦੇ ਰੰਗ ਦੀ ਨਹੀਂ, ਝੂਠਾ ਹੀ ਪਸਾਰਾ ਹੈ ਸੰਸਾਰ ਦਾ। ਐਸਾ ਇਹ ਸੰਸਾਰ ਇਸ ਪ੍ਰਕਾਰ ਦਾ ਕੁਸੁੰਭੇ ਦੇ ਰੰਗ ਦੀ ਕੱਚਾ ਹੀ ਪ੍ਰੇਮ ਹੈ ਇਹਨਾਂ ਦਾ। ਜਬ ਹੀ ਨਿਰਤਮ ਦੇਖੋ ਨਰ ਕੋ ਸੰਗ ਸਾਧ ਸਭ ਭਾਗੇ। ਮੇਰੇ ਰਮਈਏ ਰੰਗ ਮਜੀਠ ਕਾ ਤੁਸੀਂ ਮਹਾਰਾਜ ਪਰਮੇਸ਼ਰ ਦੇ ਨਾਲ ਪ੍ਰੇਮ ਕਰਿਆ, ਪਰਮੇਸ਼ਰ ਦਾ ਕਿਹਾ ਜਿਹਾ ਆਨੰਦ ਹੈ। ਤਾਂ ਰਵਿਦਾਸ ਜੀ ਕਹਿੰਦੇ ਹਨ ਮੇਰੇ ਰਮਈਏ ਰੰਗ ਮਜੀਠ ਜਿਹੜਾ ਜੋ ਰਮਈਆ ਰਮਿਆ ਹੋਇਆ ਪਰਮੇਸ਼ਰ ਵਿਆਪਕ ਹੈ, ਉਹਦਾ ਰੰਗ ਜਿਹੜਾ ਆਨੰਦ ਹੈ ਉਹ ਮਜੀਠ ਦਾ ਰੰਗ। ਜਿਵੇਂ ਕੁਸੁੰਭੇ ਦਾ ਰੰਗ ਹੁੰਦੀਆਂ ਡੋਡੀਆਂ ਦੇ ਵਿੱਚ, ਉਹ ਛੇਤੀ ਉੱਡ ਜਾਂਦਾ, ਲੈ ਜਾਂਦਾ ਹੈ। ਜਿਹੜਾ ਮਜੀਠ ਦਾ ਰੰਗ ਹੁੰਦਾ ਜੜ੍ਹਾਂ 'ਚ ਹੁੰਦਾ ਹੈ, ਉਹ ਪੱਕਾ ਹੁੰਦਾ। ਇਸੇ ਪ੍ਰਕਾਰ ਭਗਤੀ ਨੂੰ ਮਜੀਠ ਦਾ ਰੰਗ ਹੈ। ਮੇਰੇ ਰਵਈਏ ਪਰਮੇਸ਼ਰ ਦਾ ਪੱਕਾ ਰੰਗ ਹੈ ਮਜੀਠ ਦੀ ਨਿਆਈ, ਉਹ ਕਦੇ ਲਹਿੰਦਾ ਨਹੀਂ ਹੈ। ਕਹੋ ਰਵਿਦਾਸ ਚਮਾਰ। ਰਵਿਦਾਸ ਭਗਤ ਜੀ ਕਹਿੰਦੇ ਭਾਵੇਂ ਮੈਨੂੰ ਤੁਸੀਂ ਚਮਿਆਰ ਹੀ ਜਾਤੀ ਦਾ ਕਹਿੰਦੇ ਹੋ, ਮੈਂ ਆਪਣੀ ਜਾਤ ਨਹੀਂ ਲੁਕਾਉਂਦਾ। ਕਹਿੰਦੇ ਰਵਿਦਾਸ ਜੀ ਕਿ ਮੈਂ ਚਮਿਆਰ ਹਾਂ, ਠੀਕ ਤੁਹਾਡੀ ਨਿਗਾਹ ਵਿੱਚ, ਪਰ ਮੈਂ ਰਵਿਦਾਸ ਭਗਤ ਜੀ ਕਹਿੰਦੇ ਚੰਮ ਜੋ ਦੇਵ ਮਹਾਨ ਹੈ ਉਹਦਾ ਦੁਸ਼ਮਣ ਹੈ, ਦੇਵ ਮਹਾਨ ਨੂੰ ਮੈਂ ਮੇਟ ਲਿਆ ਹੈ। ਗੌੜੀ ਪੂਰਵੀ ਰਵਿਦਾਸ ਜੀਓ ਇੱਕ ਓੰਕਾਰ ਸਤਿਗੁਰ ਪ੍ਰਸਾਦ, ਕੂਕ ਭਰਿਓ ਜੈਸੇ ਦਾਦਰਾ। ਭਗਤ ਰਵਿਦਾਸ ਜੀ ਵਾਹਿਗੁਰੂ ਦੇ ਅੱਗੇ ਅਰਦਾਸ ਕਰਦੇ ਹੈ। ਦਰਸ਼ਨਾਂ ਦੀ ਬੜੀ ਪਿਆਸ ਲੱਗੀ ਹੋਈ ਹੈ ਤੇ ਅਰਦਾਸ ਕਰਦੇ ਸਗਲ ਭਵਨ ਕੇ ਨਾਇਕਾ ਇੱਕ ਛਿਨ ਦਰਸ ਦਿਖਾਏ ਜੀ। ਪੂਰਵੀ ਜਾਤੀ ਹੈ, ਇਸ ਗੌੜੀ ਦੀ ਪਹਿਲੀ ਬਰਾਗਣ ਸੀ। ਰਵਿਦਾਸ ਭਗਤ ਜੀ ਉਚਾਰਦੇ ਹਨ ਇੱਕ ਅਦਵੈਤ ਰੂਪ ਪਰਮੇਸ਼ਰ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਕੂਪ ਭਰਿਓ ਜੈਸੇ ਦਾਦਰਾ। ਜਿਸ ਪ੍ਰਕਾਰ ਸਾਧ ਸੰਗੀ ਖੂਹ ਭਰਿਆ ਹੋਵੇ ਡੱਡੂਆਂ ਦੇ ਨਾਲ, ਖੂਹ ਦੇ ਵਿੱਚ ਭਰਿਓ ਪਿਆ ਹੋਵੇ ਡੱਡੂ, ਜਿਸ ਪ੍ਰਕਾਰ ਕਛ ਦੇਸ ਵਿਦੇਸ਼ ਨਾ ਬੂਝ। ਉਸ ਨੂੰ ਸਾਧ ਸੰਗੀ ਕੁਛ ਦੇਸ਼ ਦੀ, ਕੋਈ ਦੇਸ਼ ਕਿੱਡਾ ਕੋ ਹੈ ਤੇ ਪ੍ਰਦੇਸ਼ ਕਿੱਡਾ ਕੋ ਹੈ, ਬੂਝ ਸਮਝ ਨਹੀਂ ਹੁੰਦੀ ਖੂਹ ਦੇ ਡੱਡੂ ਨੂੰ। ਜਿਸ ਪ੍ਰਕਾਰ ਇਸੇ ਪ੍ਰਕਾਰ ਸਾਧ ਸੰਗਤ ਜੀ ਇਹਦੇ ਤੇ ਸੰਤ ਮਹਾਰਾਜ ਦ੍ਰਿਸ਼ਟਾਂਤ ਦਿਆ ਕਰਦੇ। ਕਹਿੰਦੇ ਇੱਕ ਰਾਜ ਹੰਸੀ ਮਾਨ ਸਰੋਵਰ ਤੇ ਰਹਿਣ ਵਾਲਾ, ਉਹ ਜਿੱਥੇ ਖੂਹ ਦੇ ਵਿੱਚ ਡੱਡੂ ਪਏ ਸੀ ਉਸ ਤੋਂ ਆ ਕੇ ਖੂਹ ਦੇ ਉੱਪਰ ਬੈਠ ਗਿਆ, ਮਹਿਲ ਦੇ ਮਨ ਦੇ ਉੱਤੇ ਬੈਠ ਗਿਆ। ਤੇ ਡੱਡੂ ਬੋਲ ਕੇ ਕਹਿੰਦਾ ਵੀ ਕੌਣ ਹੈ ਤੂੰ, ਜਾਨਵਰ ਅੱਗੇ ਕਦੇ ਨਹੀਂ ਵੇਖਿਆ, ਤੇਰੇ ਦਰਸ਼ਨ ਨਹੀਂ ਹੋਏ, ਕਿੱਥੇ ਰਹਿਣਾ ਹੈ। ਇਸ ਨੂੰ ਕਹੇ ਮਾਨ ਸਰੋਵਰ ਤੇ ਰਹਿਣ ਵਾਲਾ ਹੰਸ ਹਾਂ। ਇਹ ਡੱਡੂ ਕਹਿਣ ਲੱਗਾ ਤੇਰਾ ਮਾਨ ਸਰੋਵਰ ਜਿਹੜਾ ਹੈ ਉਹ ਕਿੰਨਾ ਕੁ ਵੱਡਾ ਹੈ। ਇਹ ਕਹਿਣ ਲੱਗਾ ਉਹ ਬਹੁਤ ਵੱਡਾ ਹੈ। ਡੱਡੂ ਨੇ ਛਾਲ ਮਾਰ ਕੇ ਮਹਿਲ ਨਾਲੋਂ ਇੱਕ ਹਿੱਸਾ ਖੂਹ ਦਾ ਮਿਣ ਕੇ ਕਹਿਣ ਲੱਗਾ ਏਡਾ ਕੁ ਮਾਨ ਸਰੋਵਰ। ਕਹਿੰਦਾ ਨਹੀਂ ਏਦੋਂ ਵੱਡਾ ਹੈ। ਫਿਰ ਦੂਜੀ ਛਾਲ ਮਾਰ ਕੇ ਅੱਧ ਖੂਹ ਦੇ ਚੱਲਿਆ, ਕਹਿੰਦੇ ਇੰਨਾ ਕੁ ਵੱਡਾ ਹੋਣਾ ਹੈ। ਕਹਿੰਦੇ ਨਹੀਂ ਏਦੋਂ ਵੀ ਵੱਡਾ ਹੈ। ਫਿਰ ਤੀਜੀ ਛਾਲ ਮਾਰ ਕੇ 3 ਹਿੱਸੇ ਖੂਹ ਮਿਣ ਲਿਆ ਡੱਡੂ ਨੇ, ਕਹਿਣ ਲੱਗਾ ਇਤਨਾ ਕੁ ਹੋਣਾ। ਕਹਿੰਦੇ ਨਹੀਂ ਏਦੋਂ ਵੀ ਵੱਡਾ ਹੈ। ਚੌਥੀ ਛਾਲ ਮਾਰ ਕੇ ਡੱਡੂ ਮਹਿਲ ਦੇ ਨਾਲ ਦੂਸਰੇ ਪਾਸੇ ਜਾਣ ਲੱਗਾ, ਕਹਿੰਦੇ ਇੰਨਾ ਕੁ ਤਾਂ ਹੋਣਾ ਹੈ। ਕਹਿੰਦੇ ਨਹੀਂ ਏਦੋਂ ਵੀ ਵੱਡਾ। ਕਹਿੰਦੇ ਜਾ ਤੂੰ ਤਾਂ ਏਦੋਂ ਵੱਡਾ ਕੀ ਹੋ ਸਕਦਾ ਹੈ, ਸਭ ਤੋਂ ਵੱਡਾ ਇਹ ਖੂਹ ਦਾ ਮਾਣੋ ਹੈ। ਇਹ ਮੈਂ ਮਿਣ ਕੇ ਤੈਨੂੰ
ਛਾਲਾਂ ਵਿੱਚ ਮਿਲ ਕੇ ਦਿਖਾਤੀ, ਇਦੋਂ ਵੱਡੀ ਕੋਈ ਚੀਜ਼ ਨਹੀਂ। ਇਸ ਪ੍ਰਕਾਰ ਸਾਧ ਸੰਗਤ ਨੂੰ ਡੱਡੂ ਖੂਹ ਚ ਰਹਿਣ ਵਾਲਾ ਜਿਹੜਾ ਸੀ, ਉਹਨੂੰ ਵੀ ਦੇਸ਼ ਕਿੱਡੇ ਕੋ ਹੈ, ਵਿਦੇਸ਼ ਕਿੱਡੇ ਕੋ, ਕੋਈ ਸਮਝ ਨਹੀਂ, ਜਿਵੇਂ ਮਾਨਸਰੋਵਰ ਦਾ ਪਤਾ ਨਹੀਂ ਸੀ। ਇਸੇ ਪ੍ਰਕਾਰ ਸਾਧ ਸੰਗਤ ਜੀ ਘਰ ਰੂਪੀ ਖੂਹ ਦੇ ਵਿੱਚ ਰਹਿਣ ਵਾਲਾ ਅਤੇ ਪਰਿਵਾਰ ਰੂਪੀ ਪਾਣੀ ਵਿੱਚ ਮਿਲਿਆ ਹੋਇਆ ਡੱਡੂ ਦੀ ਨਿਆਈ ਇਹ ਜੀਵ ਹੈ। ਵਿਸ਼ੇ ਸੁਖ ਦੇ ਵਿੱਚ ਹਰ ਵਕਤ ਟਪੂਸੀਆਂ ਇਹ ਮਾਰਦਾ ਹੈ। ਕਿਉਂ ਇਹ ਪਰਿਵਾਰ ਰੂਪੀ ਖੂਹ ਦੇ ਵਿੱਚ ਡਿੱਗਿਆ ਹੋਇਆ ਗ੍ਰਸਤ ਵਿੱਚ ਡੱਡੂ ਦੀ ਨਿਆਈ ਇਹ ਜੀਵ ਹੈ। ਸੋ ਕਛ ਦੇਸ਼ ਵਿਦੇਸ਼ ਨਾ ਮੂਝੇ ਨੂੰ, ਕੋਈ ਦੇਸ਼ਾਂ ਪ੍ਰਦੇਸ਼ਾਂ ਦੀ ਸਮਝ ਨਹੀਂ ਹੈ। ਇਸੇ ਪ੍ਰਕਾਰ ਹੰਸ ਦੀ ਨਿਆਈ ਕੋਈ ਮਹਾਂਪੁਰਖ ਵਾਹਿਗੁਰੂ ਦੀ ਭਗਤੀ ਦਾ ਆਨੰਦ ਮਾਣਨ ਵਾਲੇ ਇਸ ਗ੍ਰਸਤੀ ਦੇ ਪਾਸ ਆ ਕੇ ਸੁਤੇ ਇਹਦੇ ਪਾਸ ਬੈਠ ਗਏ। ਜੋ ਬੈਠੇ ਪੁੱਛਿਆ, ਕਹਿੰਦੇ ਸੰਤ ਜੀ ਭਜਨ ਕਰਨ ਦਾ ਕਿੰਨਾ ਕੁ ਸੁੱਖ ਹੈ। ਕਹਿਣ ਲੱਗੇ ਭਾਈ ਬਹੁਤ ਪਰਮੇਸ਼ਰ ਦੀ ਭਗਤੀ ਦਾ ਸੁੱਖ ਹੈ। ਤਾਂ ਕਹਿਣ ਲੱਗਾ ਜਿਸ ਮੁੰਡੇ ਦਾ ਕਦੇ ਮੰਗਣਾ ਨਾ ਹੁੰਦਾ ਹੋਵੇ ਉਸ ਦੀ ਕੁੜਮਾਈ ਹੋ ਜੇ, ਜਿੰਨਾ ਕੋ ਉਹਨੂੰ ਆਨੰਦ ਹੈ ਉਹਨਾਂ ਕੁ ਆਨੰਦ ਹੈ। ਕਹਿੰਦੇ ਨਹੀਂ ਇਦੋਂ ਵੱਡਾ ਹੈ। ਫਿਰ ਜਿਹਨਾਂ ਵਿਆਹ ਨਾ ਦਿੰਦੇ ਹੋਣ ਸਹੁਰੇ ਵਿਆਹ ਦੇ ਦੇਣ, ਉਹ ਵਿਆਹਿਆ ਜਾਵੇ ਉਹਨਾਂ ਜਿੰਨਾ ਕੋ ਉਹਨੂੰ ਆਨੰਦ ਹੈ ਇੰਨਾ, ਕਹਿੰਦੇ ਇਦੋਂ ਵੀ ਵੱਡਾ। ਫਿਰ ਤੀਜਾ ਕਿ ਮੁਕਲਾਵਾ ਆ ਜਾਵੇ, ਕਹਿੰਦੇ ਇਦੋਂ ਵੀ ਵੱਡਾ। ਫਿਰ ਕਿ ਚੌਥਾ ਜਿਹਦੇ ਪੁੱਤਰ ਨਾ ਹੋਵੇ, ਸੰਤਾਨ ਪੈਦਾ ਹੋ ਜੇ, ਕਹਿੰਦੇ ਇਦੋਂ ਵੱਡਾ। ਕਹਿੰਦੇ ਜਾਓ ਬਾਬਾ ਜੀ ਇਦੋਂ ਪਰੇ ਦਾ ਆਨੰਦ ਕੋਈ ਹੈ ਹੀ ਨਹੀਂ। ਉਹ ਖੂਹ ਦੇ ਡੱਡੂ ਦੀ ਨਿਆਈ ਗ੍ਰਸਤੀ ਆਦਮੀ ਨੂੰ ਮਿਲ ਕੇ ਆਪਦਾ ਆਨੰਦ ਦੱਸਿਆ ਹੈ। ਇਸੇ ਪ੍ਰਕਾਰ ਵਾਹਿਗੁਰੂ ਦੇ ਪਿਆਰੇ ਜਿਹੜੇ ਹੈ ਉਹ ਵਾਹਿਗੁਰੂ ਦਾ ਆਨੰਦ ਮਾਣਨ ਵਾਲੇ ਹੈ। ਉਹਨਾਂ ਦੇ ਪਾਸੋਂ ਸੰਸਾਰੀ ਜੀਵ ਡੱਡੂ ਦੀ ਨਿਆਈ ਵਿਸ਼ੇ ਸੁਖ ਦੇ ਵਿੱਚ ਜੋ ਟਪੂਸੀਆਂ ਮਾਰਨ ਵਾਲਾ ਹੈ, ਉਹ ਪੁੱਛਦਾ ਹੈ ਕਿ ਸੰਤ ਜੀ ਆਤਮ ਆਨੰਦ ਦੇਹ ਜਿਹੜਾ ਕਿੰਨਾ ਕੁ ਵੱਡਾ ਹੈ। ਤਾਂ ਉਹ ਦੱਸਦੇ ਕਿ ਵੀ ਉਹ ਦੇਸ਼ ਦਾ ਅੰਤ ਨਹੀਂ ਪਾਇਆ ਜਾ ਸਕਦਾ, ਏਡਾ ਆਤਮਾ ਆਨੰਦ ਰੂਪ ਦੇਸ਼ ਹੈ। ਉਹ ਸਾਰੇ ਬ੍ਰਹਮੰਡ ਖੰਡ ਜਿਹੜੇ ਮਿਲਦੀਏ ਤੇ ਫਿਰ ਵੀ ਅੰਤ ਨਹੀਂ ਆਉਂਦਾ, ਏਡਾ ਵੱਡਾ ਦੇਸ਼ ਹੈ। ਕਿ ਵਿਦੇਸ਼ ਜਾਂ ਜਿਹੜਾ ਸੱਚਖੰਡ ਹੈ ਉਹ ਕਿਤਨਾ ਕੁ ਵੱਡਾ ਹੈ, ਜਿਸ ਵਿੱਚ ਤੁਸੀਂ ਜਾਣਾ ਚਾਹੁੰਦੇ ਹੋ। ਤਾਂ ਉਹ ਕਹਿੰਦੇ ਭਾਈ ਉਹ ਬਹੁਤ ਵੱਡਾ ਹੈ। ਉਹ ਤਾਂ ਦੇਸ਼ ਕਾਲ ਵਸਤੂ ਪ੍ਰਸ਼ੇਦ ਰਹਿਤ ਸਰੂਪ ਹੈ। ਉਹ ਸੱਤਾ ਮਾਤਰ ਸਾਰਿਆਂ 'ਚ ਮਿਲ ਰਿਹਾ ਹੈ। ਉਸਦਾ ਆਕਾਰ ਨਾ ਉੱਤਰ ਦੱਖਣ ਪੂਰਬ ਪੱਛਮ ਦੁਆਰਾ ਨਹੀਂ ਕਿਹਾ ਜਾ ਸਕਦਾ, ਜਾਂ ਬਿਰਤੀਆਂ ਕਰਕੇ ਕਿਸੇ ਪ੍ਰਕਾਰ ਦਾ ਪ੍ਰਮਾਣ ਵਰਜੇ ਨਿੰਦਰਾ ਸਿਮਰਤੀ ਵਿਕਲਪ ਰੂਪ ਕਰਕੇ ਨਹੀਂ ਕਿਹਾ ਜਾ ਸਕਦਾ। ਅਤੇ ਜਾਂ ਇਸੇ ਪ੍ਰਕਾਰ ਪਾਂਬਰ ਪੁਰਖ ਜਿਹੜੇ ਹੈ ਬਖਸ਼ਿਤ ਸੁਭਾਅ ਵਾਲੇ ਉਸ ਦੇਸ਼ ਦੇ ਆਨੰਦ ਨੂੰ ਜਾਣ ਨਹੀਂ ਸਕਦੇ। ਦਖਈ ਪੁਰਖ ਜਿਹੜੇ ਹਨ ਉਹ ਵੀ ਉਹਨਾਂ ਦੇ ਚਿੱਤ ਜਿਹੜੇ ਹਨਗੇ ਮੂੜ ਹਨਗੇ, ਉਹ ਵੀ ਆਨੰਦ ਨੂੰ ਜਾਣ ਨਹੀਂ ਸਕਦੇ। ਅਤੇ ਜਿਹੜੇ ਜਿਗਿਆਸੂ ਪੁਰਖ ਹਨਗੇ ਉਹਨਾਂ ਦੀ ਵਿਖੇਪ ਦੇ ਸਹਿਤ ਬਿਰਤੀ ਹੈ ਉਹ ਵੀ ਨਹੀਂ ਜਾਣ ਸਕਦੇ। ਯੋਗੀ ਜਿਹੜੇ ਨਿਰੋਧ ਕਰਕੇ ਦਸਵੇਂ ਦਰ ਸੰਕਲਪ ਵਿੱਚ ਟਿਕ ਰਹਿੰਦੇ ਹੈ ਉਹਨਾਂ ਦੀ ਪਤਾ ਨਹੀਂ ਲੱਗਦਾ। ਇਹ ਤਾਂ ਬ੍ਰਹਮ ਗਿਆਨੀ ਜਿਹੜੇ ਹਨ ਸਾਵਧਾਨ ਇਕਾਗਰ ਚੀਤ ਇੱਕ ਰਸ ਵਾਹਿਗੁਰੂ ਚਿੱਤ ਰੱਖਣ ਵਾਲੇ, ਉਹਨਾਂ ਦੇ ਦੇਸ਼ ਦਾ ਅੰਤ ਵਿਦੇਸ਼ ਦਾ ਪਾਇਆ ਨਹੀਂ, ਐਡਾ ਸਰੂਪ ਉਹਨਾਂ ਨੂੰ ਪ੍ਰਾਪਤ ਹੋਇਆ। ਦੇਸ਼ ਆਤਮਾ ਤੇ ਵਿਦੇਸ਼ ਪਰਮਾਤਮਾ, ਉਹ ਕੁਝ ਕਿਹਾ ਨਹੀਂ ਜਾ ਸਕਦਾ। ਕਹਿੰਦੇ ਨਹੀਂ ਇਦੋਂ ਪਰੇ ਤਾਂ ਜੋ ਅਸੀਂ ਵਿਖੇ ਪਾਦਕਾਂ ਦੇ ਸੁੱਖ ਵਿੱਚ ਪਏ ਹੋਏ ਹਾਂ, ਇਦੋਂ ਪਰੇ ਤਾਂ ਕਿਸੇ ਨੂੰ ਪਤਾ ਹੀ ਨਹੀਂ। ਕਿਉਂ ਦੇਸ਼ ਆਤਮਾ ਦੀ ਵਿਦੇਸ਼ ਪਰਮਾਤਮਾ ਦੀ ਕੋਈ ਬੂਝ ਸੂਝ ਨਹੀਂ। ਦੇਸ਼ ਤੁੰਗ ਪਦ ਅਰਥ ਦੀ ਤੇ ਵਿਦੇਸ਼ ਤਤਪਦ ਲੱਖ ਅਰਥ ਦੀ ਕੋਈ ਬੂਝ ਸਮਝ ਨਹੀਂ ਉਹਨਾਂ ਦੇ। ਤਾਂ ਹੀ ਡੱਡੂਆਂ ਦੀ ਨਿਆਈ ਹਾਲਤ ਹੈ ਉਹਨਾਂ ਜੀਆਂ ਦੀ। ਐਸੇ ਮੇਰਾ ਮਨ ਵਿਖਿਆ ਵਿਮੋਹਿਆ। ਇਹ ਅੰਤਰਜਾਮੀ ਵਾਹਿਗੁਰੂ ਅੱਗੇ ਅਰਦਾਸ ਕਰੀਏ। ਐਸੇ ਪ੍ਰਕਾਰ ਇਸੇ ਪ੍ਰਕਾਰ ਮਹਾਰਾਜ ਮੇਰਾ ਜਿਹੜਾ ਮਨ ਹੈ ਇਹ ਵਿਸ਼ਿਆਂ ਦੇ ਵਿਸ਼ੇਸ਼ ਕਰਕੇ ਖੂਹ ਵਿੱਚ ਮੋਹ ਰੂਪੀ ਖੂਹ ਵਿੱਚ ਡਿੱਗਿਆ ਹੋਇਆ ਵਿਸ਼ੇਸ਼ ਕਰਕੇ ਮੋਹਤ ਹੋ ਰਿਹਾ ਹੈ ਬਹੁਤ। ਕਛ ਆਰਾ ਪਾਰ ਨਾ ਸੂਝ। ਜਿਹਨੂੰ ਮਾਰਾ ਆਰਾ ਆਏ ਲੋਕ ਦੀ ਤੇ ਪਾਰ ਪਰਲੋਕ ਦੀ, ਲੋਕ ਪਰਲੋਕ ਦੀ ਕੋਈ ਸੂਝ ਨਹੀਂ, ਸਮਝ ਨਹੀਂ ਹੈ ਸੱਚੇ ਪਾਤਸ਼ਾਹ। ਇਹਨੂੰ ਪਤਾ ਨਹੀਂ ਕਿ ਆ ਜਿਹੜਾ ਸੰਸਾਰ ਦੇ ਅੰਦਰ ਦ੍ਰਿਸ਼ ਰੂਪ ਸੰਸਾਰ ਹੈ ਮਿਥਿਆ ਹੈ, ਪਾਰ ਨੂੰ ਜੋ ਪਰਮੇਸ਼ਵਰ ਹੈ ਉਹ ਸਦਾ ਸਤ ਸਰੂਪ ਹੈ। ਕਿਉਂ ਉਰਲੀ ਪਰਲੀ ਮਿਥਿਆ ਪਸਾਰੇ ਦੀ ਤੇ ਸਤ ਸਰੂਪ ਬ੍ਰਹਮ ਦੀ ਕੋਈ ਸੂਝ ਨਹੀਂ ਹੈ, ਸਮਝ ਨਹੀਂ ਹੈ ਇਹਨਾਂ ਦੀ। ਤਾਂ ਹੀ ਨਾ ਇਹਨਾਂ ਨੂੰ ਕੋਈ ਦਿਖਦਾ ਆ ਰਿਹਾ ਇਹ ਲੋਕ ਦਾ ਅਤੇ ਪਾਰਾ ਪਰਲੋਕ ਦਾ ਕੁਛ ਕਿਸੇ ਪ੍ਰਕਾਰ ਦੀ ਇਹਨਾਂ ਨੂੰ ਦ੍ਰਿਸ਼ਟੀ ਨਹੀਂ ਹੈ।
ਕੁਝ ਨਹੀਂ ਦੇਖਦੇ ਹਨ। ਇਹ ਸਗਲ ਭਵਨ ਕੇ ਨਾਇਕਾ ਸਾਰਿਆਂ ਭਵਨਾਂ ਦੇ 14 ਲੋਕਾਂ ਦੇ ਜਾਂ ਸਾਰੇ ਕੋਟ ਬ੍ਰਹਮੰਡ ਆਦਿਕਾਂ ਦੇ ਕੋਟ ਬ੍ਰਹਮੰਡ ਕੋ ਠਾਕੁਰ स्वामी ਹੈ ਨਾਇਕਾ ਪ੍ਰੇਰਕ ਪਰਮੇਸ਼ਰ हे ਸਿਰੋਮਣੀ ਇੱਕ ਛਿਨ ਦਰਸ ਦਿਖਾਏ ਜੀ। ਸਾਡੀ ਤਾਂ ਮਹਾਰਾਜ ਆਪ ਅੱਗੇ ਅਰਦਾਸ ਹੈ ਪਰਮੇਸ਼ਰ ਇੱਕ ਛਿਨ ਮਾਤਰ ਆਪਦਾ ਦਰਸ਼ਨ ਸਾਨੂੰ ਦਿਖਾਉਣਾ ਕਰੋ ਜੀ। ਸਾਡਾ ਚਿੱਤ ਜੀ ਲੋਚਦਾ ਹੈ ਕਿ ਆਪਦੇ ਦਰਸ਼ਨ ਵੇਖੀਏ। ਛਿਨਕ ਮਾਤਰ ਜੇ ਦਰਸ਼ਨ ਦਿਖਾ ਦਿਓ ਤਾਂ ਇੱਕ ਪਲਕ ਸੁਰਸਾਦ ਸਮਾਗੋਂ ਕੋਟ ਮੁਕੁੰਠ ਪਾਏ। ਕਰੋੜਾਂ ਮੁਕੁੰਠਾਂ ਨੂੰ ਵੀ ਪੈਰਾਂ ਦੇ ਥੱਲੇ ਸਮਝੀਦਾ ਹੈ। ਏਡਾ ਵੱਡਾ ਸੁਖ ਹੈ ਸੱਚੇ ਪਾਤਸ਼ਾਹ ਤੇਰੇ ਦਰਸ਼ਨਾਂ ਦਾ। ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ। ਜਿਨ੍ਹਾਂ ਨੂੰ ਇੱਕ ਵਾਰੀ ਦਰਸ਼ਨ ਦਿਖਾ ਦਿੰਦੇ ਹੋ, ਜਿਸ ਕੋ ਤੁਮੇ ਦਿਖਾਏ ਉਹ ਦਰਸ਼ਨ ਸਾਧ ਸੰਗਤ ਕੇ ਪਾਛੇ, ਉਹਨਾਂ ਨੂੰ ਮਹਾਰਾਜ ਸੁਖ ਦਾ ਪਤਾ ਹੈ। ਆਪਦੇ ਦਰਸ਼ਨਾਂ ਦਾ ਜੋ ਆਨੰਦ ਹੈ ਉਹਦੀ ਬਾਬਤ ਮਹਾਰਾਜ ਸਾਹਿਬ ਨੇ ਕਿਹਾ, ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ। ਰਾਜ ਦੀ ਭੁੱਖ ਵੀ ਨਹੀਂ ਰਹਿ ਜਾਂਦੀ ਕਿਸੇ ਪ੍ਰਕਾਰ ਦੀ। ਰਾਜ ਵਾਸਤੇ ਬੜੇ ਲੋਕ ਯਤਨ ਕਰਦੇ ਰਹਿੰਦੇ ਹਨ ਤੇ ਰਾਜ ਛੱਡ ਕੇ ਭਰਤਰੀ ਵਰਗੇ ਗੋਪੀ ਚੰਦ ਵਰਗਿਆਂ ਨੂੰ ਮੁਕਤੀ ਵਾਸਤੇ ਸਾਧਨ ਕੀਤੇ। ਉਹ ਜਿਨ੍ਹਾਂ ਨੂੰ ਇੱਕ ਵਾਰੀ ਮਹਾਰਾਜ ਦੇ ਸਰੂਪ ਦਾ ਜਲਵਾ ਪ੍ਰਾਪਤ ਹੋ ਜਾਂਦਾ, ਅੰਦਰਵਾਰ ਜੋਤੀ ਸਰੂਪ ਪ੍ਰਗਟ ਹੋ ਆਉਂਦਾ ਹੈ, ਉਹਨੂੰ ਮੁਕਤ ਦੀ ਵੀ ਭੁੱਖ ਨਹੀਂ ਰਹਿੰਦੀ। ਮੁਕਤ ਬਪੜੀ ਦੀ ਗਿਆਨੀ ਤਿਆਗੇ ਕਈ ਬੁਕੁੰਠ ਨਹੀਂ ਲਗੇ ਲਾਗੇ। ਇਸ ਪ੍ਰਕਾਰ ਆਪਦੇ ਦਰਸ਼ਨ ਮਾਰਾ ਉਹ ਸਰੂਪ ਦਾ ਜਲਵਾ ਜਿਸ ਵਿੱਚ ਸੱਚੇ ਪਾਤਸ਼ਾਹ ਜੈ ਜੈ ਦੇਖਾਂ ਤੈਂ ਜੋਤ ਤੁਮਾਰੀ, ਤੇਰਾ ਰੂਪ ਕਨੇਹਾ, ਇੱਕ ਦੇ ਰੂਪ ਫਿਰੇ ਪ੍ਰਸ਼ੰਨਾ, ਕੋਈ ਨਾ ਕਿਸੇ ਜਿਹਾ। ਉਹ ਦਰਸ਼ਨ ਜਿਸ ਦਰਸ਼ਨ ਵਿੱਚ ਮਹਾਰਾਜ ਸਾਰੇ ਬ੍ਰਹਮੰਡ ਖੰਡ ਜਿਹੜੇ ਹੈ ਇਹ ਸਾਰੀ ਦ੍ਰਿਸ਼ਟੀ ਲੈ ਹੋ ਕੇ ਆਪ ਹੀ ਜੋਤੀ ਸਰੂਪ ਰਹਿ ਜਾਂਦੇ ਹੋ, ਆਪ ਹੀ ਦੇਖਣ ਵਾਲੇ ਹੋ, ਆਪ ਹੀ ਦਿਸਣ ਵਾਲੇ ਹੋ। ਐਸਾ ਜਿਹੜਾ ਦਰਸ਼ਨ ਹੈ ਦ੍ਰਿਸ਼ਟਾ ਦਿਸ ਦਰਸ਼ਨ ਇਹ ਤ੍ਰਿਪਤੀ ਮਿਲ ਜਾਂਦੀ ਹੈ। ਐਸਾ ਜਿਹੜਾ ਆਪਦਾ ਦਰਸ਼ਨ ਹੈ ਉਹ ਬਸਮਾਦ ਰੂਪ ਹੈ। ਬਿਸਮਨ ਬਿਸਮ ਰਹੇ ਬਸਮਾਦ, ਜਿਨ ਬੂਝਿਆ ਤੁਸਾਇਆ ਸਵਾਦ। ਉਹ ਦਰਸ਼ਨ ਸੱਚੇ ਪਾਤਸ਼ਾਹ ਸਾਨੂੰ ਵਿਖਾਉਣਾ ਕਰੋ, ਕਿਰਪਾ ਕਰੋ, ਪ੍ਰਗਟ ਹੋਵੋ। ਰਹਾਉ ਮਲਨ ਭਈ ਮਤ ਮਾਧਵਾ। ਇਹ ਮਾਇਆ ਦੇ ਪਤੀ ਪਰਮੇਸ਼ਰ ਸਾਡੀ ਜਿਹੜੀ ਮਤ ਬੁੱਧ ਹੈ ਵਿਸ਼ਿਆਂ ਦੇ ਪ੍ਰੈਣ ਹੋਣੇ ਕਰਕੇ ਮਲਨ ਹੋ ਗਈ ਹੈ, ਮਲੀਨ ਹੋ ਗਈ ਹੈ ਸੱਚੇ ਪਾਤਸ਼ਾਹ। ਇਸ ਪ੍ਰਕਾਰ ਸੱਚੇ ਪਾਤਸ਼ਾਹ ਦੀ ਬਖੇਬ ਸਾਹਿਬ ਸਾਡੀ ਬੁੱਧ ਜਿਹੜੀ ਹੈ ਅਤੇ ਮਿੱਥਿਆ ਦ੍ਰਿਸ਼ਟੀ ਵਿੱਚ ਪਈ ਹੋਈ ਸਾਡੀ ਮਤ ਸੱਚੇ ਪਾਤਸ਼ਾਹ ਅਵਿਦਿਆ ਦੀ ਸੰਗਤ ਕਰਕੇ, ਕਾਮ ਕਰੋ ਲੋਭ ਮੋਹ ਹੰਕਾਰ ਦੀ ਸੰਗਤ ਕਰਕੇ ਆਤਮ ਵਿਸ਼ੈਣੀ ਬੁੱਧ ਨਹੀਂ ਰਹੀ। ਵਿਸ਼ੇ ਵਿਸ਼ੈਣੀ ਬੁੱਧ ਸਾਡੀ ਮਲੀਨਤਾ ਸਹਿ ਤਮੋ ਗੁਣ ਦੇ ਭਾਵ ਕਰਕੇ ਹੋ ਗਈ ਹੈ। ਇਹ ਮਾਇਆ ਦੇ ਪਤੀ ਐਸੀ ਹਾਲਤ ਹੋ ਗਈ ਹੈ ਸਾਡੀ। ਤੇਰੀ ਗਤ ਲਖੀ ਨਾ ਜਾਏ। ਤੇਰੀ ਪ੍ਰਾਪਤੀ ਜਿਵੇਂ ਬ੍ਰਹਮ ਗਿਆਨੀਆਂ ਸੱਚੇ ਪਾਤਸ਼ਾਹ ਪਰਮੇਸ਼ਰ ਰੂਪ ਹੋ ਕੇ ਲਖੀ ਹੈ, ਇਸ ਪ੍ਰਕਾਰ ਤੇਰੀ ਪ੍ਰਾਪਤੀ ਸਾਡੇ ਪਾਸੋਂ ਲਿਖੀ ਨਹੀਂ ਜਾਂਦੀ, ਜਾਣੀ ਨਹੀਂ ਜਾਂਦੀ। ਸਾਨੂੰ ਸਮਝ ਨਹੀਂ ਪੈਂਦੀ ਸੱਚੇ ਪਾਤਸ਼ਾਹ ਕਿ ਆਪ ਦੀ ਪ੍ਰਾਪਤੀ ਕਿਵੇਂ ਹੋਵੇ, ਆਪ ਦੀ ਗਤ ਰੀਤੀ ਕਿਵੇਂ ਹੈ। ਆਪ ਮਹਾਰਾਜ ਸਾਰਿਆਂ ਦੇ ਵਿੱਚ ਵਿਆਪਕ ਹੋ। ਏਕ ਬੁਰਾ ਭਲਾ ਸੱਚ ਏਕ ਹੈ, ਬੂਝ ਗਿਆਨੀ ਸਤਿਗੁਰ ਕੀ ਟੇਕ ਹੈ। ਕਿਉਂ ਆਪ ਦੀ ਪ੍ਰਾਪਤੀ ਦੀ ਗਤੀ ਜਿਹੜੀ ਰੀਤੀ ਮਰਜ਼ਾਦਾ ਹੈ, ਗਤ ਗਿਆਨ ਸਾਡੇ ਪਾਸੋਂ ਲਿਖਿਆ ਨਹੀਂ ਜਾਂਦਾ ਜੀ। ਕਰੋ ਕਿਰਪਾ ਭ੍ਰਮ ਚੂਕਈ। ਸਾਡੇ ਤੇ ਆਪ ਆਪਣੀ ਕਿਰਪਾ ਦ੍ਰਿਸ਼ਟੀ ਕਰੋ ਸੱਚੇ ਪਾਤਸ਼ਾਹ। ਜਿਹੜਾ ਭਰਮ ਤੇ ਆਇਆ ਸਾਡੇ ਅੰਦਰ ਭੇਦ ਭਰਮ, ਕਰਤੱਵ ਭਰਮ, ਪੁੰਨ ਸੰਗ ਵਕਾਰ, ਬ੍ਰਹਮ ਜਗਤ ਬ੍ਰਹਮ ਇੱਕ ਜਗਤ ਸਤ ਭਰਮ, ਪੰਚੋ ਭਰਮ ਸੰਸਾਰ। ਪਹਿਲਾਂ ਭੇਦ ਭਰਮ ਹੈ। ਭੇਦ 5 ਪ੍ਰਕਾਰ ਦਾ ਪਿਆ ਹੋਇਆ, ਜੀਵ ਤੇ ਈਸ਼ਰ। ਜੀਵ ਅਲਪੱਗ ਹੈ, ਈਸ਼ਰ ਸਰਵੱਗ ਹੈ। ਜੀਵ ਈਸ਼ ਦਾ ਤੇ ਜੀਵ ਤੇ ਜੜ ਦਾ, ਈਸ਼ਰ ਚੇਤਨ ਹੈ ਤੇ ਜੜ ਸਾਰੀਆਂ ਚੀਜ਼ਾਂ ਤੱਤ ਜੜ ਹਨਗੇ। ਇੰਦਰੀਏ ਆਦਿਕ ਸਾਰੇ ਜਿੰਨੇ ਪ੍ਰਿਥਵੀ ਆਦਿਕ ਇਹ ਸਾਰੀਆਂ ਜੜ ਚੀਜ਼ਾਂ ਹਨਗੀਆਂ। ਕਿਉਂ ਇਸ ਤਰ੍ਹਾਂ ਜੜ ਤੇ ਈਸ਼ ਦਾ ਤੇ ਜੜ ਤੇ ਜੀਵ ਦਾ। ਇਹ ਜੀਵ ਜਿਹੜਾ ਹਿੱਲਣ ਚੱਲਣ ਵਾਲਾ, ਕਿਰਿਆ ਕਰਨ ਵਾਲਾ ਹੈ ਤੇ ਪਦਾਰਥ ਸਾਰੇ ਜਿਹੜੇ ਜੜ ਹਨਗੇ, ਪੱਥਰ ਬਿਰਸ਼ ਆਦਿਕ ਜਿਹੜੇ ਜੜ ਹਨਗੇ। ਤੇ ਜੀਵ ਦਾ ਦੂਆ ਜੀਵ ਕੋਈ ਪੁੰਨੀ ਹੈ, ਕੋਈ ਪਾਪੀ ਹੈ, ਕੋਈ ਸਮਾਨ ਦਰਮਿਆਨੀ ਹੈ, ਕੋਈ ਉੱਚੇ ਕਰਮਾਂ ਵਾਲੇ ਹੈ, ਕੋਈ ਨੀਵੇਂ ਕਰਮਾਂ ਵਾਲੇ ਹੈ। ਇਹ ਜੀਵਾਂ ਦੇ ਭੇਦ ਹਨਗੇ। ਇਹ ਜੀਵ ਦਾ ਭੇਦ ਹੈ। ਇਸੇ ਪ੍ਰਕਾਰ ਜੜ ਈਸ਼ ਆਦਿਕਾਂ ਦਾ 5ਵਾਂ ਭੇਦ ਹੈ। ਜੜ ਪਦਾਰਥ ਈਸ਼ਰ ਆਦਿਕ
ਜੀਵ ਜੀਵ ਦਾ ਅਤੇ ਜੀਵ ਜੜ ਦਾ, ਜੜ ਈਸ ਦਾ ਤੇ ਜੀਵ ਈਸ ਦਾ ਇਤਿਆਦਿਕ 5 ਪ੍ਰਕਾਰ ਦੇ ਭੇਦ ਪਏ ਹੋਏ ਹੈ। ਇਹਨਾਂ ਭੇਦ ਭਰਮ ਤੇ ਕਰਤੱਵ ਭਰਮ ਪਰਮੇਸ਼ਰ ਤੋਂ ਭਿੰਨ, ਪਰਮੇਸ਼ਰ ਕਰਤਾ ਭੁਗਤਾ ਹੋ ਗਿਆ ਹੋਊ ਤਾਂ ਉਹ ਤਬਦੀਲ ਉਹਦਾ ਸੁਭਾਅ ਹੋ ਗਿਆ, ਉਹ ਸੱਚੇ ਨਾਮ ਨਹੀਂ ਰਿਹਾ ਹੋਊ। ਇਹ ਕਰਤੱਵ ਪੁਰੇ ਦਾ ਭਰਮ ਹੈ ਅਤੇ ਭੇਦ ਭਰਮ ਪੁਨ ਭ੍ਰਮ ਸੰਗ, ਫਿਰ ਈਸ਼ਰ ਸੰਗੀ ਹੋ ਗਿਆ ਹੋਊ। ਜੰਮਣ ਮਰਨ ਜਿਵੇਂ ਸਰੀਰ 'ਚ ਅਸੀਂ ਜੰਮਦੇ ਮਰਦੇ ਜਿਵੇਂ ਆਦਮੀ ਨੂੰ ਈਸ਼ਰ ਵੀ ਜੰਮਦਾ ਮਰਦਾ ਹੋਊਗਾ, ਸੰਗ ਭਰਮ ਹੈ। ਅਤੇ ਵਿਕਾਰ ਬਦਲ ਗਿਆ ਹੋਊਗਾ, ਜਿਵੇਂ ਜਵਾਨ ਬਾਲ ਬਿਰਧ ਅਵਸਥਾ ਹੋ ਜਾਂਦੀ ਹੈ, ਕਿਉਂ ਬਦਲ ਗਿਆ ਹੋਊਗਾ ਉਹ। ਅਤੇ ਇਸੇ ਪ੍ਰਕਾਰ ਬ੍ਰਹਮ ਇਤਰ ਜਗ ਸਤ ਭਰਮ, ਬ੍ਰਹਮ ਤੋਂ ਇੱਧਰ ਵੱਖਰਾ ਵੀ ਜਗਤ ਕੋਈ ਸੱਚੀ ਚੀਜ਼ ਹੋਣੀ ਹੈ। ਇਹ ਪੰਜੋ ਭਰਮ ਸੰਸਾਰ 5 ਪ੍ਰਕਾਰ ਦੇ ਭਰਮ ਪਏ ਹੈ ਸੰਸਾਰੀ ਜੀਆਂ ਦੇ ਤਾਈ। ਇਹਨਾਂ ਭਰਮਾਂ ਦੀ ਨਿਵਰਤੀ ਕਰਨ ਵਾਸਤੇ ਮਹਾਤਮਾ ਨੂੰ ਦ੍ਰਿਸ਼ਟਾਂਤ ਦਿੱਤੇ ਹਨ। ਬਿੰਬ ਪ੍ਰਤਿਬਿੰਬ ਲੋਹਿਤ ਸਪਟ ਘਟਾਕਾਸ਼ ਗੁਣ ਮਾਰ, ਕਰਨ ਕੁੰਡਲ ਦ੍ਰਿਸ਼ਟਾਂਤ ਦਾ ਪੰਜੋ ਭਰਮ ਨਿਵਾਰ। ਪਹਿਲਾਂ ਕਹਿੰਦੇ ਹਨ ਬਿੰਬ ਪ੍ਰਤਿਬਿੰਬ ਲੋਹਿਤ ਸਪਟ, ਜਿਵੇਂ ਬਿੰਬ ਸੂਰਜ ਇੱਕ ਹੁੰਦਾ ਹੈ ਤੇ 100 ਘੜਾ ਪਾਣੀ ਦਾ ਜਾਂ 1000 ਘੜਾ ਪਾਣੀ ਦਾ ਭਰ ਕੇ ਰੱਖ ਦਈਏ, ਉਹ ਸਾਰਿਆਂ ਘੜਿਆਂ ਦੇ ਵਿੱਚ ਸੂਰਜ ਦਾ ਪ੍ਰਤੀਬਿੰਬ ਪੈਂਦਾ ਹੈ। ਜਿਸ 'ਚ ਲਾਲ ਰੰਗ ਪਾ ਦਈਏ ਲਾਲ ਪ੍ਰਤੀਤ ਹੁੰਦਾ, ਜਿਹਦੇ 'ਚ ਹਰਾ ਰੰਗ ਪਾ ਦਈਏ ਹਰਾ ਪ੍ਰਤੀਤ ਹੁੰਦਾ, ਜਿਹਦੇ ਚਿੱਟਾ ਹੋਵੇ ਚਿੱਟਾ ਪ੍ਰਤੀਤ ਹੁੰਦਾ। ਇਵੇਂ ਗੁਣਾਂ ਦੇ ਸੁਭਾਅ ਕਰਕੇ ਸਾਧ ਸੰਗਤ ਜੀ, ਜਿਸ 'ਚ ਰਜੋਗੁਣ ਲਾਲ ਹੈ ਉਹ ਉਦਮੀ ਤੇ ਵਿਹਾਰ ਕਰਨੇ, ਛਲ ਵਾਲਾ ਆਦਿ ਕਰਦੇ ਰਹਿਣਾ, ਸੁਭਾਅ ਲੋਭ ਆਦਿਕਾਂ ਦਾ ਸੁਭਾਅ ਮਾਣ ਆਦਿ। ਪਹਿਲਾਂ ਕਹਿੰਦੇ ਹਨ ਬਿੰਬ ਪ੍ਰਤਿਬਿੰਬ ਲੋਹਿਤ ਸਪਟ, ਜਿਵੇਂ ਬਿੰਬ ਸੂਰਜ ਇੱਕ ਹੁੰਦਾ ਹੈ ਤੇ 100 ਘੜਾ ਪਾਣੀ ਦਾ ਜਾਂ 1000 ਘੜਾ ਪਾਣੀ ਦਾ ਭਰ ਕੇ ਰੱਖ ਦਈਏ, ਉਹ ਸਾਰਿਆਂ ਘੜਿਆਂ ਦੇ ਵਿੱਚ ਸੂਰਜ ਦਾ ਪ੍ਰਤੀਬਿੰਬ ਪੈਂਦਾ ਹੈ। ਜਿਸ 'ਚ ਲਾਲ ਰੰਗ ਪਾ ਦਈਏ ਲਾਲ ਪ੍ਰਤੀਤ ਹੁੰਦਾ, ਜਿਹਦੇ 'ਚ ਹਰਾ ਰੰਗ ਪਾ ਦਈਏ ਹਰਾ ਪ੍ਰਤੀਤ ਹੁੰਦਾ, ਜਿਹਦੇ ਚਿੱਟਾ ਹੋਵੇ ਚਿੱਟਾ ਪ੍ਰਤੀਤ ਹੁੰਦਾ। ਇਵੇਂ ਗੁਣਾਂ ਦੇ ਸੁਭਾਅ ਕਰਕੇ ਸਾਧ ਸੰਗਤ ਜੀ, ਜਿਸ 'ਚ ਰਜੋਗੁਣ ਲਾਲ ਹੈ ਉਹ ਉਦਮੀ ਤੇ ਵਿਹਾਰ ਕਰਨੇ, ਛਲ ਵਾਲਾ ਆਦਿ ਕਰਦੇ ਰਹਿਣਾ, ਸੁਭਾਅ ਲੋਭ ਆਦਿਕਾਂ ਦਾ ਸੁਭਾਅ ਮਾਣ ਆਦਿਕਾਂ ਦਾ ਸੁਭਾਅ ਰਜੋਗੁਣ ਆਦਿ ਪ੍ਰਤੀਬਿੰਬ ਪ੍ਰਤੀਤ ਹੁੰਦਾ ਹੈ। ਜਿਹੜੇ ਸਤੋਗੁਣੀ ਉਹਨਾਂ 'ਚ ਸਾਫ਼ ਨਿਰਮਲ ਤੇ ਨਿਮਰਤਾ ਆਦਿ ਕਰਨੀ ਤੇ ਸੋਭਾ ਦੀ ਇੱਛਾ ਬਣੀ ਰਹਿਣੀ, ਵਡਿਆਈ ਦੀ, ਇਸ ਪ੍ਰਕਾਰ ਦਾ ਪ੍ਰਤੀਬਿੰਬ ਪੈਂਦਾ ਰਹਿੰਦਾ ਹੈ। ਅਤੇ ਜਿਹੜੇ ਤਮੋ ਗੁਣੀਆਂ ਉਹਨਾਂ ਦਾ ਵੈਰ ਕਰਨਾ, ਕ੍ਰੋਧ ਕਰਨਾ, ਈਰਖਾ ਕਰਨੀ, ਝਗੜੇ ਪਾਈ ਰੱਖਣੇ, ਇਸ ਪ੍ਰਕਾਰ ਦਾ ਪ੍ਰਤੀਬਿੰਬ ਪਿਆ ਰਹਿੰਦਾ ਹੈ। ਇਸ ਪ੍ਰਕਾਰ ਦੇ ਪ੍ਰਤੀਬਿੰਬ ਜਿਹੜੇ ਹੋਣਗੇ ਇਹ ਗੁਣਾਂ ਦੇ ਸੁਭਾਅ ਕਰਕੇ ਪਏ ਰਹਿੰਦੇ ਹਨ। ਜਿਸ ਵੇਲੇ ਸਾਰਿਆਂ ਘੜਿਆਂ ਨੂੰ ਮੂਧੇ ਕਰ ਦਈਏ ਉਦੋਂ ਪ੍ਰਤੀਬਿੰਬ ਬਿੰਦੀ 'ਚ ਜਾ ਮਿਲਦੇ, ਜਿਉਂ ਪ੍ਰਤੀਬਿੰਬ ਬਿੰਬ ਕੋ ਮਿਲੀ ਹੈ ਉਹਦੇ ਕੋਲ ਵਿਗਿਆਨਾ। ਜਦੋਂ ਘੜੇ ਦਾ ਪਾਣੀ ਵਿਗਾੜ ਦਈਏ ਪ੍ਰਤੀਬਿੰਬ ਬਿੰਦੀ 'ਚ ਜਾ ਮਿਲਦਾ ਹੈ। ਇਸੇ ਪ੍ਰਕਾਰ ਜਦੋਂ ਅੰਤਾਕਰਨ ਰੂਪੀ ਘੜੇ ਦਾ ਅਭਿਮਾਨ ਛੱਡ ਦਿੱਤਾ ਤੇ ਕਾਮ ਕਰਨ ਰੂਪੀ ਪਾਣੀ ਡੁੱਲ ਕੇ ਪ੍ਰਤੀਬਿੰਬ ਪੁਣਾ ਜਿਹੜਾ ਮੰਨਿਆ ਸੀ ਉਹ ਆਪਣੀ ਬੀਬੀ ਦੇ ਵਿੱਚ ਜਿਸ ਦਾ ਅਕਸ਼ ਪੈ ਰਿਹਾ ਸੀ ਉਸ ਚੀਜ਼ ਜਾ ਮਿਲਦਾ ਹੈ। ਇਸ ਪ੍ਰਕਾਰ ਇਹ ਜਿਹੜਾ ਭੇਦ ਭਰਮ ਹੈ ਜੀਵ ਈਸ਼ ਦਾ ਜੀਵ ਜੜ ਦਾ, ਇਹਦੇ ਮੇਟਣ ਵਾਸਤੇ ਇਹ ਦ੍ਰਿਸ਼ਟਾਂਤ ਹੋਣਗੇ ਬਿੰਬ ਪ੍ਰਤੀਬਿੰਬ ਤੇ ਲੋਹਿਤ ਸਫਾਟਕ ਤੇ ਫਿਰ ਕਰਤੱਵਪੁਰਮ ਜਿਹੜਾ ਉਹਦੇ 'ਚ ਪਰਮੇਸ਼ਰ ਪ੍ਰਤੀਤ ਹੁੰਦਾ। ਇਹ ਆਇਆ ਹੋਇਆ ਜਿਸ ਪ੍ਰਕਾਰ ਸਾਧ ਸੰਗਤ ਜੀ ਸਫਾਟਕ ਮਣੀ ਹੋਵੇ, ਸਾਫ਼ ਮਣੀ ਹੋਵੇ, ਉਹਦੇ ਕੋਲੇ ਲਾਲ ਰੰਗ ਰੱਖ ਦਈਏ, ਲਾਲ ਕਲੀ ਰੱਖ ਦਈਏ, ਲਾਲ ਫੁੱਲ ਰੱਖ ਦਈਏ, ਉਹ ਹੁੰਦਾ ਤਾਂ ਫੁੱਲ ਵਿੱਚ ਰੰਗ ਹੈ ਜਾਂ ਟੱਲੀ ਵਿੱਚ ਹੁੰਦਾ, ਪਰ ਜਿਹੜੀ ਸਫਾਟਕ ਮਣੀ ਪਈ ਹੈ ਨਾ ਕੋਲੇ ਬਲੌਰ, ਉਹਦੇ 'ਚ ਭਾਸ਼ਣ ਪ੍ਰਤੀਤ ਹੁੰਦਾ ਨਹੀਂ ਵਾਸਤੇ ਤੇ ਪ੍ਰਤੀਤ ਹੁੰਦਾ ਹੈ। ਇਸ ਪ੍ਰਕਾਰ ਬ੍ਰਹਮ ਵਿੱਚ ਹੈ ਨਹੀਂ ਕਰਤਾਪੁਣਾ ਜਿਹੜਾ ਇਹ ਉਹ ਜਿਹੜਾ ਮਾਇਆ ਦੇ ਚੇਤਨ ਦਾ ਪ੍ਰਤੀਬਿੰਬ ਪਿਆ, ਉਸ ਪ੍ਰਤੀਬਿੰਬ ਦੇ ਵਿੱਚ ਇਹ ਪ੍ਰਤੀਤ ਹੋ ਰਹੀ ਕਿਰਿਆ ਜਿੰਨੀ ਸਾਰੀ ਮਾਇਆ ਕਰਕੇ ਹੀ, ਉਸ ਮਾਇਆ ਦੀ ਸੱਤਾ ਜਿਹੜੀ ਪਾਈ ਹੈ ਚੇਤਨ ਹੈ ਉਹਦੇ 'ਚ ਸਾਰੀ ਹਰਕਤ ਵਗੈਰਾ ਪ੍ਰਤੀਤ ਹੋ ਰਹੀ ਹੈ। ਕਰਤੱਵਪੁਣਾ ਭਰਮ ਪ੍ਰਤੀਤ ਹੋ ਰਿਹਾ, ਜਿਵੇਂ ਕੋਲੇ ਮਣੀ ਦੇ ਤੇ ਹੋਇਆ ਲਾਲ ਚੱਲੀ ਉਹਦੇ 'ਚ ਪ੍ਰਤੀਤ ਹੋਣ ਲੱਗ ਜਾਂਦੀ ਹੈ, ਬ੍ਰਹਮ 'ਚ ਪ੍ਰਤੀਤ ਹੁੰਦਾ, ਵਾਸਤਵ ਤੇ ਹੈ ਨਹੀਂ। ਕਰਤੱਵਪੁਣ ਪੁਨ ਭ੍ਰਮ ਸੰਗ, ਫਿਰ ਸੰਗ ਭਰਮ ਇਸ ਪ੍ਰਕਾਰ ਹੈ ਜਿਸ ਪ੍ਰਕਾਰ ਸਾਧ ਸੰਗਤ ਜੀ ਘਟਾਕਾਸ਼ ਗੁਣ ਮਾਰ, ਇਸੇ ਪ੍ਰਕਾਰ ਹੈ। ਪਹਿਲਾਂ ਬਿੰਬ ਪ੍ਰਤਿਬਿੰਬ ਲੋਹਿਤ ਸਫਟ ਘਟਾਕਾਸ਼, ਜਿਵੇਂ ਘਟਾਕਾਸ਼ ਆਕਾਸ਼ ਦੇ ਵਿੱਚ ਘੜੇ ਦਾ ਪ੍ਰਤੀਬਿੰਬ ਪੈਂਦਾ ਹੈ। ਘੜਾ ਜਦੋਂ ਬਣਦਾ ਉਦੋਂ ਆਕਾਸ਼ ਬਣਦਾ ਨਹੀਂ, ਘੜਾ ਜਦੋਂ ਭੰਨ ਦਈਏ ਉਸ ਵੇਲੇ ਘੜਾ ਭਜਦਾ ਨਹੀਂ। ਇਸ ਪ੍ਰਕਾਰ
ਉਹ ਪਰਮੇਸ਼ਰ ਸਰੀਰ ਦੇ ਪੈਦਾ ਹੋਣ ਨਾਲ ਪੈਦਾ ਨਹੀਂ ਹੁੰਦਾ, ਸਰੀਰ ਦੇ ਟੁੱਟਣ ਨਾਲ ਟੁੱਟਦਾ ਨਹੀਂ। ਇਹ ਉਹਦੇ 'ਚ ਭਰਮ ਕਰਕੇ ਪ੍ਰਤੀਤ ਹੁੰਦਾ ਹੈ। ਇਹ ਘੜਾ ਜਿਵੇਂ ਆਕਾਸ਼ ਦੇ ਨਹੀਂ ਭਜਦਾ, ਭੰਨਣੇ ਕਰਕੇ ਪੈਦਾ ਹੋਣੇ ਕਰਕੇ ਪੈਦਾ ਨਹੀਂ ਹੁੰਦਾ, ਇਸ ਪ੍ਰਕਾਰ ਦੇਹਾਂ ਦੇ ਪੈਦਾ ਕਰਕੇ ਉਹ ਸੰਗੀ ਨਹੀਂ ਹੁੰਦਾ ਅਤੇ ਵਕਾਰੀ ਨਹੀਂ ਹੁੰਦਾ। ਇਸੇ ਪ੍ਰਕਾਰ ਤਬਦੀਲ ਭਾਵ ਨੂੰ ਬਾਲ ਜੁਵਾ ਬਿਰਧ ਅਵਸਥਾ ਨੂੰ ਬਿੰਬ ਪ੍ਰਤਿਬਿੰਬ ਲੋਹਿਤ ਸਪਾਟਿਕ ਘਟਾ ਆਕਾਸ਼ ਤੇ ਗੁਣ ਮਾਰ, ਇਸ ਪ੍ਰਕਾਰ ਜਿਹੜਾ ਵਕਾਰ ਉਹਦੇ 'ਚ ਇਉਂ ਨਹੀਂ ਹੈ ਜਿਵੇਂ ਗੁਣ ਰੱਸੀ ਕੋਲੇ ਰੱਖ ਦਈਏ ਤੇ ਵਿੱਚ ਉਹਦੇ ਸੱਪ ਪ੍ਰਤੀਤ ਹੁੰਦਾ ਹੈ। ਇਵੇਂ ਅਸਲੀ ਭਾਂਤੀ ਪ੍ਰੇਦਾ ਦੇ ਆ ਸੱਤ ਜੜ ਦੁੱਖ ਰੂਪ ਜਿਹੜਾ ਜਗਤ ਪ੍ਰਤੀਤ ਹੋ ਰਿਹਾ ਹੈ, ਇਹ ਰਜੂ ਕਲਪਿਆ ਬ੍ਰਹਮ ਦੇ ਵਿੱਚ ਦੀ ਸੱਤਾ ਦੇ ਆਸਰੇ ਸੰਸਾਰ ਹੈ। ਇਸ ਪ੍ਰਕਾਰ ਵਕਾਰ ਜਮਦਾ ਮਰਦਾ ਪ੍ਰਤੀਤ ਹੋ ਰਿਹਾ ਹੈ। ਇਸ ਨੂੰ ਤੇ ਅੱਗੇ ਕੰਨ ਕੁੰਡਲ ਦ੍ਰਿਸ਼ਟਾਂਤ ਦਾ ਪੰਜੋ ਬ੍ਰਹਮ ਤੋਂ ਭਿੰਨ ਵੀ ਜਗਤ ਸੱਤ ਹੈ। ਇਹਦਾ ਪੰਜਵਾਂ ਦ੍ਰਿਸ਼ਟਾਂਤ ਦਿੱਤਾ ਹੈ ਜਿਵੇਂ ਸੋਨੇ ਦੇ ਕੜੇ ਬਣੇ ਹੋਏ ਕਹੀਏ, ਸੋਨੇ ਤੋਂ ਬਗੈਰ ਭੂਖਣਪੁਣਾ ਕਿਤੇ ਨਾਮ ਨਹੀਂ ਹੈ। ਸੋ ਭੂਖਣ ਜਿਹੜੇ ਸੋਨੇ ਕਰਕੇ ਨਾਮ ਪਿਆ ਹੋਇਆ ਹੈ, ਇਵੇਂ ਬ੍ਰਹਮ ਕਰਕੇ ਸਾਰੇ ਦੂਸਰਾ ਨਾਮ ਪਿਆ ਹੈ ਸੰਸਾਰ ਉਸ ਦਾ। ਇਹ ਪੰਜਾਂ ਭਰਮਾਂ ਦੀ ਨਿਵਰਤੀ ਵਾਸਤੇ ਮਹਾਤਮਾ ਦ੍ਰਿਸ਼ਟਾਂਤ ਦਿੱਤੇ ਹੈ। ਸੋ ਇੱਥੇ ਭਗਤ ਜੀ ਉਹ ਬੇਨਤੀ ਕਰਦੇ ਹਨ, ਕਰੋ ਕਿਰਪਾ ਭ੍ਰਮ ਚੂਕਈ। ਮਹਾਰਾਜ ਆਪ ਜੀ ਕਿਰਪਾ ਕਰੋ, ਲਿਵ ਬਖਸ਼ੋ ਸੱਚੇ ਪਾਤਸ਼ਾਹ। ਬਿਨ ਉਪਮਾ ਜਗਦੀਸ਼ ਕੀ ਬਿਨ ਸੇਨਾ ਅੰਧਿਆਰਾ। ਉਪਮਾ ਕਰੀ ਤੋਂ ਬਗੈਰ ਵਰਨ ਦਾ ਪਰਦਾ ਚੱਕਿਆ ਨਹੀਂ ਜਾਂਦਾ। ਕਿਰਪਾ ਦ੍ਰਿਸ਼ਟੀ ਕਰੋ, ਕਿਉਂਕਿ ਸੰਤ ਸੰਗ ਜੀ ਜਿਤ ਵਸੇ ਨਾਨਕ ਤੇ ਨਾ ਭਰਮੇ। ਅਨੇਕਾਂ ਲੋਕ ਯਤਨ ਕਰ ਰਹੇ, ਭਰਮ ਦੀ ਨਿਵਰਤੀ ਨਹੀਂ ਹੋਈ। ਸੰਤਾਂ ਦੀ ਸੰਗਤ ਕਰਕੇ ਜਿਹੜੇ ਮਿਲੇ ਉਹਨਾਂ ਨੂੰ ਭਰਮ ਨਹੀਂ ਹੁੰਦਾ। ਜਿਸ ਪ੍ਰਕਾਰ ਇੱਕ ਸਾਧ ਸੰਗਤ ਜੀ ਇਲਾਕਾ ਸੀ, ਉਸ ਇਲਾਕੇ ਦੇ ਵਿੱਚ ਬਹੁਤ ਲੋਕ ਜੋ ਦਿਨ ਸ਼ਿਵਜਾ ਕਰੇ ਹਨੇਰਾ ਹੀ ਢੋਇਆ ਕਰਨ। ਇੱਕ ਸਿਆਣੇ ਘਰ ਦੀ ਲੜਕੀ ਚਲੀ ਗਈ, ਉਹ ਲੋਕਾਂ ਨੂੰ ਹਨੇਰਾ ਢੋਂਦੇ ਲੱਗੇ ਵੇਖ ਕੇ ਕਹਿਣ ਲੱਗੇ, ਬੀਬੀ ਤੂੰ ਵੀ ਸਾਡੇ ਰਿਵਾਜ ਹੈ, ਰਾਤ ਸਾਰੀ ਹਨੇਰਾ ਢੋਂਦੇ ਹੈ, ਤੂੰ ਵੀ ਹਨੇਰਾ ਢੋ। ਉਹ ਕਹਿਣ ਲੱਗੀ ਸਾਰਿਆਂ ਨੂੰ ਕਿ ਤੁਸੀਂ ਐਂ ਕਰੋ ਬਰਾਤ ਜੋ, ਮੈਂ ਹਨੇਰਾ ਸਾਰਿਆਂ ਨੂੰ ਢੋ ਦਿਆਂਗੀ। ਉਹ ਸਾਰੇ ਜਦੋਂ ਸੌਂ ਗਏ, ਦਿਨ ਜਿਹੜੇ ਉਠਾਏ ਕਹਿੰਦੇ ਵੇਖੋ ਮੈਂ ਕੱਲੀ ਹਨੇਰਾ ਢੋਤਾ ਹੈ। ਇਸ ਪ੍ਰਕਾਰ ਉਹਨਾਂ ਨੂੰ ਭਰਮ ਪਿਆ ਸੀ ਹਨੇਰਾ ਢੋਣ ਦਾ। ਇਸੇ ਪ੍ਰਕਾਰ ਸਾਧ ਸੰਗਤ ਜੀ ਜੋ ਸੁੱਧ ਬੁੱਧੀ ਵਾਲੇ ਪੁਰਖ ਹਨਗੇ ਉਹ ਤਤਵੇਤੇ ਹਨ। ਉਹ ਜਦੋਂ ਅਗਿਆਨੀਆਂ ਦੇ ਵਿੱਚ ਚਲੇ ਜਾਂਦੇ ਹੈ, ਉਹਨਾਂ ਦੇ ਤਾਂ ਹੀ ਨਿਰਵਿਕਲਪ ਸਮਾਧੀ 'ਚ ਟਿਕਾ ਕਰਕੇ ਉਹਨਾਂ ਦੇ ਭਰਮ ਦਾ ਹਨੇਰਾ ਚੱਕ ਦਿੰਦੇ ਹਨਗੇ। ਐਵੇਂ ਉਹਨਾਂ ਨੂੰ ਬਣਿਆ ਰਹਿੰਦਾ। ਸੋ ਮਹਾਰਾਜ ਕਿਰਪਾ ਦ੍ਰਿਸ਼ਟੀ ਕਰੋ, ਕਰੋ ਕਿਰਪਾ ਭ੍ਰਮ ਚੂਕਈ। ਕਿਰਪਾ ਦ੍ਰਿਸ਼ਟੀ ਕਰੋ ਮਹਾਰਾਜ, ਸਾਡਾ ਭਰਮ ਚੱਕਿਆ ਜਾਵੇ। ਮੈਂ ਸੁਮਤ ਦੇਹੋ ਸਮਝਾ। ਮੇਰੇ ਤਾਈ ਮਹਾਰਾਜ ਸ੍ਰੇਸ਼ਟ ਮਤ ਜਿਹੜੀ ਆਤਮ ਵਿਸ਼ੇਣੀ ਬੁੱਧ ਹੈ ਉਹ ਕਿਰਪਾ ਕਰਕੇ ਸਮਝਾ ਦਿਓ। ਜੋਗੀ ਸਰ ਪਾਵਹਿ ਨਹੀਂ। ਇਹ ਅੰਤਰਜਾਮੀ ਆਪ ਦਾ ਸਰੂਪ ਦਾ ਅੰਤ ਬੜੇ ਬੜੇ ਜੋਗੀਆਂ ਦੇ ਜੋਗੀਸ਼ਰ ਹਨਗੇ, ਬੜੇ ਬੜੇ ਮਛੰਦਰਨਾਥ ਵਰਗੇ ਜੋਗੀ ਹਨ, ਗੋਰਖਨਾਥ ਦੇ ਗੁਰੂ, ਉਹ ਵੀ ਤੇਰਾ ਅੰਤ ਨਹੀਂ ਪਾ ਸਕਦੇ। ਗੁਣ ਕਥਨ ਅਪਾਰ। ਆਪ ਦੇ ਬਗਦਾਲ ਆਦਿਕ ਜੋਗੀ ਵੀ ਤੇ ਰੂਮਣ ਆਦਿਕ ਜੋਗੀ ਵੀ ਆਪਦਾ ਅੰਤ ਨਹੀਂ ਪਾ ਸਕਦੇ। ਰੂਮਣਾ ਰੱਖੀਏ ਆਪਦਾ ਅੰਤ ਨਹੀਂ ਪਾ ਸਕਦੇ ਸੱਚੇ ਪਾਤਸ਼ਾਹ। ਗੁਣ ਕਥਨ ਅਪਾਰ। ਤੁਹਾਡੇ ਜਿਹੜੇ ਗੁਣ ਹਨ ਮੇਰਾ ਕਥਨ ਤੋਂ ਅਪਾਰ ਹੈ। ਪ੍ਰਕਿਰਤੀ ਕਰਕੇ ਸਭ ਕਥਨ ਕਰੀਦਾ, ਜੋ ਕੁਝ ਬੋਲੀ ਚਾਲੀਦਾ ਪ੍ਰਕਿਰਤੀ ਵਿੱਚ ਬੋਲੀਦਾ। ਆਪ ਦੇ ਗੁਣ ਕਥਨ ਤੋਂ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਬੇਅੰਤ ਗੁਣਾਂ ਨੇ ਅਪਾਰ ਪਰਮੇਸ਼ਵਰ। ਪ੍ਰੇਮ ਭਗਤ ਕੈ ਕਾਰਨ। ਅਸੀਂ ਮਹਾਰਾਜ ਤੁਸੀਂ ਰਵਿਦਾਸ ਜੀ ਸਾਡੇ ਗੁਣ ਗਾਏ ਨਹੀਂ ਜਾਂਦੇ, ਤੁਸੀਂ ਕਿਉਂ ਕਥਨ ਕਰਦੇ ਹੋ? ਕਹਿਣ ਲੱਗੇ ਮਹਾਰਾਜ ਸਾਡੇ ਕਥਨ ਕਰਨ ਦਾ ਕਾਰਨ ਨਾ ਸੁਣ ਲਓ। ਪ੍ਰੇਮ ਭਗਤ ਕੈ ਕਾਰਨ। ਆਪਦੀ ਪ੍ਰੇਮਾ ਭਗਤੀ ਪ੍ਰਾਪਤ ਹੁੰਦੀ ਹੈ ਆਪਦੇ ਗੁਣ ਉਚਾਰਨੇ ਕਰਕੇ। ਕਿਉਂ ਪ੍ਰੇਮਾ ਭਗਤੀ ਦੇ ਕਾਰਨ ਵਾਸਤੇ। ਬਹੁ ਰਵਿਦਾਸ ਚਮਾਰ। ਰਵਿਦਾਸ ਭਗਤ ਜੀ ਕਹਿੰਦੇ ਮੈਨੂੰ ਚਮਿਆਰ ਲੋਕ ਕਹਿੰਦੇ, ਚਮਿਆਰਾਂ ਦੇ ਘਰ ਜੰਮਿਆ ਕਰਕੇ, ਪਰ ਮੈਂ ਦੇਵ ਮਹਾਲੂਪੀ ਚੰਮਦਾ ਆਰੀ ਹਾਂ, ਦੁਸ਼ਮਣ ਹਾਂ। ਦੇ ਅਭਿਆਸ ਨੂੰ ਵੇਟਣ ਵਾਲਾ ਰਵਿਦਾਸ ਭਗਤ ਜੀ ਕਹਿੰਦੇ ਮੈਂ ਕਹਿੰਦਾ ਹਾਂ। ਗੌੜੀ ਬੈਰਾਗਣ ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਤ ਜੁਗ ਸਤ ਤੇਤਾ ਜੱਗੀ। ਸਾਧ ਸੰਗਤ ਜੀ ਭਗਤ ਜੀ ਦੇ ਪਾਸ ਆ ਕੇ ਵਿਦਵਾਨਾਂ ਪੰਡਤਾਂ ਨੇ ਆ ਕੇ ਪ੍ਰਸ਼ਨ ਕੀਤੇ ਕਿ ਹੇ ਰਵਿਦਾਸ ਤੂੰ ਪਿਛਲੇ ਯੁੱਗਾਂ ਵਾਲੇ ਕਰਮ ਕਿਉਂ ਨਹੀਂ ਕਰਦਾ? ਤਾਂ ਸੁਣ ਕੇ ਰਵਿਦਾਸ ਜੀ ਦੱਸਦੇ ਹਨ, ਅੰਮ੍ਰਿਤ ਨੂੰ ਉਪਦੇਸ਼ ਦਿੰਦੇ ਹਨ। ਫਿਰ ਕਹਿੰਦੇ ਤੂੰ ਵੇਦਾਂ ਪੁਰਾਣਾਂ ਦੇ ਆਖੇ ਕਿਉਂ ਨਹੀਂ ਲੱਗਦਾ ਹੈ?
ਤੇ ਭਗਤ ਜੀ ਕਾਰਨ ਦੱਸਦੇ ਹਨ ਨਾ ਇਹਨਾਂ ਦੇ ਮੰਨਣ ਦਾ। ਇੱਕ ਅਦਵੈਤ ਰੂਪ ਪਰਮੇਸ਼ਵਰ ਹੈ, ਓਂਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਬੈਰਾਗਣ ਜਾਤੀ ਹੈ ਗੌੜੀ ਦੀ। ਸਤ ਜੁਗ ਸਤ ਤੇਤਾ ਜੱਗੀ। ਇਹ ਭਾਈ ਸਤਿਯੁਗ ਦੇ ਵਿੱਚ ਪਰਮੇਸ਼ਵਰ ਦਾ ਸਿਮਰਨ ਤਾਂ ਲੋਕ ਕਰਦੇ ਸੀ, ਪਰ ਸਤਵਾਦੀ ਸਨ। ਸਤਿਯੁਗ ਸਤ ਕਹੇ ਸਭ ਕੋਈ, ਘਰ ਘਰ ਭਗਤ ਗੁਰਮੁਖ ਹੋਈ। ਗੁਰਾਂ ਦੁਆਰਾ ਭਗਤੀ ਹੁੰਦੀ ਸੀ। ਸਤਵਾਦੀ ਲੋਕ ਸਨ। ਸਤ ਸੰਜਮ ਆਦਿਕ ਯੋਗ ਦਾ ਸਾਧਨ ਕਰਦੇ ਸਨ ਲੋਕ ਸਤਿਯੁਗ ਦੇ ਵਿੱਚ। ਤੇਤਾ ਜੱਗੀ। ਇਹਦੇ ਤ੍ਰੇਤੇ ਦੇ ਅੰਦਰ ਜੱਗ ਆਦਿਕ ਕਰਦੇ ਸਨ। 10,000 ਵਰੇ ਦੀ ਉਮਰ ਸੀ। ਸਤਿਯੁਗ 'ਚ ਲੱਖ ਵਰੇ ਦੀ ਉਮਰ ਸੀ। ਸਤ ਆਦਿਕ ਰੱਖ ਕਰਕੇ ਯੋਗ ਕਮਾਉਂਦੇ ਸਨ। ਤ੍ਰੇਤਾ ਜੱਗ ਆਦਿਕ ਕਰਦੇ ਸਨ। ਦੁਆਪਰ ਪੂਜਾ ਚਾਰ। ਦੁਆਪਰ 'ਚ 1000 ਵਰੇ ਦੀ ਉਮਰ ਸੀ। ਉਸ ਵੇਲੇ ਪੂਜਾ ਆਚਾਰ ਠਾਕਰਿਆਂ ਦੀ ਪੂਜਾ ਕਰਿਆ ਕਰਦੇ। ਪੂਜਾ ਦਾ ਆਚਾਰ ਕਿਤਾਬ ਚੱਲਿਆ ਸੀ। ਨਾਰਦ ਕਿਹਾ ਸੀ ਪੂਜ ਕਰਾਹੀ। ਨਾਰਦ ਮੁਨੀ ਨੂੰ ਪੁੱਛਿਆ ਸੀ, 5 ਰਾਤਰ ਪੁਰਾਣ ਗ੍ਰੰਥ ਵਿੱਚ ਇੱਕ ਪ੍ਰਸੰਗ ਆਉਂਦਾ ਹੈ, 11 ਪ੍ਰਕਾਰ ਦੀ ਭਗਤੀ ਨਾਰਦ ਜੀ ਨੇ ਕਹੀ ਹੈ। ਇਹਨਾਂ ਨੂੰ ਪੁੱਛਿਆ ਕਿ ਮਹਾਰਾਜ ਦੇਵਤਾ ਦਾ ਚਿੰਤਨ ਕਰਨਾ ਕਿਵੇਂ ਚਾਹੀਏ? ਤਾਂ ਕਹਿੰਦੇ ਉਹਨਾਂ ਦੇ ਨਾਮ ਨਾਲ ਚੇਤੇ ਕਰਨਾ ਚਾਹੀਦਾ। ਕਹਿੰਦੇ ਨਾਮ ਨਾਲ ਜੇ ਸਰੂਪ ਨਾਲ ਚੇਤੇ ਆਵੇ ਤਾਂ ਕਹਿੰਦੇ ਮੂਰਤੀ ਬਣਾ ਲੈਣੀ ਚਾਹੀਦੀ ਹੈ। ਮੂਰਤੀ ਬਣਾ ਕੇ ਦੇਵਤਾ ਦਾ ਚਿੰਤਨ ਕਰਿਆ ਕਰੋ। ਇਹਨਾਂ ਲੋਕਾਂ ਨੇ ਇਸ ਪ੍ਰਕਾਰ ਦੁਆਪਰ 'ਚ ਪੂਜਾ ਕਰਨ ਵਾਸਤੇ ਆਚਾਰ ਬਣਾ ਲਏ। ਕ੍ਰਿਸ਼ਨ ਭਗਵਾਨ ਨੇ ਗੋਵਰਧਨ ਦੀ ਪੂਜਾ ਕਰਾਉਣ ਵੇਲੇ ਜਿਸ ਵੇਲੇ ਗਵਾਲਿਆਂ ਨਾਲ ਲਗਾਏ ਸੀ ਇੰਦਰ ਦੀ ਪੂਜਾ ਹਟਾਉਣ ਵਾਸਤੇ, ਗੋਵਰਧਨ ਦੇ ਵਿੱਚ ਇੱਕ ਖੋੜ ਕਰਕੇ ਉਹਦੇ 'ਚ ਸਾਰੀ ਸਮੱਗਰੀ ਪੂਜਾ ਦੀ ਜਿਹੜੀ ਇੰਦਰ ਦੀ ਕਰਨੀ ਸੀ, ਇਹ ਕ੍ਰਿਸ਼ਨ ਜੀ ਨੇ ਗੋਵਰਧਨ ਪਰਬਤ ਦੇ ਵਿੱਚ ਪਾ ਦਿੱਤੀ। ਕਹਿੰਦਾ ਵੇਖੋ ਭਗਵਾਨ ਇਸ ਪ੍ਰਕਾਰ ਵਰਤਦੇ ਹਨ। ਉਹਦੇ ਵਿੱਚ ਉਹ ਸਾਰੀ ਗੋਵਰਧਨ ਪਰਬਤ ਦੇ ਪੈ ਗਈ ਤੇ ਇੰਦਰ ਨੇ ਖਫੇ ਹੋ ਕੇ ਫਿਰ ਬੱਦਲ ਵਰਸਾਏ ਸੀ। ਕ੍ਰਿਸ਼ਨ ਜੀ ਨੇ ਗੋਵਰਧਨ ਨੂੰ ਚੱਕ ਕੇ ਸਾਰਾ ਬੱਦਲ ਗੋਕਲ ਤੋਂ ਪਾਸੇ ਜਮਨਾ ਜੀ ਬਰਾਤੇ ਸੀ। ਉਹਨਾਂ ਦਾ ਜ਼ੋਰ ਨਹੀਂ ਚੱਲਿਆ, ਇਹ ਇੰਦਰ ਹਾਰ ਗਿਆ ਸੀ। ਇੰਦਰ ਦੀ ਪੂਜਾ ਛਡਾਈ ਸੀ ਕ੍ਰਿਸ਼ਨ ਜੀ ਨੇ। ਉਸ ਵੇਲੇ ਪੂਜਾ ਚਾਰ ਵਿੱਚ ਕ੍ਰਿਸ਼ਨ ਜੀ ਨੇ ਦੁਆਪਰ ਵਿੱਚ ਲੋਕ ਜਿਹੜੇ ਹੈ ਪੂਜਾ ਦੇ ਕਰਤੱਵ ਵਿੱਚ ਪੱਥਰਾਂ ਦੀ ਪੂਜਾ ਕਰਨ ਵਿੱਚ ਲੱਗ ਗਏ ਸਨ। ਸੋ ਮੂਰਤਾਂ ਬਣਾ ਕੇ ਉਹਨਾਂ ਦਾ ਪੂਜਨ ਕਰਦੇ ਸਨ। ਜਾਂ ਨਾਰਦ ਨੇ ਕਿਹਾ ਸੀ ਪੂਜਾ ਕਰਿਆ ਕਰੋ, ਤੇ ਉਹ ਪੂਜਾ ਬਣਾਉਣ ਵਾਸਤੇ ਕਿ ਜੀ ਗਣੇਸ਼ ਦੇ ਚੇਤੇ ਨਾ ਹੋਵੇ ਤਾਂ ਕਹਿੰਦੇ ਉਹਦਾ ਵਾਹਨ ਚੂਹਾ ਚੇਤੇ ਕਰ ਲਿਆ ਕਰੋ, ਨਾਲ ਉਹਦੀਆਂ ਮੂਰਤਾਂ ਬਣਾ ਲਈਆਂ। ਇਵੇਂ ਸ਼ਿਵ ਜੀ ਜੇ ਚੇਤੇ ਨਾਲ ਉਹਦੇ ਨਾਲ ਧੌਲਾ ਬੈਲ ਬਣਾ ਲਿਆ ਕਰੋ, ਪਾਰਥਿਵਾਦ ਸ਼ੇਰ ਬਣਾ ਲਿਆ ਕਰੋ। ਇਸ ਪ੍ਰਕਾਰ ਇਹ ਸਾਰੀ ਪੂਜਾ ਦਾ ਪ੍ਰਕਾਰ ਚੱਲਿਆ ਹੈ। ਕਿਉਂ ਦੁਆਪਰ ਵਿੱਚ ਲੋਕ ਪੂਜਾ ਦਾ ਆਚਾਰ ਕਿਤਾਬ ਕਰਿਆ ਕਰਦੇ ਸਨ। ਤੀਨੋਂ ਗਲੀਆਂ ਖੜਕਾਉਣੀਆਂ ਆਦਿਕ, ਤੀਨੋਂ ਯੁਗ, ਤੀਨੋਂ ਜਿਹੜੇ ਤਿੰਨੇ ਯੁਗ ਜਿਹੜੇ ਆ ਤਿੰਨਾਂ ਕਰਮਾਂ ਵਿੱਚ ਦ੍ਰਿੜ ਹੋ ਗਏ ਸਨ। ਸਤਿਯੁਗ ਵਿੱਚ ਸੱਚ ਰੱਖ ਕੇ ਯੋਗ ਕਰਦੇ ਸੀ, ਤੇ ਜਪ ਕਰਦੇ ਸੀ, ਦੁਆਪਰ ਪੂਜਾ ਆਦਿਕਾਂ ਦੇ ਆਚਾਰ ਕਰਦੇ ਸਨ। ਇਹ ਤਿੰਨੇ ਯੁਗ ਜਿਹੜੇ ਸੀ ਤਿੰਨਾਂ ਕਰਮਾਂ ਦ੍ਰਿੜੇ ਹੋਏ ਸਨ। ਜਿਸ ਪ੍ਰਕਾਰ ਸਾਧ ਸੰਗਤ ਜੀ ਦੇ ਵਿਚਾਰ ਆਉਂਦੀ ਹੈ ਕਿ ਤਿੰਨੇ ਯੁੱਗਾਂ ਦੇ ਜਿਹੜੇ ਜੀਵ ਜੰਤ ਸਨ ਉਹ ਇਉਂ ਦ੍ਰਿੜ ਹੋਏ ਸੀ। ਉਹਨਾਂ ਨੂੰ ਕਿਹਾ ਸੀ ਕਿ ਪਰਮੇਸ਼ਵਰ ਦਾ ਨਾਮ ਜਪਿਆ ਕਰੋ, ਜੋ ਕਮਾਇਆ ਕਰੋ। ਤੇ ਤ੍ਰੇਤੇ ਦੇ ਵਿੱਚ ਕਿਹਾ ਸੀ ਜਪ ਕਰਿਆ ਕਰੋ, ਨਾਮ ਜਪਿਆ ਕਰੋ। ਦੁਆਪਰ 'ਚ ਕਿਹਾ ਸੀ ਠਾਕਰਾਂ ਦੀ ਪੂਜਾ ਕਰਿਆ ਕਰੋ ਤੇ ਨਾਮ ਜਪਿਆ ਕਰੋ। ਇਹ ਸੁਭਾਵਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਸ, ਸ੍ਰੀ ਗੁਰੂ ਨਾਨਕ ਦੇਵ ਦੇ ਪਾਸ ਪੁੱਛਿਆ ਸੀ ਕਿ ਮਹਾਰਾਜ ਕੀ ਕਾਰਨ ਹੈ। ਉਸ ਵੇਲੇ ਅੰਤਰਜਾਮੀ ਸੱਚੇ ਪਾਤਸ਼ਾਹ ਨੇ ਕਿਹਾ ਸੀ ਕਿ ਭਾਈ ਜਿਸ ਪ੍ਰਕਾਰ ਕੋਈ ਆਦਮੀ ਚੰਗਾ ਅਮੀਰ ਸੀ, ਉਹਦੇ ਪੇਟ 'ਚ ਸੂਲ ਹੋਣ ਲੱਗ ਗਿਆ। ਜਦੋਂ ਪੇਟ 'ਚ ਸੂਲ ਹੋਣ ਲੱਗਾ, ਉਹ ਡਾਕਟਰ ਦੇ ਪਾਸ ਹਕੀਮ ਦੇ ਕੋਲੇ ਗਿਆ ਕਿ ਮੇਰੇ ਸੂਲ ਹੁੰਦਾ ਹੈ। ਹੁਣ ਸਮਝਿਆ ਇਹਦਾ ਇੱਕ ਜਮੈਣ ਨਾਲ ਹੀ ਸੂਲ ਹਟ ਸਕਦਾ ਹੈ, ਪਰ ਉਸ ਨੇ ਕਿਹਾ ਵੀ ਆਹ ਮੇਰੀ ਚਿੱਟੀ ਪੂੜੀ ਲੈ ਜਾ ਤੇ ਨਾਲ ਜਮੈਣ ਇਹਦੇ ਖਾਣ ਅਨੁਪਾਨ ਹੈ, ਜਮੈਣ ਦੇ ਨਾਲ ਇਹ ਪੂੜੀ ਲੈ ਕੇ ਗਰਮ ਪਾਣੀ ਪੀ ਲਈ। ਉਹਨੇ ਇਸੇ ਪ੍ਰਕਾਰ ਕੀਤਾ, ਸੂਲ ਹਟ ਗਿਆ। ਫਿਰ ਇੱਕ ਗਰੀਬ ਆਦਮੀ ਗਿਆ, ਉਹਦੇ ਕੋਲ ਪੈਸਾ ਵੀ ਹੈ ਨਹੀਂ ਸੀ। ਉਹਨੇ ਕਿਹਾ ਜੀ ਮੈਨੂੰ ਦਵਾਈ ਦਿਓ, ਮੈਨੂੰ ਸੂਲ ਹੁੰਦਾ। ਕਹਿਣ ਲੱਗਾ ਜਮੈਣ ਲੈ ਕੇ ਖਾ ਲਾ। ਉਹ ਕਹਿੰਦਾ ਜਮੈਣ ਲੈਣ ਜੋਗੇ ਮੇਰੇ ਕੋਲ ਪੈਸੇ ਨਹੀਂ। ਉਹ ਜਮੈਣ ਨਾਲ ਹੀ ਸੂਲ ਹਟਣਾ ਸੀ। ਇਸੇ ਪ੍ਰਕਾਰ ਪਿਛਲੇ ਯੁੱਗਾਂ ਦੇ ਲੋਕਾਂ ਦੀ ਲੱਖ ਵਰੇ ਦੀ ਉਮਰ ਜਾਣ ਕੇ ਨਾਲ ਯੋਗ ਰੂਪੀ ਉਹ ਚਿੱਟੀ ਪੂੜੀ ਦਿੱਤੀ ਸੀ। ਤ੍ਰੇਤੇ ਵਿੱਚ
ਜਗ ਕਰਨਾ 10,000 ਵੇਲੇ ਦੀ ਉਮਰ ਦਾਨ ਕਰਕੇ ਉਹਨਾਂ ਨੂੰ ਜੰਗ ਕਰਨ ਨੂੰ ਕੁੜੀ ਦਿੱਤੀ ਸੀ। ਦੁਆਪਰ ਵਿੱਚ 1000 ਵੇਲੇ ਦੀ ਉਮਰ ਹੋਣੇ ਕਰਕੇ ਨਾਲ ਪੂਜਾ ਕਰਨ ਦੀ ਕੁੜੀ ਦਿੱਤੀ ਸੀ। ਕਲਯੁਗ ਦੇ ਵਿੱਚ ਗਰੀਬ, ਕਲਯੁਗ ਦੇ ਅੰਦਰ ਬੁੱਧ ਵੀ ਓਨੀ ਹੈ ਨਹੀਂ, ਉਮਰ ਵੀ ਹੈ ਨਹੀਂ, ਅਤੇ ਆਯੂ ਵੀ ਥੋੜੀ ਹੈ, ਅਕਲ ਵੀ ਥੋੜੀ ਹੈ, ਸਰੀਰਕ ਬਲ ਵੀ ਘੱਟ ਹੈ। ਇਹੀ ਜੀ ਹਾਲਤ ਵੇਖ ਕਰਕੇ ਅਨਿਤੀ ਪ੍ਰਾਣ ਹਨ ਸਾਰਿਆਂ ਦੇ। तीनों युग तीनों दिड़े, ਇਹ ਤਿੰਨੇ ਯੁੱਗਾਂ ਦੇ ਤਿੰਨਾਂ ਸਾਧਨਾਂ ਦੇ ਸਹਿਤ ਜੋੜ ਦਿੱਤੇ, ਜਿੰਨੇ ਸੰਗੇ ਦ੍ਰਿੜ ਕਰਾਤੇ ਕਿ ਯੋਗ ਕਰਿਆ ਕਰੋ, ਸਤ ਆਦ ਕਰਾ ਕੇ ਤੇ ਜਗ ਕਰਿਆ ਕਰੋ, ਦੁਆਪਰ ਪੂਜਾ ਦਾ ਆਚਾਰ ਕਰਿਆ ਕਰੋ। काल केवल नाम आधार, कलु कलु आयो रे एक नाम बोवो बोवो अनूत नाही नाही मद परम भूलो भूलो। सो ये जितने युग युग आपो अपना धर्म है, सो देखो वेद पुराना आपो अपना धर्म है। कलयुग के अंदर केवल परमेश्वर के नाम का कीर्तन की रुत है। तो इस करके काल केवल नाम आधार, कलयुग के समय तक केवल मुक्ति वास्ते, केवल की प्राप्ति वास्ते नाम का आसरा ही है। परमेश्वर के नाम के आसरे सारिਆਂ ਦੀ कल्याण होनी है। जात अजात जपे जन कोय, जो जापे तिसकी गत होए। पार कैसे पाए बोरे, रविदास जी ਕਹਿੰਦੇ ਤਿੰਨਾਂ ਯੁੱਗਾਂ ਦੇ ਕਰਮਾਂ 'ਚ ਤੁਸੀਂ ਫਸੇ ਹੋਏ ਹੋ ਤੇ ਨਾਮ ਦੀ ਓਟ ਨਹੀਂ ਲੈਂਦੇ, तो किस प्रकार संसार तो पार अपने आप ਨੂੰ ਪਾ ਲਓਗੇ ਰੇ ਭਾਈ। मूसो को न कह समझा, ਮੇਰੇ ਸਾਥ ਹੈ ਕੋਈ ਵੀ ਤੁਹਾਡੇ ਜੋ ਵਿਦਵਾਨ ਏਡੇ ਹੋ, ਸਿਆਣੇ ਹੋ, ਕੋਈ ਵੀ ਰਵਿਦਾਸ ਜੀ ਕਹਿੰਦੇ ਸਮਝਾ ਕੇ ਕਿਉਂ ਨਹੀਂ ਦੱਸਦਾ ਵੀ ਜਦੋਂ ਕਲਯੁਗ ਦੇ ਅੰਦਰ ਪਰਮੇਸ਼ਰ ਦੇ ਨਾਮ ਦੀ ਰੁੱਤ ਹੈ, ਉਹ ਜਪਦੇ ਨਹੀਂ, ਪਿਛਲੇ ਯੁੱਗਾਂ ਦੇ ਕਰਮਾਂ 'ਚ ਲੱਗੇ ਹੋਏ ਹੋ, ਕਿਵੇਂ ਤੁਹਾਡੀ ਮੁਕਤ ਹੋਵੇਗੀ, ਇਹ ਮੈਨੂੰ ਸਮਝਾ ਕੇ ਕਿਉਂ ਨਹੀਂ ਦੱਸਦੇ ਹੋ। जाते आवा गवन बिलाए, ਜਿਸ ਪਰਮੇਸ਼ਰ ਦੇ ਨਾਮ ਕਰਕੇ ਆਵਾ ਗਵਨ, ਜਿਹੜਾ ਜਨਮ ਧਾਰ ਕੇ ਆਉਣਾ ਹੈ ਤੇ ਗਵਨ ਮਰ ਕੇ ਜਾਣਾ ਹੈ, ਇਹ ਬਲਾਏ ਨਾਸ਼ ਹੋ ਜਾਵੇ, ਛੱਡ ਜਾਵੇ। रहाउ बहु विध धर्म निरूपीय, ਅਤੇ ਮਹਾਰਾਜ ਜੀ ਵੇਦ ਪੁਰਾਣ ਜਿਵੇਂ ਕਹਿੰਦੇ ਉਵੇਂ ਕਰਨਾ ਚਾਹੀਦਾ ਹੈ। ਤਾਂ ਸੁਣ ਕੇ ਰਵਿਦਾਸ ਜੀ ਕਹਿੰਦੇ ਹਨ बहु विध धर्म निरूपीय, ਤੁਹਾਡੇ ਜਿਹੜੇ ਧਰਮ ਸ਼ਾਸਤਰ ਨੇ ਭਾਈ, ਉਹ ਬਹੁਤ ਵਿਧੀ ਦੇ ਧਰਮਾਂ ਦਾ ਨਿਰੂਪਣ ਕਥਨ ਕਰਦੇ ਹਨ। ਵੈਸ ਦੇ ਤਾਈਂ ਖੇਤੀ ਆਦਿ ਕਰਨਾ, ਸੂਰਜ ਦੇ ਤਾਈਂ ਪਰਾਈ ਸੇਵਾ ਕਰਨੀ, ਅਤੇ ਖੱਤਰੀ ਦੇ ਤਾਈਂ ਜੰਗ ਕਰਨਾ, ਬ੍ਰਾਹਮਣ ਦੇ ਤਾਈਂ ਅਤੇ ਵੇਦ ਆਦਿਕਾਂ ਦਾ ਪੜ੍ਹਨਾ, ਇਹ ਧਰਮ ਕਥਨ ਕੀਤੇ ਹੈ। ਬਹੁਤ ਵਿਧੀ ਕਰਮਾਂ ਤੋਂ ਫਿਰ ਇਸੇ ਪ੍ਰਕਾਰ ਖਦਦਰਸ਼ਨਾਂ ਦੇ ਧਰਮ, ਯੋਗੀਆਂ ਆਦਿਕਾਂ ਦੇ योग शब्दों, ज्ञान शब्दों, वेद शब्दों, ब्राह्मण है, खत्री शब्दों, सूर शब्दों, शूद्र शब्दों परा करता है, इत्यादि के बहुत विधि के धर्म निरूपण कथन करीदे ਹਨ। करता दिसै सब लोग, ਸਾਰੇ ਜਿੰਨੇ ਲੋਕ ਕਰਦੇ ਦਿਸ ਰਹੇ ਹਨ। कवन कर्म ते छूटी है, ਮੈਂ ਤੁਹਾਡੇ ਪਾਸੇ ਪੁੱਛ ਕਰਦਾ ਹਾਂ, ਕਵਨ ਕਰਮ ਤੇ ਛੁੱਟੀਓ, ਕਿਹੜਾ ਕਰਮ ਹੈ ਜਿਸ ਕਰਕੇ ਛੁੱਟੀਏ, ਮੁਕਤ ਹੋਈਏ, ਛੁਟਕਾਰਾ ਪਾਈਏ। जे साधे सब सिद्ध हो, ਜਿਸ ਇੱਕ ਦੇ ਸਾਧਨ ਕਰਨੇ ਕਰਕੇ ਸਾਰੇ ਸਿੱਧ ਪ੍ਰਾਪਤ ਹੋ ਜਾਣ, ਸਾਰੇ ਸਿੱਧ ਹੋ ਜਾਣ, ਸਾਰੇ ਪੂਰਨ ਹੋ ਜਾਣ ਕਰਮ, ਉਹ ਐਸਾ ਵੀ ਹੈ ਤੁਹਾਡੇ ਕੋਲ ਕੋਈ ਸਾਧਨ ਕਿ ਨਹੀਂ, ਇਹ ਦੱਸੋ ਮੇਰੇ ਤੇ, ਮੈਂ ਪੁੱਛਦਾ ਹਾਂ। ਵੇਦ ਸ਼ਾਸਤਰ ਜਿਹੜੇ ਇਸ ਕਰਮ ਨੂੰ ਜੱਗ ਵਿੱਚ ਪਸ਼ੂ ਨੂੰ ਮਾਰਨਾ ਧਰਮ ਦੱਸਦੇ ਹੈ, ਦੂਏ ਪਾਸੇ ਉਸ ਨੂੰ ਪਾਪ ਦੱਸਦੇ ਹੈ। ਇਸ ਪ੍ਰਕਾਰ ਕਰਦੇ ਵੀ ਸਾਰੇ ਲੋਕ ਦੱਸਦੇ ਹੈ। ਤੇ ਕਵਨ ਕਰਮ ਨਿਤ ਕਰਮ ਹੈ, ਨਿਮਿਤ ਕਰਮ ਹੈ, ਪ੍ਰਾਸ਼ਚਿਤ ਕਰਮ ਹੈ, ਕਾਮੁਕ ਕਰਮ ਹੈ, ਨਿਖਿਧ ਕਰਮ ਹੈ। ਇਹ ਕਿਹੜੇ ਕਰਮ ਕਰਕੇ ਛੁੱਟੀ ਤੇ ਛੁਟਕਾਰਾ ਪਾਈਦਾ ਹੈ। जे साधे सब सिद्ध हो, ਜਿਹਦੇ ਸਾਧਨੇ ਕਰਕੇ ਸਾਰੀਆਂ ਸਿੱਧੀਆਂ ਮੁਕਤੀਆਂ ਪ੍ਰਾਪਤ ਹੋ ਜਾਣ। कर्म अकर्म विचारी है, ਇਹ ਮਹਾਰਾਜ ਕਹਿੰਦੇ ਵੇਦ ਪੁਰਾਣਾਂ ਨੂੰ ਪੁੱਛ ਕੇ ਵੇਖੋ। ਤਾਂ ਰਵਿਦਾਸ ਜੀ ਕਹਿੰਦੇ ਹਨ कर्म अकर्म विचारी ਇਹ ਭਾਈ ਜੇ ਵੇਦਾਂ ਨੂੰ ਪੜ੍ਹ ਕੇ ਵੇਖੀਏ ਤਾਂ ਉਹ ਕਹਿੰਦੇ ਸੰਚਿਤ ਕਰਮ ਹੈ, ਇਹ ਕਿਰੇਮਾਨ ਕਰਮ ਹੈ, ਇਹ ਆਪਣੇ ਨਿਖਿਧ ਕਰਮ ਹਨ, ਇਹ ਆਪਣੇ ਪਰਾਲਬਧ ਰੂਪ ਕਰਮ ਹਨ। ਫਿਰ ਇਹ ਕਰਮ ਜਿਹੜੇ ਹਨ ਇਹ ਕਾਮੁਕ ਕਰਮ ਹਨ, ਜਗ ਆਦਿ ਕਰਨ ਵਾਲੇ, ਇਹ ਆਪਣੇ ਨਿਤ ਕਰਮ ਹਨ, ਇਸ਼ਨਾਨ ਸੰਧਿਆ ਆਦਿਕ, ਇਹ ਨਿਮਿਤ ਵਿਆਹ ਖਿਆਲਤਾਂ ਦੇ ਨਿਮਿਤ ਕਰਮ ਹਨਗੇ। ਇਸ ਪ੍ਰਕਾਰ ਜਗ ਆਦਿਕ ਜਿਹੜੇ ਕਾਮੁਕ ਕਰਮ ਹਨਗੇ, ਗੋ ਹੱਤਿਆ ਆਦਿਕ ਨਿਖਿਧ ਕਰਮ ਹਨਗੇ।
ਕਿਉਂ ਕਰਮਾਂ ਤੇ ਕਰਮਾਂ ਦੀ ਵਿਚਾਰ ਵੇਦ ਸ਼ਾਸਤਰਾਂ 'ਚ ਲਿਖੀ ਹੋਈ ਹੈ। ਸ਼ੰਕਾ ਸੁਣ ਵੇਦ ਉਹਨਾਂ ਪੁਰਾਣ ਨੂੰ ਵੇਦਾਂ ਤੇ ਪੁਰਾਣਾਂ ਨੂੰ ਸੁਣ ਕੇ ਸ਼ੰਕਾ ਬਣੀ ਰਹਿੰਦੀ ਹੈ, ਨਿਰਸੰਕ ਨਹੀਂ ਹੋਇਆ ਜਾਂਦਾ। ਸੰਸਾ ਸਦ ਹਿਰਦੈ ਬਸੈ ਅਤੇ ਜੇ ਕਰਮ ਦਾ ਫਲ ਨਾ ਮਿਲੇ, ਫਿਰ ਉਹ ਪੁੱਛਦਾ ਵੀ ਇਹ ਕਿਉਂ ਨਹੀਂ ਮੈਨੂੰ ਫਲ ਮਿਲਿਆ, ਤਾਂ ਉਹਦੇ ਕਹਿੰਦੇ ਤੇਰੇ ਕਰਮ 'ਚ ਵਿਧੀ 'ਚ ਫਰਕ ਰਹਿ ਗਿਆ ਹੋਣਾ, ਤੇਰੇ ਕਰਮ ਵਿੱਚ ਕਿਸੇ ਪ੍ਰਕਾਰ ਦਾ ਭੰਗਣ ਹੋ ਗਿਆ ਹੋਣਾ। ਇਸ ਪ੍ਰਕਾਰ ਸੰਸਾ ਸਦ ਹਿਰਦੈ ਸ਼ੰਕਾ ਬਸੈ ਬਣੀ ਰਹਿੰਦੀ ਵੇਦਾਂ ਪੁਰਾਣਾਂ ਨੂੰ ਸੁਣ ਕਰਕੇ। ਕੌਣ ਹਿਰੈ ਅਭਿਮਾਨ ਦੂਜੇ ਵੇਦ ਵਿੱਚ ਗੋਵਧ ਆਦਿਕਾਂ ਦੇ ਜਿਹੜੇ ਜੱਗ ਆ, ਗੋ ਰੱਖਿਆ ਆਦਿਕ ਮੰਨੇ ਹੋਏ ਆ, ਜਿਉਂਦੀ ਗਊ ਦੇ ਪੇਟ ਵਿੱਚ ਛੁਰੀ ਪਾ ਕੇ ਉਹਦਾ ਜਿਉਂਦੀ ਦਾ ਹਮਨ ਕਰੇ ਤੇ 100 ਸਾਲ ਕਹਿੰਦੇ ਸਵਰਗ ਵਿੱਚੋਂ ਗਊ ਵਸਦੀ ਹੈ। ਇਸ ਪ੍ਰਕਾਰ ਦੇ ਭੈੜੇ ਭੈੜੇ ਕਿਤਾਬ ਲਿਖੇ ਹੋਏ ਹਨ। ਉਹ ਸੰਸਾ ਬਣਿਆ ਰਹਿੰਦਾ ਉਹਨਾਂ ਪੁਰਖਾਂ ਦੇ ਤਾਈਂ, ਸਦਾ ਹਿਰਦੇ 'ਚ ਵਸਿਆ ਰਹਿੰਦਾ ਹੈ। ਕੌਣ ਹਿਰੈ ਇਹ ਤਾਂ ਅਭਿਮਾਨ ਬੋਧੀਆਂ ਦੀ ਤੇ ਜੈਨੀਆਂ ਦੀ ਆਪੋ ਵਿੱਚ ਹੀ ਲੜਾਈ ਹੋਈ ਸੀ, ਉਦੋਂ ਗਊ ਦੀ ਆਣ ਇਹਨਾਂ ਨੇ ਕਰਾਈ ਸੀ। ਨਹੀਂ ਤਾਂ ਇਹ ਮਹਾਰਾਜ ਗੋਰੀ ਗਾਂ ਦੇ ਖੱਲ ਨੂੰ ਜਾ ਕੇ ਖਾਰਿਆਂ 'ਤੇ ਵਿਛਾਇਆ ਕਰਦੇ, ਇਹੋ ਜਿਹਾ ਕੁਕਰਮ ਕਰਦੇ ਸਨਗੇ। ਸੋ ਇਹ ਤਾਂ ਮਹਾਰਾਜ ਸਾਹਿਬ ਦੀ ਕਿਰਪਾ ਨਾਲ ਬਖਸ਼ਿਸ਼ ਹੋਈ ਹੈ। ਹਾਂਜੀ, ਕੌਣ ਹਿਰੈ ਅਭਿਮਾਨ ਸੰਸਾ ਹਰ ਵਕਤ ਬਣਿਆ ਰਹਿੰਦਾ ਸੀ ਕਿ ਮੇਰੇ ਵਿਧੀ ਭੰਗ ਹੋ ਗਈ ਹੋਣੀ ਹੈ, ਮੇਥੋਂ ਇਹ ਕਰਮ ਵਿੱਚ ਫਰਕ ਪੈ ਗਿਆ ਹੋਣਾ, ਇਸ ਤਰ੍ਹਾਂ ਹਿਰਦੇ 'ਚ ਵਸਿਆ ਰਹਿੰਦਾ ਸੀ। ਕੌਣ ਹਿਰੈ ਅਭਿਮਾਨ ਅਤੇ ਹੰਕਾਰ ਨੂੰ ਕੌਣ ਮੇਟ ਸਕਦਾ ਸੀ। ਹੰਕਾਰ ਦੇ ਜੇ ਕਰਮ ਹੋ ਵੀ ਜਾਣ ਫਿਰ ਹੰਕਾਰ ਹੋ ਜਾਂਦਾ ਸੀ ਕਿ ਮੈਂ ਕਰਮ ਪੂਰਾ ਕਰ ਲਿਆ, ਹੰਕਾਰ ਬਣਿਆ ਰਹਿੰਦਾ ਸੀ। ਇਹੀ ਜੀ ਹਾਲਤ ਬਣੀ ਸੀ। ਬਾਹਰ ਉਦਕ ਪਖਾਰੀਐ ਕਿਤਾਬਾਂ ਨੇ ਰਵਿਦਾਸ ਭਗਤ ਜੀ ਕਹਿੰਦੇ ਮਗਲੀਆਂ ਤੁਕਾਂ ਪੜੋ ਖੇਡਦੀਆਂ ਅਨਕ ਜਤਨ ਅਨਕ ਜਤਨ ਨਿਗ੍ਰਹਿ ਕੀਏ, ਅਨਕ ਜਤਨ ਨਿਗ੍ਰਹਿ ਕੀਏ। ਇਸ ਪ੍ਰਕਾਰ ਦੇ ਅਨੇਕਾਂ ਯਤਨ ਕਰਕੇ ਵੇਖੇ ਹੈ, ਨਿਗ੍ਰਹਿ ਇੰਦਰੀਆਂ ਦਾ ਦਮਨ ਕਰਕੇ ਵੀ ਵੇਖਿਆ ਹੈ, ਗ੍ਰਹਿ ਤੋਂ ਆਦਿਕ ਰਹਿ ਤੋਂ ਬਾਣ ਪ੍ਰਾਪਤੀ ਬਣ ਕੇ ਵੀ ਵੇਖਿਆ ਹੈ। ਤਾਰੀ ਨਾ ਕਰੈ ਭ੍ਰਮ ਅਤੇ ਸਾਧ ਨਿਗ੍ਰਹਿ ਹੱਠ ਕਰ ਕਰਕੇ ਵੇਖ ਚੁੱਕੇ हैं। ਇਹ ਭਰਮ ਦੀ ਫਾਹੀ ਗਲ ਪਈ ਰਹਿੰਦੀ ਹੈ, ਜੀਵਾਂ ਦੇ ਗਲ ਤੋਂ ਟਲਦੀ ਨਹੀਂ ਹੈ। ਪ੍ਰੇਮ ਭਗਤ ਨਹੀਂ ਉਪਜੈ ਇਹਨਾਂ ਦੇ ਕਰਨੇ ਕਰਕੇ ਵਾਹਿਗੁਰੂ ਦੀ ਪ੍ਰੇਮਾ ਭਗਤੀ ਨਹੀਂ ਪੈਦਾ ਹੋ ਸਕਦੀ। ਸਾਤੇ ਰਵਿਦਾਸ ਉਦਾਸ ਜੀ ਕਹਿੰਦੇ ਮੈਂ ਤਾਂ ਵੀ ਇਹਨਾਂ ਕਰਮਾਂ ਤੋਂ ਉਪਰਾਮ, ਇਸ ਕਰਕੇ ਮੈਂ ਨਹੀਂ ਇਹ ਕਰਮ ਕਰਨੇ ਚਾਹੁੰਦਾ, ਇਹਨਾਂ ਤੋਂ ਮੇਰਾ ਚਿੱਤ ਉਪਰਾਮ ਹੈ। ਫਿਰ ਤੁਸੀਂ ਦੱਸੋ ਜੀ ਕੀ ਕਰਨਾ ਚਾਹੀਦਾ ਹੈ। ਬਾਹਰ ਇਹ ਜਿਹੜੇ ਕਰਮ ਹੈ ਇਹਨਾਂ ਦੇ ਉੱਤੋਂ ਲੋਕ ਕਰੀ ਜਾਂਦੇ, ਮਨ 'ਚ ਭਗਤੀ ਨਹੀਂ ਹੈ, ਉਹ ਇਹੋ ਜਿਹੇ ਹਨ। ਫਿਰ ਪੜੋ ਉੱਥੋਂ ਬਾਹਰ ਉਦਕ ਪਖਾਰੀਐ ਬਾਹਰੋਂ ਜੇ ਕਰਕੇ ਉਦਕ ਪਾਣੀ ਨਾਲ ਕੱਟ ਭੀਤਰ ਦਿਵਦ ਵਿਕਾਰ ਉੱਤੋਂ ਸੋਨੇ ਦਾ ਹੋਵੇ ਤੇ ਬਾਹਰੇ ਅੰਦਰ ਉਹਦੇ ਕੋਲੇ ਪਾਏ ਹੋਣ, ਮੈਲ ਪਾਈ ਹੋਵੇ, ਅਨੇਕ ਤਰ੍ਹਾਂ ਦੇ ਬਿਰਧ ਨਾਨਾ ਤਰ੍ਹਾਂ ਦੀ ਉਹਦੇ 'ਚ ਵਕਾਰ ਖਰਾਬੀਆਂ ਹੋਣ, ਤੇ ਉੱਤੋਂ ਪਾਣੀ ਨਾਲ ਧੋ ਲਈਏ। ਕਿਉਂ 68 ਤੀਰਥਾਂ ਤੇ ਇਸ਼ਨਾਨ ਕੋਈ ਕਰਿਆ ਹੋਵੇ, ਉਹਦੇ ਕੋ ਪਾਣੀ ਤੀਰਥਾਂ ਦੇ ਨਾਲ ਪਖਾਰੀਏ ਧੋ ਦਈਏ ਜੇ ਕਰਕੇ। ਘਟ ਭੀਤਰ ਦਿਵਦ ਵਿਕਾਰ ਅੰਦਾ ਕਰਨ ਦੇ ਅੰਦਰ ਤਾਂ ਬਿਰਧ ਨਾਨਾ ਤਰ੍ਹਾਂ ਦੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਦੁਆਸ਼, ਝਗੜੇ, ਬਤੰਡਾਵਾਦ, ਜਲਪਾਵਾਦ ਆਦਿ ਅਨੇਕ ਵਕਾਰ ਪਏ ਹੋਏ ਹੈ। ਬਾਹਰੋਂ ਧੋਤਿਆਂ ਕੀ ਬਣਦਾ ਜਿੰਨਾ ਚਿਰ ਔਗਣ ਨਾ ਅੰਦਰੋਂ ਛੱਡੀਏ। ਬੁੱਧ ਕਵਲ ਪਰ ਹੋਏ ਬੋ ਅਸੀਂ ਤਾਂ ਪੁੱਛਦੇ ਹਾਂ ਵੀ ਤੀਰਥਾਂ ਤੇ ਨਹਾਉਣੇ ਕਰਕੇ ਜੇ ਕਿਸੇ ਤੀਰਥ ਯਾਤਰਾ ਜਾਓ, ਸੁੱਧ ਕਵਨ ਪਰ ਹੋਏ ਬੋ, ਕਿਹੜੇ ਸਾਧਨ ਕਰਕੇ ਪਰ ਵਿਸ਼ੇਸ਼ ਕਰਕੇ ਸੁੱਧ ਹੋਵੇਗਾ। ਸੋਚ ਕੁੰਚਰ ਵਿਦ ਵਿਵਹਾਰ ਜੇ ਤੁਹਾਡੀ ਸੋਚਵਾਂ ਤਾਂ ਇਹੋ ਜਿਹੀ ਹੈ ਨਾ, ਕਹਿੰਦੇ ਕੁੰਚਰ ਵਿਦ ਵਿਵਹਾਰ, ਜਿਵੇਂ ਹਾਥੀ ਦੇ ਤਾਈ ਇਸ਼ਨਾਨ ਕਰਾਈਏ ਗੰਗਾ ਜਲ 'ਚ, ਸਾਬਣ ਮਲ ਕੇ ਦਹੀਂ ਮਲ ਕੇ ਫਿਰ ਬਾਹਰ ਕੱਢ ਦਈਏ, ਬਾਹਰ ਨਿਕਲ ਕੇ ਸੁੰਡਣਾ ਖੇਹ ਪਾਉਣ ਲੱਗ ਜਾਂਦਾ ਹੈ, ਉਹਦੀ ਇਹ ਹਾਲਤ ਹੈ। ਜਿਸ ਪ੍ਰਕਾਰ ਦਾ ਸੁੱਚਾ ਕੀਤਾ ਕੁੰਚਰ ਹਾਥੀ ਨੂੰ, ਅਤੇ ਫਿਰ ਉਹਨੂੰ ਖੇਹ ਪਾ ਲਈ ਆਪਦੇ ਸਿਰ ਦੇ ਉੱਤੇ ਆਪਦੇ ਸੁੰਡ ਨਾਲ ਹੀ। ਇਸੇ ਪ੍ਰਕਾਰ ਦੀ ਵਿਧੀ ਦਾ ਵਿਹਾਰ ਹੋਇਆ ਨਾ। ਜੇ ਕੋਈ ਤੀਰਥ ਯਾਤਰਾ ਕਰਕੇ ਸੁੱਧ ਮੰਨ ਲਵੇ, ਪਾਪ ਕਮਾਇਆ ਪਰੇ ਪੰਚਾਂ ਕੇ ਬਸਰੇ, ਤੀਰਥ ਨਹਾਏ ਕਹੇ ਸਭ ਉਤਰੇ, ਬਹੁਰ ਕਮਾਵੇ ਹੋਏ ਨਿਸੰਕ, ਜੰਪੁਰ ਬਾਦ ਖੜੇ ਕਾਲੰਕ, ਜਮਾਂ ਦੀ ਪੁਰੀ 'ਚ ਕਲੰਕ ਦੇ ਬੰਨੇ ਖੜੇ ਲਿਜਾਏ ਜਾਣਗੇ। ਕਿਉਂ ਕਿਹੜੀ ਸੁੱਚੀ ਮੰਨੀ ਹੈ ਤੁਸੀਂ। ਇਸ ਪ੍ਰਕਾਰ ਦੀ ਵਿਧੀ ਦੇ ਵਿਹਾਰ ਕਰਕੇ
ਫਿਰ ਸੱਚਮ ਸਮਝਦੇ ਹੋ, ਹੰਕਾਰ ਕਰਦੇ ਹੋ। ਤੀਰਥ ਵਰਤਾ ਦਾਨ ਕਰ ਮਨ ਮੈਂ ਧਰੈ ਗੁਮਾਨ, ਨਾਨਕ ਨੇ ਫਲ ਜਾਤੇ ਜਿਉ ਕੁੰਚਰ ਇਸਨਾਨ। ਇਹੋ ਜਿਹਾ ਵਿਹਾਰ ਹੀ ਉਹਨੇ ਵਿਧੀ ਜਿਹੜੀ ਤੁਹਾਡੀ ਹੈ। ਰਬ ਪ੍ਰਗਾਸ ਰਜਨੀ ਜਥਾ ਗਤ। ਫਿਰ ਮਹਾਰਾਜ ਸੁਧ ਕਿਵੇਂ ਹੁੰਦਾ ਹੈ? ਫੇਰ ਪੜੋ ਅਗਲੀ ਤੋਂ ਪਰਮਪਾਰ ਪਰਮ ਪਰਸ ਗੁਰ ਭੇਟੀਐ। ਇੱਥੇ ਪਰਸ ਹੈ ਨਾ, ਲੋਹੇ ਨੂੰ ਸੋਨਾ ਬਣਾ ਸਕਦਾ ਹੈ, ਅੱਠਾਂ ਧਾਤਾਂ ਨੂੰ, ਪਰ ਪਰਮ ਵੱਡੇ ਪਾਰਸ ਤੋਂ ਵੀ ਗੁਰੂ ਮਹਾਰਾਜ ਸਾਹਿਬ ਹੋਣਗੇ ਪਰਸਨ ਤੋਂ। ਜੇ ਉਹ ਭੇਟੀਆਂ ਮਿਲ ਜਾਣ, ਪੂਰਵ ਲਿਖਤ ਲਿਲਾਟ। ਪੂਰਵਲੇ ਜਨਮਾਂ ਦੀ ਲਿਖਤ ਲੇਖ ਮੱਥੇ ਤੇ ਲਿਖਿਆ ਹੋਇਆ ਹੋਵੇ, ਉਹਦੇ ਲਿਖਤ ਅਨੁਸਾਰ ਉਨ ਮਨ ਮਨ ਹੀ ਮਿਲੇ। ਫੇਰ ਭਗਤ ਜੁਗਤ ਮਨ ਸਤ ਕਰੀ, ਪਰਮੇਸ਼ਰ ਦੀ ਭਗਤੀ ਦੇ ਜੁਗਤ ਹੋਵੇ, ਮਤ ਬੁੱਧੀ ਅੰਦਰ ਸਤ ਨਿਸ਼ਚਾ ਗੁਰੂ ਸਾਹਿਬ ਦੇ ਉਪਦੇਸ਼ ਤੇ ਕੀਤਾ ਹੋਵੇ। ਭ੍ਰਮ ਬੰਧਨ ਕਾਟ ਵਿਕਾਰ। ਗੁਰੂ ਮਹਾਰਾਜ ਸਾਹਿਬ ਫਿਰ ਸੋਈ ਬਸ ਰਸ ਮਨ ਮਿਲੇ, ਸੋਈ ਗੁਰੂ ਦਾ ਨਾਮ ਜਿਹੜਾ ਮਨ ਚ ਬਸ ਗਿਆ ਹੋਵੇ, ਰਸ ਪ੍ਰੇਮ ਹੋ ਗਿਆ ਹੋਵੇ ਅੰਦਰ, ਮਨ ਮਹਾਰਾਜ ਦੇ ਸਿਮਰਨ ਚ ਮਿਲ ਗਿਆ ਹੋਵੇ। ਗੁਣ ਨਿਰਗੁਣ ਏਕ ਵਿਚਾਰ। ਸਰਗੁਣ ਸਰੂਪ ਵਿੱਚ ਤੇ ਨਿਰਗੁਣ ਸਰੂਪ ਵਿੱਚ ਇੱਕੋ ਹੀ ਵਿਚਾਰ ਹੋਵੇ ਕਿ ਨਿਰਗੁਣ ਸਰਗੁਣ ਆਪੇ ਸੋਈ। ਇਹ ਵਿਚਾਰ ਹੋ ਜਾਵੇ, ਸਰਗੁਣ ਸਰੂਪ ਵੀ ਆਪ ਹੀ ਧਾਰਦਾ ਹੈ ਅਤੇ ਨਿਰਗੁਣ ਸਰੂਪ ਵੀ ਆਪ ਹੈ। ਇਹ ਵਿਚਾਰ ਹੋਵੇ, ਫੇਰ ਤੁਕਰੇ ਨਹੀਂ ਜਿਹਨੇ ਪੜੋ। ਰਬ ਪ੍ਰਗਾਸ ਰਜਨੀ ਜਥਾ ਗਤ। ਪਰਮ ਪਾਰਸ ਗੁਰ ਭੇਟੀ ਹੈ ਪੂਰਵ ਲਿਖਤ ਲਲਾਟ। ਪਰਮ ਪਾਰਸ ਰੂਪ ਗੁਰੂ ਸਾਹਿਬ ਜਦੋਂ ਮਿਲ ਜਾਣ ਵੱਡੇ, ਪੂਰਵਲੇ ਮੱਥੇ ਦੇ ਲੇਖ ਲਿਖੇ ਹੋ, ਉਹ ਮਨ ਹੀ ਮਿਲੇ। ਉਹ ਮਨ ਉਹਨਾਂ ਦਾ ਮਾਨੋ, ਮਨ ਮੰਨਣ ਚ ਗੁਰੂ ਸਾਹਿਬ ਦੇ ਸ਼ਬਦ ਵਿੱਚ, ਮਨ ਸਿਰੋਮਣੀ ਪਰਮੇਸ਼ਰ ਵਿੱਚ, ਉਹ ਮਨ ਉਲਟ ਕੇ ਮਾਨੋ, ਉਹ ਮਨ ਤੁਰਿਆ ਪਦ ਦੁਆਰਾ ਮਾਨੋ। ਮੰਨਣ ਚ ਲੱਗਾ ਹੋਇਆ ਮਨ ਹੀ ਸਿਰੋਮਣੀ ਪਰਮੇਸ਼ਰ ਚ ਮਿਲ ਜਾਂਦਾ ਹੈ। ਛੁਟਕਤ ਵਜਰ ਕਪਾਟ। ਉਦੋਂ ਵਜਰ ਪੰਜਾਂ ਕੋਸਾਂ ਦੇ ਜਿਹੜੇ ਸੱਤਾਂ ਧਾਤਾਂ ਵਰਗੀ ਕਰਲੇ ਤਖਤੇ ਹਨ, ਆਸਾਂ ਦੇ ਸਾਰੇ ਕਪਾੜ ਤਖਤੇ, ਇਹ ਛੁਟਕਤ ਖੁੱਲ ਜਾਂਦੇ ਹਨ। ਇਸ ਪ੍ਰਕਾਰ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ। ਫਿਰ ਉਸ ਦਾ ਜਿਵੇਂ ਆਪ ਤੋਂ ਤੁਕਾਂ ਉਵੇਂ ਪੜ੍ਹ ਦਿਓ ਜਿੱਥੋਂ ਰਹਿੰਦੀਆਂ ਹਨ। ਰਬ ਪ੍ਰਗਾਸ ਰਜਨੀ ਜਥਾ ਗਤ। ਜਿਸ ਪ੍ਰਕਾਰ ਸੂਰਜ ਦੇ ਪ੍ਰਕਾਸ਼ ਕਰਕੇ ਰਜਨੀ ਰਾਤ ਜਥਾ ਜੈਸੇ ਗਤ ਨਾਸ ਹੋ ਜਾਂਦੀ ਹੈ, ਐ ਵਾਹਿਗੁਰੂ ਦੇ ਅਪਰੋਹ ਗਿਆਨ ਰੂਪੀ ਸੂਰਜ ਦੇ ਚੜ੍ਹਨੇ ਕਰਕੇ ਅਵਿਦਿਆ ਰੂਪੀ ਰਾਤ ਜਿਸ ਪ੍ਰਕਾਰ ਗਤ ਨਾਸ ਹੋ ਜਾਂਦੀ ਹੈ। ਜਾਣਤ ਸਭ ਸੰਸਾਰ। ਇਸ ਗੱਲ ਨੂੰ ਸਾਰਾ ਸੰਸਾਰ ਹੀ ਭਾਈ ਜਾਣਦਾ ਹੈ। ਪਾਰਸ ਜਾਣ ਲਈਦਾ ਕਿ ਸਾਰੇ ਸੰਸਾਰ ਚ ਪਰਮੇਸ਼ਵਰੀ ਆਪ। ਪਾਰਸ ਮਾਨੋ ਤਾਂਬੋ ਛੋਏ। ਪਾਰਸ ਨੂੰ ਗੁਰੂ ਦੇ ਨਾਲ ਮੰਨਣਾ ਕਰੋ। ਤਾਂਬੇ ਦੀ ਨੇ ਜਦੋਂ ਜਿਗਿਆਸੂ ਵਿੱਚ ਚਿੱਤ ਛੋ ਜਾਂਦਾ ਹੈ, ਕਨਕ ਹੋਤ ਨਹੀਂ ਬਾਰ। ਛੋਣਾ ਹੁੰਦਿਆਂ ਵਾਰ ਦੇਰ ਨਹੀਂ ਲੱਗਦੀ। ਇਵੇਂ ਕਨਕ ਸ਼ੁੱਧ ਬ੍ਰਹਮ ਰੂਪ ਹੋ ਜਾਂਦਾ, ਫਿਰ ਦੇਰ ਨਹੀਂ ਲੱਗਦੀ। ਐਸੇ ਗੁਰੂ ਸਾਹਿਬ ਜੀ ਹਨ। ਪਰਮ ਪਰਸ ਗੁਰ ਭੇਟੀ ਹੈ। ਪਰਸੀ ਹੈ ਨਾ ਪਾਠ ਸਾਰਿਆਂ ਦੇ। ਪਰਮ ਪਰਸ ਗੁਰ ਭੇਟੀ ਹੈ। ਪਾਰਸ ਤੋਂ ਵੀ ਵੱਡੇ ਪਰਸਨ ਤੋਂ ਗੁਰੂ ਸਾਹਿਬ ਜਦੋਂ ਭੇਟੀਆਂ ਮਿਲ ਜਾਂਦੇ ਹੈ। ਪੂਰਵ ਲਿਖਤ ਲਿਲਾਟ। ਪੂਰਵਲੇ ਲੇਖਾਂ ਦੇ ਮੱਥੇ ਤੇ ਲੇਖ ਲਿਖਿਆ ਅਨੁਸਾਰ ਉਨ ਮਨ ਹੀ ਮਿਲੇ। ਉਹਨਾਂ ਦਾ ਮਨ ਉਲਟ ਕਰਕੇ ਮਨ ਸਿਰੋਮਣੀ ਦੇ ਮੰਤਰ ਵਿੱਚ ਮਿਲ ਜਾਂਦਾ ਹੈ। ਹੀ ਨਿਸ਼ਚੇ ਕਰਕੇ ਛੁਟਕਤ ਵਜਰ ਕਪਾਟ। ਉਸ ਵੇਲੇ ਛੁੱਟ ਜਾਂਦੇ ਆ ਵਜਰ ਪੰਜਾਂ ਕੋਸਾਂ ਦੇ ਕਪਾੜ ਤਖਤੇ। ਭਗਤ ਜੁਗਤ ਮਤ ਸਤ ਕਰੀ। ਇਸ ਪ੍ਰਕਾਰ ਭਗਤੀ ਦੀ ਜੁਗਤੀ ਦੁਆਰਾ ਜਿਨ੍ਹਾਂ ਨੂੰ ਮਤੀ ਬੁੱਧੀ ਵਿੱਚ ਸਤ ਨਿਸ਼ਚੇ ਕੀਤਾ ਹੈ ਗੁਰੂ ਸਾਹਿਬ ਦੇ ਉਪਦੇਸ਼ ਨੂੰ, ਭ੍ਰਮ ਬੰਧਨ ਕਾਟ ਵਿਕਾਰ। ਉਹਨਾਂ ਦੇ ਧਰਮ ਦੇ ਬੰਧਨ ਵੀ ਕੱਟ ਦਿੱਤੇ ਮਹਾਰਾਜ ਨੇ। ਵਕਾਰ ਕਾਮ ਆਦਿਕ ਵੀ ਮੇਟ ਦਿੱਤੇ। ਸੋਈ ਬਸ ਰਸ ਮਨ ਮਿਲੇ। ਸੋਈ ਗੁਰਮੰਤਰ ਰੂਪ ਹੋ ਕੇ ਜਦੋਂ ਹਿਰਦੇ 'ਚ ਬਸੇ, ਉਹਦੇ ਕਰਕੇ ਰਸ ਪ੍ਰੇਮ ਪੈਦਾ ਹੋਇਆ। ਜਿਸ ਵੇਲੇ ਪ੍ਰੇਮ ਕਰਕੇ ਮਨ ਦੇ ਨਾਲ ਮਿਲ ਗਿਆ, ਗੁਣ ਨਿਰਗੁਣ ਏਕ ਵਿਚਾਰ। ਉਹਦਾ ਨਿਰਗੁਣ ਸਰੂਪ ਮਹਾਰਾਜ ਦਾ ਤੇ ਸਰਗੁਣ ਸਰੂਪ ਇੱਕੋ ਹੀ ਰੂਪ ਹੈ। ਨਿਰਗੁਣ ਸਰਗੁਣ ਆਪੇ ਸੋਈ ਇੱਕ ਵਿਚਾਰ ਹੋ ਗਈ। ਅਨਕ ਜਤਨ ਨਿਗ੍ਰਹਿ ਕੀਏ। ਇਸ ਕਰਕੇ ਅਸੀਂ ਤਾਂ ਗੁਰਮਤਿ ਦੁਆਰਾ ਭਾਵ ਭਗਤੀ ਦੁਆਰਾ ਵਾਹਿਗੁਰੂ ਦੀ ਪ੍ਰਾਪਤੀ ਕੀਤੀ ਹੈ। ਜਿਹੜੇ ਵੇਦ ਸ਼ਾਸਤਰਾਂ ਦੇ ਅਨੇਕਾਂ ਯਤਨ ਕਰਨੇ ਕਰਕੇ, ਨਿਗ੍ਰਹਿ ਘਰਾਂ ਤੋਂ ਰਹਿਤ ਹੋਣੇ ਕਰਕੇ, ਨਿਗ੍ਰਹਿ ਹੱਠ ਕਰਕੇ,
ਇੰਦੀਆਂ ਦੇ ਰੋਕਣੇ ਕਰਕੇ ਤਾਰੀ ਨਾ ਟਰੈ ਭ੍ਰਮ ਉਹ ਫਾਸ ਭਰਮ ਦੀ ਵਾਹੀ ਕਿਸੇ ਪ੍ਰਕਾਰ ਕਾਰੀ ਹੋਈ ਟਲਦੀ ਨਹੀਂ ਹੈ। ਪ੍ਰੇਮ ਭਗਤ ਨਹੀਂ ਇਹ ਉਪਜੈ ਨਾਲੇ ਇਹਨਾਂ ਕਰਮਾਂ ਦੇ ਵਿੱਚ ਫਸਣੇ ਕਰਕੇ ਵਾਹਿਗੁਰੂ ਦੀ ਪ੍ਰੇਮਾ ਭਗਤੀ ਨਹੀਂ ਪੈਦਾ ਹੁੰਦੀ। ਤਾਤੇ ਰਵਿਦਾਸ ਇਸ ਉਦਾਸ ਕਰਕੇ ਰਵਿਦਾਸ ਜੀ ਕਹਿੰਦੇ ਮੈਂ ਕਰਮਾਂ ਤੋਂ ਉਦਾਸ ਹਾਂ, ਪਰਮੇਸ਼ਰ ਦੇ ਨਾਮ ਦੀ ਓਟ ਹੈ। ਨਾਮ ਤੋਂ ਬਿਨਾਂ ਕਰਮਾਂ ਦੀ ਉਪਾਸਨਾ ਕਰਕੇ ਪ੍ਰਾਪਤੀ ਨਹੀਂ ਹੁੰਦੀ। ਸੋ ਮਹਾਰਾਜ ਸਾਹਿਬ ਦੇ ਨਾਮ ਕਰਕੇ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਉਸ ਨਾਮ ਨੂੰ ਅਸੀਂ ਪ੍ਰੇਮਾ ਭਗਤੀ ਦੁਆਰਾ ਗੁਰਾਂ ਦੁਆਰਾ ਪ੍ਰਾਪਤ ਕੀਤਾ ਹੈ। ਇੱਥੇ ਮਹਾਰਾਜ ਜੀ ਨੇ ਗੌੜੀ ਰਾਗ ਦੀ ਭਗਤ ਬਾਣੀ ਰਵਿਦਾਸ ਜੀ ਦੀ ਅਸ਼ਟਪਦੀ ਲਿਖ ਕੇ ਸਮਾਪਤੀ ਕੀਤੀ ਹੈ ਸੱਚੇ ਪਾਤਸ਼ਾਹ ਜੀ ਨੇ। ਅਨਕ ਜਤਨ ਨਿਗ੍ਰਹਿ ਕੀਏ ਤਾਰੀ ਨਾ ਕਰੈ ਭ੍ਰਮ ਫਾਸ ਪ੍ਰੇਮ ਭਗਤ ਨਹੀਂ ਉਪਜੈ ਤਾਤੇ ਰਵਿਦਾਸ ਉਦਾਸ। ਵਾਹਿਗੁਰੂ ਜੀ ਕਾ ਖਾਲਸਾ